ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਅੱਜ ਕਈ ਅਹਿਮ ਮਸਲੇ ਨੇ, ਮਾਮਲੇ ਨੇ, ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ। ਤੁਹਾਨੂੰ ਪਤਾ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਦੁਨੀਆ ਨੇ ਲਗਭਗ ਬਹੁਤ ਕੁਝ ਬਦਲਿਆ ਵੇਖਿਆ ਤੇ ਵੇਖ ਰਹੀ ਹੈ। ਲਗਭਗ ਜ਼ਿੰਦਗੀ ਦਾ ਹਰ ਪਹਿਲੂ ਪ੍ਰਭਾਵਿਤ ਕਰ ਦਿੱਤਾ ਹੈ। ਅਸੀਂ ਇਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ ਕਿ ਕੀ ਕੁਝ ਬਦਲ ਗਿਆ, ਕੀ ਕੁਝ ਬਦਲ ਰਿਹਾ ਹੈ। ਇਹਦੇ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਤੇਜ਼ ਹੋ ਰਹੀਆਂ ਨੇ। ਕਦੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਨਵੀਂ ਪਾਰਟੀ ਦਾ ਆਗਾਜ਼ ਕੀਤਾ, ਪਾਰਟੀ ਬਣਾਈ ਹੈ, ਤੇ ਕਦੇ ਆਮ ਆਦਮੀ ਪਾਰਟੀ ਵਾਲੇ ਬਹੁਤ ਸਾਰੇ ਨਵੇਂ ਲੋਕ ਨੇ, ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਨੂੰ ਉਹ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹੈ, ਤੇ ਕਦੇ ਭਾਜਪਾ ਵਾਲੇ ਪਰ ਤੋਲ ਰਹੇ ਹੈ, ਤੇ ਕਦੇ ਸ਼੍ਰੋਮਣੀ ਅਕਾਲੀ ਦਲ। ਸਾਰੀਆਂ ਪਾਰਟੀਆਂ ਸਰਗਰਮ ਹੋ ਰਹੀਆਂ ਨੇ। ਭਾਵੇਂ ਕਿ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਆਖਿਆ ਕਿ ਉਹ ਇਕੱਠ ਨਾ ਕਰਨ। ਇਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਹੋਰ ਪਾਰਟੀਆਂ ਨੇ ਆਖ ਦਿੱਤਾ ਕਿ ਆਉਣ ਵਾਲੇ ਕੁਝ ਸਮੇਂ ਦੇ ਵਾਸਤੇ ਉਹਨਾਂ ਨੇ ਆਪਣੇ ਸਾਰੇ ਇਕੱਠ, ਸਾਰੀਆਂ ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਨੇ। ਪਰ ਇਸ ਦੇ ਬਾਵਜੂਦ ਵੀ ਸਰਗਰਮੀਆਂ ਤੇਜ਼ ਨੇ। ਕਿਹੜੇ ਮੁੱਦੇ ਹੋਣਗੇ ਜਿਹੜੇ ਆਉਣ ਵਾਲੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹੈ, ਜਾਂ ਕਿਹਨਾਂ ਨੂੰ ਆਧਾਰ ਬਣਾ ਕੇ ਵੱਖੋ-ਵੱਖ ਪਾਰਟੀਆਂ ਚੋਣ ਲੜ ਸਕਦੀਆਂ ਨੇ। ਹੁਣ ਬੀਤੇ ਦਿਨੀ ਇੱਕ ਬਿਆਨ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਿ ਘੱਟ ਗਿਣਤੀਆਂ ਨੂੰ ਤਾਲਿਬਾਨੀ ਫਰਮਾਨ, ਤੁਗਲਕੀ ਫਰਮਾਨ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨੇ। ਵੱਖੋ-ਵੱਖ ਪ੍ਰਖੇਪ ਦੇ ਵਿੱਚ ਰੱਖ ਕੇ ਜੇਕਰ ਉਸ ਬਿਆਨ ਨੂੰ ਦੇਖਿਆ ਜਾਵੇ ਤਾਂ ਲੱਗਦਾ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਤੇ ਕੁਝ ਬਹੁਤੇ ਵਧੀਆ ਨਹੀਂ। ਫਿਰ ਅਕਾਲੀ ਕਿਹਦੇ ਨਾਲ ਜਾ ਸਕਦੇ ਹੈ, ਬਹੁਜਨ ਸਮਾਜ ਪਾਰਟੀ ਕਿਹਦੇ ਨਾਲ ਜਾ ਸਕਦੀ ਹੈ, ਭਾਜਪਾ ਕਿਹਦੇ ਨਾਲ ਜਾ ਸਕਦੀ ਹੈ, ਕੀ ਸਮੀਕਰਨ ਬਣ ਗਏ, ਇਹਦੇ ਤੇ ਗੱਲਬਾਤ ਵੀ ਕਰਾਂਗੇ। ਇਹਦੇ ਨਾਲ ਕਰੋਨਾ ਵਾਇਰਸ ਦੀ ਜਦੋਂ ਗੱਲ ਚੱਲੀ ਹੈ, ਜਿੱਥੇ ਲਗਭਗ ਹਰ ਇੱਕ ਪਹਿਲੂ ਪ੍ਰਭਾਵਿਤ ਹੋਇਆ, ਉੱਥੇ ਫਿਲਮ ਇੰਡਸਟਰੀ ਅਤੇ ਸੰਗੀਤ ਜਗਤ ਤੇ ਵੀ ਇਹਦਾ ਬਹੁਤ ਮਾੜਾ ਤੇ ਮਾਰੂ ਅਸਰ ਹੈ। ਇਹਦੇ ਨਾਲ ਪੱਛਮੀ ਬੰਗਾਲ ਤੇ ਬਿਹਾਰ ਦੀਆਂ ਚੋਣਾਂ ਆ ਰਹੀਆਂ ਨੇ। ਉਹ ਕਿੱਧਰ ਨੂੰ ਜਾਣਗੀਆਂ ਤੇ ਕਿਹੜੇ ਮੁੱਦੇ ਉੱਥੇ ਭਾਰੂ ਰਹਿ ਸਕਦੇ ਆ ਤੇ ਕਿਹੜੀ ਪਾਰਟੀ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹਿ ਸਕਦੀ ਹੈ। ਇਹ ਬਹੁਤ ਸਾਰੇ ਸਵਾਲ ਨੇ ਤੇ ਬਹੁਤ ਸਾਰੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਨੀ ਚਾਹੁੰਦੇ ਹਾਂ। ਆਓ ਇਹਨਾਂ ਖਬਰਾਂ ਦੇ ਵਿੱਚ ਹੁਣ ਸ਼ਾਮਲ ਕਰਦੇ ਹਾਂ ਪਰਮਵੀਰ ਬਾਠ ਸਾਹਿਬ ਨੂੰ। ਬਾਠ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਮਿਹਰਬਾਨੀ ਬੈਨੀਪਾਲ ਸਾਹਿਬ। ਆ ਵੈਸੇ ਚੰਗਾ ਹੀ ਕੀਤਾ ਜੀ ਕਿ ਜਿਹੜਾ 2022 ਦਾ ਕੰਮ ਤੁਸੀਂ 2020 'ਚ ਚੱਕ ਲਿਆ। ਬਿਲਕੁਲ, ਪਾਰਟੀਆਂ ਵੀ ਚੱਕੀ ਫਿਰਦੀਆਂ, ਕਿਉਂਕਿ ਆਪਾਂ ਨਾਲ ਹੀ ਚੱਲਣਾ। ਬੈਨੀਪਾਲ ਸਾਹਿਬ ਦੇਖੋ, ਇੱਕ ਗੱਲ ਤਾਂ ਪੱਕੀ ਹੈ ਕਿ ਹੁਣ ਜਦੋਂ ਨਾ ਹਰ ਇੱਕ ਸਿਆਸੀ ਪਾਰਟੀ ਦੇ ਕਿਸੇ ਲੀਡਰ ਦਾ ਬਿਆਨ ਸੁਣ ਲਓ, ਕਿਉਂਕਿ ਦਰਸ਼ਕ ਹੋ ਸਕਦਾ ਕਹਿਣ ਕਿ ਯਾਰ 1.5 ਸਾਲ ਪਿਆ, ਇਹ ਬੰਦੇ ਪਹਿਲੇ ਲਾ ਪਏ। ਹੁਣ ਜੇ ਆਮ ਆਦਮੀ ਪਾਰਟੀ ਵਾਲਿਆਂ ਦੀ ਸੁਣੀਏ ਤਾਂ ਉਹ ਕਹਿੰਦੇ ਜੀ ਅਗਲੀ ਸਰਕਾਰ ਸਾਡੀ। ਬਿਲਕੁਲ। ਅਕਾਲੀ ਦਲ ਦੀ ਸੁਣੀਏ, ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ, ਅਗਲੀ ਸਰਕਾਰ ਸਾਡੀ। ਭਾਰਤੀ ਜਨਤਾ ਪਾਰਟੀ ਦੇ 60% ਦੀ ਲੀਡਰਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਜੀ ਅਗਲੀ ਸਰਕਾਰ ਸਾਡੀ, ਪਰ ਸਾਡੀ ਸਰਕਾਰ ਦੇ ਵਿੱਚ ਸਾਡੀ ਹਿੱਸੇਦਾਰੀ ਵੱਧ ਜੀ, ਜਾਂ ਅਸੀਂ ਇਕੱਲਿਆਂ ਸਰਕਾਰ ਬਣਾਉਣੀ। ਢੀਂਡਸਾ ਸਾਹਿਬ ਨੂੰ ਪੁੱਛ ਲਓ, ਬੈਂਸ ਸਾਹਿਬ ਨੂੰ ਪੁੱਛ ਲਓ, ਖਹਿਰਾ ਸਾਹਿਬ ਨੂੰ ਪੁੱਛ ਲਓ, ਬਸਪਾ ਵਾਲਿਆਂ ਨੂੰ ਪੁੱਛ ਲਓ, ਕਾਮਰੇਡਾਂ ਨੂੰ ਪੁੱਛ ਲਓ। ਜਾਣੀ ਕਿ ਗੱਲ ਲੈ ਦੇ ਕੇ ਨਾ 2022 ਦੇ ਜਨਵਰੀ, ਫਰਵਰੀ, ਮਾਰਚ ਮਹੀਨੇ ਦੀ ਹੋ ਰਹੀ ਹੈ ਕਿ ਵਿਧਾਨ ਸਭਾ ਦੀ ਚੋਣ ਆਉਣੀ ਆ ਤੇ ਉਹਦੇ ਵਿੱਚ ਕੀ ਹੋਣਾ ਹੈ। ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ, ਤੁਸੀਂ ਆਪਦੀਆਂ ਟਿੱਪਣੀਆਂ ਜ਼ਰੂਰ ਕਰਿਓ ਬੈਨੀਪਾਲ ਸਾਹਿਬ, ਕੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਹੋਣਾ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੈਗਾ? ਮੰਨ ਲਓ ਕਿ ਵਿਧਾਨ ਸਭਾ ਦੀਆਂ ਚੋਣਾਂ 22 ਚ ਨਹੀਂ 21 ਚ ਹੋ ਜਾਂਦੀਆਂ, ਜਾਂ 22 ਚ ਨਹੀਂ 2023 ਚ ਹੋ ਜਾਂਦੀਆਂ, ਕੀ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ? ਮੰਨ ਲਓ ਕਿ 2017 ਤੱਕ ਆਪਾਂ ਨੂੰ ਪਤਾ ਹੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਉਦੋਂ ਵੀ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਇਹੀ ਰੌਲਾ ਸੀ। ਐਤਕੀ ਦੇਖਿਓ 2017 ਦੀ ਚੋਣ ਹੋਈ, ਮੁੱਖ ਮੰਤਰੀ ਦੀ ਕੁਰਸੀ ਉਹੀ ਹੈ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜਗ੍ਹਾ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਬਹਿ ਗਏ। ਪੰਜਾਬ ਦੇ ਲੋਕਾਂ ਦੀ ਸਮੱਸਿਆ ਤਾਂ ਕੋਈ ਹੱਲ ਨਹੀਂ ਨਾ ਹੋਈ। ਹੁਣ ਕੈਪਟਨ ਸਾਹਿਬ ਵੀ ਬੈਠੇ ਰਹਿ ਜਾਣ, ਜਾਂ ਭਗਵੰਤ ਮਾਨ ਬਹਿ ਜਾਣ, ਜਾਂ ਸੁਖਬੀਰ ਸਿੰਘ ਬਾਦਲ ਬਹਿ ਜਾਣ, ਜਾਂ ਢੀਂਡਸਾ ਸਾਹਿਬ ਬਹਿ ਜਾਣ, ਜਾਂ ਨਵਜੋਤ ਸਿੰਘ ਸਿੱਧੂ ਬਹਿ ਜਾਣ, ਜਾਣੀ ਕਿ ਕੁਰਸੀ ਉਹੀ ਹੈ, ਬੰਦਾ ਬਦਲ ਜੂ। ਮਸਲਾ ਤੇ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਕੀ ਫਰਕ ਪਏਗਾ। ਹੁਣ ਪੰਜਾਬ ਦੇ ਲੋਕਾਂ ਨੂੰ ਫਰਕ ਪੈਣਾ ਕਿੱਥੋਂ ਆ? ਪੈਣਾ ਬੈਨੀਪਾਲ ਸਾਹਿਬ ਮੁੱਦਿਆਂ ਤੋਂ ਜੀ। ਹੁਣ ਮੈਂ ਹੈਰਾਨ ਹੁੰਨਾ ਇਸ ਗੱਲ ਤੋਂ ਕਿ ਪੰਜਾਬ ਦੇ ਲੋਕਾਂ ਨੂੰ ਮੁੱਦਿਆਂ ਤੇ ਤਾਂ ਆਉਣ ਹੀ ਨਹੀਂ ਦਿੱਤਾ ਜਾ ਰਿਹਾ। ਹੁਣ ਕਿਹਾ ਕੀ ਜਾ ਰਿਹਾ ਬੈਨੀਪਾਲ ਸਾਹਿਬ? ਕਮਾਲ ਦੀ ਗੱਲ ਦੇਖੋ,
ਹੁਣ ਪਾਰਟੀਆਂ ਨੂੰ ਆਪਾਂ ਪਰਚੋਲਣਾ ਕਿੱਥੇ ਆ ਜਾ ਕੇ? ਇਸ ਵੇਲੇ ਤਾਂ ਇਹ ਲੱਗਦਾ ਕਿ 3 ਮੁੱਦੇ ਭਾਰੂ ਰਹਿਣਗੇ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਜੀ, ਜਿਹੜਾ ਕਿ ਬਹੁਤ ਜ਼ਰੂਰੀ ਹੈ, ਅਹਿਮ ਹੈ, ਆਪਾਂ ਮੁਨਕਰ ਨਹੀਂ ਹੋ ਸਕਦੇ। ਦੂਸਰਾ ਪੰਜਾਬ ਦੀ ਕਿਸਾਨੀ ਦਾ, ਖੇਤੀਬਾੜੀ ਦਾ ਮੁੱਦਾ, ਤੇ ਤੀਸਰਾ ਮੈਨੂੰ ਲੱਗਦਾ ਕਿ ਗੱਠ ਜੋੜਨ ਦਾ ਮੁੱਦਾ, ਇੱਕ ਦੂਸਰੇ ਨੂੰ ਬਦਨਾਮ ਕਰਨ ਦਾ ਮੁੱਦਾ। ਪਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਪੰਜਾਬ ਦੀਆਂ ਲੋਕਾਂ ਦੀਆਂ ਅਸਲ ਸਮੱਸਿਆਵਾਂ? ਮੈਂ ਫਿਰ ਕਹਿ ਦਿਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਹੱਲ ਹੋਣਾ ਚਾਹੀਦਾ ਜੀ। ਪਰ ਬੈਨੀਪਾਲ ਸਾਹਿਬ, ਅਸਲ 'ਚ ਮੈਂ ਆ, ਤੁਸੀਂ ਆ, ਸਾਡੇ ਮਾਣਮੱਤੇ ਦਰਸ਼ਕ ਨੇ, ਪੰਜਾਬ ਦੇ ਆਮ ਲੋਕ ਨੇ, ਉਹਨਾਂ ਦੇ ਲਈ ਮੁੱਦਾ ਕੀ ਹੈ? ਉਹਨਾਂ ਦੇ ਲਈ ਮੁੱਦਾ ਪੰਜਾਬ ਦੇ ਸਰਕਾਰੀ ਪ੍ਰਾਈਵੇਟ ਤੰਤਰ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ, ਕਿ ਆਮ ਲੋਕ ਸਰਕਾਰੀ ਦਫ਼ਤਰ 'ਚ ਜਾਣ, ਬਿਨਾਂ ਪੈਸੇ ਧੇਲੇ, ਬਿਨਾਂ ਸਿਫਾਰਿਸ਼ ਕੰਮ ਹੋਣ। ਪੰਜਾਬ ਦੀ ਵਿਧਾਨ ਸਭਾ ਦੀ ਚੋਣ ਇਸ ਮੁੱਦੇ ਦੇ ਉੱਤੇ ਲੜੀ ਜਾਣੀ ਚਾਹੀਦੀ ਹੈ। ਬੈਨੀਪਾਲ ਸਾਹਿਬ, ਟਿੱਪਣੀਆਂ ਆਪਾਂ ਕਰਨੀਆਂ ਜੀ। ਦੂਸਰੀ ਗੱਲ, ਪੰਜਾਬ ਦੇ ਲੋਕਾਂ ਦਾ ਅਸਲ ਮੁੱਦਾ ਕੀ ਹੈ? ਕਿ ਪੰਜਾਬ ਦੇ ਲੋਕ ਟੂਟੀ ਚਲਾਉਣ, ਨਲਕਾ ਗੇੜਨ, ਮੋਟਰ ਤੋਂ ਪਾਣੀ ਭਰਨ, ਉਹਨਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲੇ। ਪੰਜਾਬ ਦੀ ਫਸਲਬਾੜੀ ਨੂੰ ਨਹਿਰਾਂ ਦਾ, ਮੋਟਰਾਂ ਦਾ, ਜਿਹਦੇ ਨਾਲ ਕਿ ਅਸੀਂ ਪਾਣੀ ਗਵਾਈਏ ਬਿਨਾਂ ਉਹਨਾਂ ਨੂੰ ਪਾਣੀ ਮਿਲੇ। ਸਿਹਤ, ਸਿੱਖਿਆ ਕਿੱਡੀ ਵੱਡੀ ਗੱਲ ਹੈ। ਕੀ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਮਿਲਦੀਆਂ? ਮਹਿੰਗਾ ਤਾਂ ਨਹੀਂ ਹੋ ਗਿਆ ਇਲਾਜ? ਸਰਕਾਰੀ ਹਸਪਤਾਲਾਂ ਦੇ ਵਿੱਚ ਸਭ ਕੁਝ ਹੈਗਾ? ਡਾਕਟਰ ਪੂਰੇ ਨੇ? ਨਹੀਂ। ਇਹ ਮੁੱਦਾ ਹੋਣਾ ਚਾਹੀਦਾ, ਪਰ ਇਹ ਮੁੱਦਾ ਤਾਂ ਹੈ ਹੀ ਨਹੀਂ। ਮੁੱਦਾ ਇਹ ਹੈ ਕਿ ਮੁੱਖ ਮੰਤਰੀ ਕੌਣ ਹੋਏਗਾ, ਕਿਹੜੀ ਪਾਰਟੀ ਜਿੱਤੇਗੀ, ਫਲਾਨਾ ਮਾੜਾ ਹੈ, ਉਹ ਮਾੜਾ ਹੋ ਸਕਦਾ, ਪਰ ਆਪਾਂ ਚੰਗੇ ਕਿੱਦਾਂ? ਬੈਨੀਪਾਲ ਸਾਹਿਬ, ਇਸ ਲਈ ਦੇਖੋ, ਐਜੂਕੇਸ਼ਨ ਦਾ ਦਿਵਾਲਾ ਨਿਕਲਿਆ ਪਿਆ। ਪੰਜਾਬ ਦੇ ਸਰਕਾਰੀ ਕਾਲਜਾਂ 'ਚ 70% ਦੀ ਅਸਾਮੀਆਂ ਖਾਲੀ ਆ, ਪਰ ਮੁੱਦਾ ਹੀ ਨਹੀਂ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਕੁਝ ਹੋਣ ਵਾਲਾ, ਉਹ ਮੁੱਦਾ ਹੀ ਨਹੀਂ। ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਤੋਂ ਵੀ ਉੱਪਰ ਕਿਵੇਂ ਲੰਘ ਗਏ, ਉਹ ਮੁੱਦਾ ਹੀ ਨਹੀਂ। ਮੈਡੀਕਲ ਦੀ ਸਿੱਖਿਆ, ਆਪਾਂ ਕਿੰਨੀ ਵਾਰੀ ਇੱਥੇ ਰੌਲਾ ਪਾਇਆ, ਆਪਾਂ ਕਿੰਨੀ ਵਾਰੀ ਇੱਥੇ ਚਰਚਾ ਕੀਤੀ ਕਿ ਮੈਡੀਕਲ ਦੀ ਵਿੱਦਿਆ ਤਾਂ ਆਮ ਲੋਕਾਂ ਦੇ ਹੱਥੋਂ ਨਿਕਲ ਹੀ ਗਈ, ਉਹ ਮੁੱਦਾ ਹੀ ਨਹੀਂ। ਪ੍ਰਦੂਸ਼ਣ ਵਧੀ ਜਾਂਦਾ, ਮੁੱਦਾ ਹੀ ਨਹੀਂ। ਮੈਂ ਬੈਨੀਪਾਲ ਸਾਹਿਬ ਇਸ ਗੱਲ ਤੋਂ ਹੈਰਾਨ ਆ ਕਿ ਇਸ ਵੇਲੇ ਚਰਚਾ ਕੀ ਹੋ ਰਹੀ ਹੈ ਕਿ ਸਾਡੀ ਪਾਰਟੀ ਦਾ ਆਹ ਬੰਦਾ ਮੁੱਖ ਮੰਤਰੀ ਹੋਊਗਾ, ਅਸੀਂ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਐਲਾਨਾਂਗੇ, ਕੋਈ ਕਹਿੰਦਾ ਸਾਡਾ ਮੁੱਖ ਮੰਤਰੀ ਆ ਹੋਏਗਾ। ਫਿਰ ਰੌਲਾ ਤਾਂ ਇਸ ਗੱਲ ਦਾ ਨਾ ਕਿ ਜੇ ਤੁਹਾਡੀ ਪਾਰਟੀ ਦੀ ਸਰਕਾਰ ਬਣ ਗਈ, ਕੋਈ ਢੰਗ ਤਰੀਕਾ ਹੈਗਾ, ਕੋਈ ਰਾਹ ਰਸਤਾ ਹੈਗਾ? ਇਹਦੇ ਨਾਲ ਮੈਂ ਥੋੜਾ ਜਿਹਾ ਤੁਹਾਨੂੰ ਬੈਨੀਪਾਲ ਸਾਹਿਬ ਪਿੱਛੇ ਲੈ ਕੇ ਜਾਵਾਂ ਜੀ। 1997 'ਚ ਜੇ ਮੈਂ ਦੇਖਾਂ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। 1997 'ਚ ਜਦੋਂ ਬੀਬੀ ਰਜਿੰਦਰ ਕੌਰ ਭੱਠਲ ਉਧਰਲੇ ਪਾਸੇ ਸੀਗੇ, ਇਧਰੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਗਵਾਈ ਕਰਦੇ ਸੀ। ਮੈਨੂੰ ਯਾਦ ਹੈ, ਮੈਂ ਉਦੋਂ ਛੋਟਾ ਹੁੰਦਾ ਸੀ। ਉਹ ਕਹਿੰਦੇ ਸੀ ਕਿ ਭਾਈ 25,000 ਰੁਪਏ ਦੇਾਂਗੇ ਜੇ ਕੋਈ ਭ੍ਰਿਸ਼ਟਾਚਾਰੀ ਨੂੰ ਫੜਾਊਗਾ, ਅਸੀਂ ਭ੍ਰਿਸ਼ਟਾਚਾਰ ਦੂਰ ਕਰਾਂਗੇ। ਜਾਨੀ 1997 ਤੋਂ ਬਾਅਦ 15 ਸਾਲ ਬਾਦਲ ਸਾਹਿਬ ਨੇ ਰਾਜ ਕੀਤਾ। ਕੀ ਪੰਜਾਬ 'ਚ ਭ੍ਰਿਸ਼ਟਾਚਾਰ ਦੂਰ ਹੋ ਗਿਆ? ਜਦੋਂ 2002 ਤੋਂ 7 ਤੱਕ ਕੈਪਟਨ ਸਾਹਿਬ ਨੇ ਰਾਜ ਕੀਤਾ ਤੇ ਹੁਣ ਵੀ ਕਰ ਰਹੇ ਆ। ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ, ਭਾਵੇਂ ਨਸ਼ੇ ਪੱਤੇ ਨੂੰ ਖਤਮ ਕਰਨ ਦਾ, ਭਾਵੇਂ ਕਿਸੇ ਹੋਰ ਚੀਜ਼ ਦਾ, ਕੀ ਉਹ ਸਾਰਾ ਕੁਝ ਮੁੱਕ ਗਿਆ? ਬੈਨੀਪਾਲ ਸਾਹਿਬ, ਮੁੱਦੇ ਤਾਂ ਖੜੇ ਦੇ ਖੜੇ ਆ। ਇਹਦਾ ਮਤਲਬ ਹੈ ਕਿ ਪੰਜਾਬ ਦੇ ਲੋਕਾਂ ਨੂੰ ਉਹ ਜਾਦੂਗਰ ਦਾ ਝੁਰਲੂ ਜਿਹਾ ਹੁੰਦਾ ਨਾ, ਇੱਕ ਆ ਲਓ ਜੀ ਝੋਲਾ ਬੰਦ ਕਰਕੇ ਐਂ ਫੇਰ ਦਿੱਤਾ, ਉਹ ਜਾਦੂਗਰ ਦੇ ਝੁਰਲੂ ਵਾਂਗੂ ਘੁਮਾਇਆ ਹੀ ਜਾ ਰਿਹਾ, ਅੱਖੀਂ ਘੱਟਾ ਪਾਇਆ ਜਾ ਰਿਹਾ। ਪੰਜਾਬ ਦੇ ਮੁੱਦਿਆਂ ਤੇ ਤਾਂ ਚੋਣ ਮੈਨੂੰ ਲੱਗਦਾ ਇਹਨਾਂ ਨੇ ਐਤਕੀ ਲੜਨੀ ਨਹੀਂ। ਐਤਕੀ ਤਾਂ ਚੋਣ ਇਸੇ ਗੱਲ ਤੇ ਲੜਨੀ ਹੈ, ਕੌਣ ਜਿੱਤੂ, ਕੌਣ ਹਾਰੂ, ਮੁੱਖ ਮੰਤਰੀ ਬਣੂਗਾ ਕਿਹੜਾ। ਬਾਟ ਸਾਹਿਬ, ਤੁਸੀਂ ਕਈ ਗੱਲਾਂ ਦਾ ਜ਼ਿਕਰ ਕੀਤਾ, ਹੁਣ ਤੁਸੀਂ ਲਿਆ ਕੇ ਛੱਡਿਆ ਝੁਰਲੂ ਤੇ। ਜੀ। ਕਾ ਝੁਰਲੂ ਜੀ। ਅਸਲ ਦੇ ਵਿੱਚ ਜਾਦੂ ਦੀ ਛੜੀ ਕਿਸੇ ਕੋਲ ਵੀ ਨਹੀਂ। ਜਿਹੜੇ ਮੁੱਦਿਆਂ ਦਾ ਆਪਾਂ ਅਕਸਰ ਜ਼ਿਕਰ ਕਰਦੇ ਹਾਂ, ਅਸਲ ਦੇ ਵਿੱਚ ਮੈਨੂੰ ਲੱਗਦਾ ਲੋਕਾਂ ਦੇ ਮੁੱਦੇ ਨਹੀਂ। ਸਾਫ਼ ਪਾਣੀ ਦਾ ਜੀ, ਉਚੇਰੀ ਸਿੱਖਿਆ ਦਾ, ਮੁੱਢਲੀ ਸਿੱਖਿਆ ਦਾ, ਮੁੱਢਲੀਆਂ ਸਿਹਤ ਸਹੂਲਤਾਂ ਦਾ, ਇਹ ਮੁੱਦਾ ਆਮ ਲੋਕਾਂ ਦਾ ਮੁੱਦਾ ਲੋਕਾਂ ਨੂੰ ਲੱਗਦਾ ਹੈ ਹੀ ਨਹੀਂ। ਕਿਉਂਕਿ ਤੁਹਾਡਾ ਮੁੱਦਾ ਕੋਈ ਹੋਰ ਹੈ, ਮੇਰਾ ਮੁੱਦਾ ਕੋਈ ਹੋਰ ਹੈ। ਮੇਰਾ ਮੁੱਦਾ ਉਨੀ ਦੇਰ ਹੈ ਜਿੰਨੀ ਦੇਰ ਮੈਂ ਪੜ੍ਹਿਆ ਸੀ, ਪੜ੍ਹ ਕੇ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਜੀ। ਜੇ ਮੈਨੂੰ ਸਰਕਾਰੀ ਨੌਕਰੀ ਮਿਲ ਗਈ, ਮੈਨੂੰ ਲੱਗਦਾ ਮੇਰੇ ਵਾਸਤੇ ਮੁੱਦੇ ਹੱਲ ਹੋ ਗਏ। ਹੁਣ ਉਹਨੂੰ ਚਾਹੇ ਪਾਣੀ ਗੰਧਲਾ ਪੀਣਾ ਪੈ ਰਿਹਾ, ਚਾਹੇ ਉੱਥੇ ਪ੍ਰਦੂਸ਼ਣ ਹੋ ਰਿਹਾ, ਚਾਹੇ ਭ੍ਰਿਸ਼ਟਾਚਾਰ ਹੋ ਰਿਹਾ, ਇਹ ਮੁੱਦੇ ਉਨੀ ਦੇਰ ਤੱਕ ਮੁੱਦੇ ਨੇ ਜਿੰਨੀ ਦੇਰ ਤੱਕ ਕਿਸੇ ਦੀ ਕਿਸੇ ਸਰਕਾਰੀ ਅਧਿਕਾਰੀ ਨਾਲ, ਅਫਸਰ ਨਾਲ ਜਾਂ ਲੀਡਰ ਨਾਲ ਲੈਣ ਦੇਣ ਅਪਰੋਚ ਨਹੀਂ। ਜਿਹਦੀ ਅਪਰੋਚ ਆ ਉਹਨੂੰ ਲੱਗਦਾ ਕਿ ਮੇਰੇ ਵਾਸਤੇ ਮੁੱਦੇ ਨਹੀਂ। ਮੁੱਦਾ ਤੁਸੀਂ ਭ੍ਰਿਸ਼ਟਾਚਾਰ ਦਾ ਆਖਿਆ, ਭ੍ਰਿਸ਼ਟਾਚਾਰ ਦਾ ਮੁੱਦਾ ਬਹੁਤ ਵੱਡਾ ਮੁੱਦਾ, ਪਰ ਅਸੀਂ ਤਾਂ ਭ੍ਰਿਸ਼ਟਾਚਾਰੀ ਖੁਦ ਹਾਂ। ਅਸੀਂ ਜੇਕਰ ਸਰਕਾਰੀ ਨੌਕਰੀ ਤੇ ਲੱਗ ਜਾਈਏ, ਅਸੀਂ ਤਾਂ ਹੁਣ ਤਸਲੀਮ ਵੀ ਹੋ ਸਕਦਾ ਬਹੁਤੇ ਨਾ ਕਰੀਏ। ਕਿਹੜਾ ਬੰਦਾ ਜਿਹੜਾ ਇਹ ਕਹਿੰਦਾ ਕਿ ਯਾਰ ਨੌਕਰੀ ਤਾਂ 25,000 ਆ ਤੇ 50 ਉੱਤੋਂ ਬਣ ਜਾਂਦਾ? ਇਹਦਾ ਮਤਲਬ ਉੱਪਰ ਔਰ ਥੱਲੇ ਦਾ ਕੰਮ ਕਿੱਥੋਂ ਪੈਦਾ ਹੋ ਗਿਆ? ਭ੍ਰਿਸ਼ਟਾਚਾਰੀ ਸਾਰੀਆਂ, ਕੋਈ ਵੱਧ ਹੈ ਤੇ ਕੋਈ ਘੱਟ ਹੈ। ਤੁਸੀਂ ਗੱਲ ਕੀਤੀ ਬੇਰੁਜ਼ਗਾਰੀ ਦੀ ਜੀ, ਨਸ਼ਿਆਂ ਦੀ, ਇਹ ਮੁੱਦੇ ਹੈਗੇ ਆ। ਮੁੱਦੇ ਅੱਜ ਤੱਕ ਕਾਇਮ ਵੀ ਨੇ, ਪਹਿਲਾਂ ਵੀ ਸੀ, ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹਿਣਗੇ। ਹਾਲਾਤ ਇਸ ਕਰਕੇ ਇਸ ਕਦਰ ਬਣਾ ਦਿੱਤੇ। ਹੁਣ ਪਿਛਲੀ ਚੋਣ ਆਪਾਂ ਰੋਜ਼ਾਨਾ ਦੇਖਦੇ ਹਾਂ, ਅੱਜ ਵੀ ਟਿੱਪਣੀਆਂ ਆ ਰਹੀਆਂ ਨੇ
ਕਿ ਜਦੋਂ ਆਮ ਆਦਮੀ ਪਾਰਟੀ ਪਿਛਲੀ ਪੰਜਾਬ ਵਿਧਾਨ ਸਭਾ ਚੋਣ ਹਾਰੀ, ਇਸ ਕਰਕੇ ਹਾਰ ਗਈ ਜੀ, ਉਹਨਾਂ ਨੇ ਮੁੱਖ ਮੰਤਰੀ ਦਾ ਕੋਈ ਉਮੀਦਵਾਰ ਨਹੀਂ ਐਲਾਨਿਆ। ਕੀ ਇਹ ਮੁੱਦਾ ਕੋਈ? ਤੁਸੀਂ ਕਾਰਗੁਜ਼ਾਰੀ ਦੇਖੋ, ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਐਲਾਨੇ ਹੋਇਆਂ ਨੂੰ ਜਿਤਾ ਕੇ ਉੱਥੇ ਭੇਜਦੇ ਰਹੇ ਹੋ, ਉਹਨਾਂ ਨੇ ਕੀ ਚੰਦ ਚਾੜੇ ਆ। ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹਾਂ, ਦੂਸਰੀ ਪਾਰੀ ਖੇਡ ਰਹੇ ਨੇ। ਇਹਦੇ ਤੋਂ ਪਹਿਲਾਂ ਕਾਂਗਰਸ ਦੀਆਂ ਕਿੰਨੀ ਵਾਰੀ ਸਰਕਾਰਾਂ ਬਣ ਗਈਆਂ, ਬਾਦਲਾਂ ਦੀ ਕਿੰਨੀ ਵਾਰੀ ਸਰਕਾਰ ਬਣ ਗਈ। ਜੇ ਤਾਂ ਅਸੀਂ ਇਹਨੂੰ ਮੁੱਖ ਮੰਤਰੀ ਦਾ ਚਿਹਰਾ ਦੇਖ ਕੇ ਵੋਟਾਂ ਪਾਉਣੀਆਂ ਨੇ, ਇਹਦਾ ਮਤਲਬ ਸਾਡੇ ਵਾਸਤੇ ਸਭ ਤੋਂ ਵੱਡਾ ਮੁੱਦਾ ਮੁੱਖ ਮੰਤਰੀ ਕੌਣ ਹੋਊਗਾ ਇਹ ਹੈ। ਇਹ ਗੱਲ ਸਹੀ ਹੈ ਕਿ ਸਾਨੂੰ ਜੇ ਇਹ ਪਤਾ ਹੋਵੇ ਕਿ ਭਾਈ ਮੁੱਖ ਮੰਤਰੀ ਕੌਣ ਹੋਊ, ਸਾਨੂੰ ਪਤਾ ਲੱਗ ਸਕਦਾ ਕਿ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਹੋ ਸਕਦੀ ਹੈ। ਪਰ ਜਿਹੜੀਆਂ ਕਾਰਗੁਜ਼ਾਰੀਆਂ ਅਸੀਂ ਦੇਖ ਲਈਆਂ ਕਿ ਇਹ ਤੋਂ ਵੀ ਨੀਵੇਂ ਪੱਧਰ ਦੀਆਂ ਹੋ ਸਕਦੀਆਂ ਨੇ ਜੀ। ਸਾਡੇ ਨਾਲ ਹਰ ਚੋਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ, ਇਕੱਲੇ ਵਾਅਦੇ ਨਹੀਂ, ਫਿਰ ਦਾਅਵੇ ਵੀ ਕੀਤੇ ਜਾਂਦੇ ਨੇ ਕਿ ਇੰਨੇ ਦਿਨਾਂ ਦੇ ਵਿੱਚ ਅਸੀਂ ਠੱਲ ਪਾ ਦਿਆਂਗੇ, ਅਸੀਂ ਨੱਥ ਪਾ ਲਾਂਗੇ। ਹੁਣ ਕਿਹੜੇ ਘਰ ਦੇ ਵਿੱਚ ਸਰਕਾਰੀ ਨੌਕਰੀ ਮਿਲੀ ਹੈ? ਤੇ ਦੂਸਰੀ ਗੱਲ ਇਹ ਵੀ ਹੈ ਕਿ ਸਾਡੇ ਦਿਮਾਗਾਂ ਦੇ ਵਿੱਚ ਇੱਕ ਗੱਲ ਸਰਕਾਰਾਂ ਫੀਡ ਕਰਨ ਦੇ ਵਿੱਚ ਕਾਮਯਾਬ ਹੋ ਗਈਆਂ ਕਿ ਜੇਕਰ ਅਸੀਂ ਪੜ੍ਹਨਾ ਤਾਂ ਸਾਡੇ ਵਾਸਤੇ ਨੌਕਰੀ ਸਰਕਾਰ ਦੀ ਮਿਲਣੀ ਲਾਜ਼ਮੀ ਹੈ। ਹਾਲਾਂਕਿ ਪੜ੍ਹਾਈ ਦਾ ਤੇ ਆਪਸ ਦੇ ਵਿੱਚ ਸਰਕਾਰੀ ਨੌਕਰੀ ਦਾ ਕੋਈ ਲੈਣ ਦੇਣ ਹੋਣਾ ਨਹੀਂ ਚਾਹੀਦਾ। ਪਰ ਜਿੰਨੇ ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਡੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਹੈ, ਜੇ ਅਸੀਂ ਪੜ੍ਹੇ ਹਾਂ, ਜੇ ਅਸੀਂ ਡਿਗਰੀ ਕੀਤੀ ਹੈ, ਸਾਨੂੰ ਨੌਕਰੀ ਵੀ ਮਿਲੇ, ਨੌਕਰੀ ਵੀ ਸਰਕਾਰੀ ਮਿਲੇ, ਕੀ ਉੱਥੇ ਘੱਟ ਕੰਮ ਕਰਨਾ ਪੈਂਦਾ ਇਸ ਕਰਕੇ? ਜਾਂ ਉੱਥੇ ਸਹੂਲਤਾਂ ਜ਼ਿਆਦਾ ਮਿਲ ਜਾਂਦੀਆਂ ਨੇ ਇਸ ਕਰਕੇ? ਜਾਂ ਅਸੀਂ ਆਪਣੇ ਮੁਲਕ ਨੂੰ ਕੋਈ ਸੁਧਾਰ ਨਹੀਂ ਲਿਆਉਣਾ ਚਾਹੁੰਦੇ ਇਸ ਕਰਕੇ? ਕਿਉਂਕਿ ਜਿੰਨੀਆਂ ਆਪਾਂ ਵੱਡੀਆਂ ਕੰਪਨੀਆਂ ਨੇ, ਟਾਟਾ ਦੇਖੋ, ਬਿਰਲਾ ਦੇਖੋ, ਰਿਲਾਇੰਸ ਵੇਖੋ, ਕਿੰਨੀਆਂ ਕੰਪਨੀਆਂ ਨੇ, ਸਾਰੀਆਂ ਪ੍ਰਾਈਵੇਟ ਨੇ। ਕਿ ਉਹਨਾਂ ਲੋਕਾਂ ਨੇ ਤਰੱਕੀ ਨਹੀਂ ਕੀਤੀ? ਮੌਕੇ ਤਰੱਕੀ ਦੇ ਮਿਲਣੇ ਚਾਹੀਦੇ ਨੇ। ਸਾਡੇ ਦਿਮਾਗ ਦੇ ਵਿੱਚ ਜਿੰਨੀ ਦੇਰ ਇਹ ਗੱਲ ਨਹੀਂ ਪੈਂਦੀ ਕਿ ਪੜ੍ਹਨਾ ਅਸੀਂ ਆਪਣੇ ਵਾਸਤੇ ਹੈ, ਉਚੇਰੀ ਸਿੱਖਿਆ ਅਸੀਂ ਆਪਣੇ ਵਾਸਤੇ ਪ੍ਰਾਪਤ ਕਰਨੀ ਹੈ, ਜੇ ਅਸੀਂ ਅਪਲਿਫਟ ਖੁਦ ਹੋਵਾਂਗੇ ਮੁਲਕ ਫੇਰ ਹੋਣਾ ਹੈ। ਜੇ ਅਸੀਂ ਤਰੱਕੀ ਦੇ ਸਾਧਨ ਪੈਦਾ ਕਰਨੇ ਨੇ ਤਾਂ ਸਾਡੇ ਵਾਸਤੇ ਪੜ੍ਹਾਈ ਬਹੁਤ ਜ਼ਰੂਰੀ ਹੈ। ਜੇ ਅਸੀਂ ਤਰੱਕੀ ਦੇ ਸਾਧਨ ਪੈਦਾ ਕਰਨੇ ਨੇ, ਸਾਡੇ ਵਾਸਤੇ ਮੁੱਢਲੀ ਸਿਹਤ ਸਹੂਲਤ ਬਹੁਤ ਜ਼ਰੂਰੀ ਹੈ, ਜਿਹੜੀਆਂ ਅੱਜ ਕੱਲ੍ਹ ਹੈ ਨਹੀਂ ਜੀ। ਹੁਣ ਇਹ ਮੁੱਦਿਆਂ ਨੂੰ ਜਿੰਨੀ ਦੇਰ ਲੋਕ ਆਪਣੇ ਮੁੱਦੇ ਨਹੀਂ ਸਮਝਣ, ਕਿਉਂਕਿ ਮੁੱਦੇ ਸਿਰਫ ਉਹ ਨੇ ਜਿਹੜੇ ਮੇਰੇ ਪਰਸਨਲ ਨੇ। ਮੈਂ ਅੱਗੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ, ਜਦੋਂ ਪਾਣੀਆਂ ਦਾ ਮੁੱਦਾ ਹੋਇਆ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਠੋਕ ਕੇ ਉੱਥੇ ਸਟੈਂਡ ਲੈ ਲਿਆ। ਮੈਂ ਆਪਣੇ ਪਿੰਡ ਦੇ ਵਿੱਚ ਜਾ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਤਾਂ ਬਹੁਤ ਵਧੀਆ ਕੰਮ ਕਰ ਦਿੱਤਾ ਤੇ ਹੁਣ ਪੰਜਾਬ ਦਾ ਪਾਣੀ ਬਚ ਜੂ। ਉਹ ਕਹਿੰਦੇ ਆਪਾਂ ਨੂੰ ਕੀ ਇਹ ਮੁੱਦਾ ਤਾਂ ਹੈ ਨਹੀਂ ਸੀ, ਨਾ ਆਪਣੇ ਨਹਿਰੀ ਪਾਣੀ ਲੱਗਦਾ, ਨਾ ਕੋਈ ਸੂਆ, ਨਾ ਕੋਈ ਕੱਸੀ। ਉਹ ਕਹਿੰਦੇ ਵੀ ਉਹ ਮੁੱਦਾ ਆਪਣਾ ਹੈ ਜਿਹੜਾ ਆਪਣੇ ਨਾਲ ਸਿੱਧਾ ਸੰਬੰਧਿਤ ਹੈ। ਪੰਜਾਬ ਢੱਠੇ ਖੂਹ 'ਚ ਜਾਂਦਾ ਜਾਵੇ, ਜਿੰਨੀ ਦੇਰ ਜਿਹੜਾ ਕੋਈ ਲਿਆ ਸਟੈਂਡ, ਜਿਹੜਾ ਕੋਈ ਲਿਆ ਫੈਸਲਾ ਮੈਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਨਹੀਂ ਕਰਦਾ, ਮੈਨੂੰ ਉਨੀ ਦੇਰ ਲੱਗਦਾ ਕਿ ਮੁੱਦਾ ਨਹੀਂ ਹੈ। ਬਿਲਕੁਲ ਬੈਨੀਪਾਲ ਸਾਹਿਬ, ਮੈਂ ਨਾ ਛੋਟੇ ਦੋ ਤਿੰਨ ਨੁਕਤੇ ਸੀ, ਕਿਉਂਕਿ ਮੈਂ ਸੋਚ ਰਿਹਾ ਸੀ ਕਿ ਮਸਲਾ ਐਤਕੀ ਕਿੱਧਰ ਨੂੰ ਜਾਊਗਾ। ਪਹਿਲੀ ਗੱਲ ਕਿ ਸਾਨੂੰ ਇਸ ਗੱਲ ਦੇ ਵਿੱਚ ਵਖਰੇਵਾਂ ਕਰਨਾ ਪਊਗਾ ਕਿ ਸਿਆਸਤਦਾਨਾਂ ਦਾ ਮੁੱਦਾ ਕਿਹੜਾ ਤੇ ਲੋਕਾਂ ਦਾ ਮੁੱਦਾ ਕਿਹੜਾ। ਮੁੱਖ ਮੰਤਰੀ ਕੌਣ ਹੋਏਗਾ, ਟਿਕਟ ਕਿਹਨੂੰ ਦਿੱਤੀ ਜਾਊਗੀ, ਗੱਠਜੋੜ ਕਿਹਦੇ ਨਾਲ ਹੋਏਗਾ, ਕਿਹਨੂੰ ਲਾਉਣਾ ਹੈ ਤੇ ਕਿਹਨੂੰ ਲਾਉਣਾ ਹੈ, ਇਹਦਾ ਸਿਆਸੀ ਮੁੱਦਾ ਹੈ। ਸਿਆਸੀ ਮੁੱਦੇ ਆ, ਇਹ ਉਹਨਾਂ ਦੇ ਮਾਫਕ ਨੇ, ਇਹ ਸਾਡੇ ਲਈ ਨਹੀਂ ਹੈ, ਆਮ ਲੋਕਾਂ ਲਈ ਨਹੀਂ। ਸਾਡੇ ਮੁੱਦੇ ਤਾਂ ਉਹ 5-7 ਜਿਹੜੇ ਆਪਾਂ ਗਿਣੇ ਨੇ, ਭਾਵੇਂ ਉਹ 'ਚ ਭ੍ਰਿਸ਼ਟਾਚਾਰ ਹੈ, ਸਿਹਤ ਹੈ, ਸਿੱਖਿਆ ਹੈ, ਭਾਵੇਂ ਉਹਦੇ ਵਿੱਚ ਮਹਿੰਗਾਈ ਹੈ, ਹਰ ਇੱਕ ਬੰਦੇ ਨੂੰ ਮੁੱਢਲੀਆਂ ਜਿਹੜੀਆਂ ਸਹੂਲਤਾਂ ਮਿਲਣ ਦੀ ਗੱਲ ਹੈ। ਜੇ ਸਿਹਤ ਤੇ ਸਿੱਖਿਆ ਹੱਲ ਹੋ ਗਈ ਨਾ, ਬਹੁਤ ਕੁਝ ਹੱਲ ਹੋ ਜਾਣਾ। ਹੁਣ ਬੈਨੀਪਾਲ ਸਾਹਿਬ ਦੇਖੋ, ਰੌਲਾ ਇਸ ਗੱਲ ਦਾ ਹੈ ਕਿ ਆਮ ਲੋਕਾਂ ਨੂੰ ਭੱਚੇ ਚਲਾਉਂਦੇ ਆ। ਮੈਂ ਕਹਿੰਦਾ ਕਿ 2022 ਦੀ ਚੋਣ ਇਹ ਮਤ ਸਮਝੋ ਕਿ ਸਿਆਸੀ ਪਾਰਟੀਆਂ ਨੇ ਲੜਨੀ ਹੈ, ਇਹ ਸਮਝੋ ਕਿ ਤੁਸੀਂ ਲੜਨੀ ਹੈ, ਪੰਜਾਬ ਦੇ ਲੋਕਾਂ ਨੇ ਲੜਨੀ ਹੈ। ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਹੋ ਕੋਈ ਲੈਣਾ ਦੇਣਾ ਨਹੀਂ, ਕਿਹਨੂੰ ਤੁਸੀਂ ਵੋਟ ਪਾਉਂਦੇ ਹੋ ਕੋਈ ਲੈਣਾ ਨਹੀਂ, ਉਹ ਤੁਹਾਡਾ ਨਿੱਜੀ ਫੈਸਲਾ ਹੈ। ਰੌਲਾ ਇਸ ਗੱਲ ਦਾ ਕਿ ਤੁਸੀਂ ਇਹ ਦੇਖਣਾ ਹੈ ਕਿ ਮੈਨੀਫੈਸਟੋ ਦੇ ਵਿੱਚ ਕੀ ਲਿਖਿਆ ਜਾਂਦਾ ਹੈ। ਬੈਨੀਪਾਲ ਸਾਹਿਬ, ਉਹ ਪਾਰਟੀ ਗਲਤ ਹੈ ਜਿਹੜੀ ਪਾਰਟੀ ਇਹ ਕਹਿੰਦੀ ਹੈ ਕਿ ਆ ਵੀ ਮੁਫਤ ਦੇ ਦੂੰ, ਆ ਵੀ ਮੁਫਤ ਦੇ ਦੂੰ ਤੇ ਆ ਵੀ ਮੁਫਤ ਦੇ ਦੂੰ। ਉਹ ਸਹੀ ਹੋ ਸਕਦੀ ਹੈ ਜੇ ਉਹ ਨਾਲ ਇਹ ਕਹੇ ਕਿ ਖੰਡ ਪੱਤੀ ਚੌਲ ਦਾਲ ਦੇਣੀ ਹੈ, ਅਸੀਂ ਸਿਹਤ ਸਹੂਲਤਾਂ ਮੁਫਤ ਦੇਣੀਆਂ, ਅਸੀਂ ਐਜੂਕੇਸ਼ਨ ਮੁਫਤ ਦੇਣੀ ਹੈ, ਅਸੀਂ ਤੁਹਾਨੂੰ ਇੰਨੇ ਪੈਸੇ ਮੁਫਤ ਦੇਣੇ ਆ, ਪਰ ਉਹਦਾ ਇੰਨਾ ਬਜਟ ਬਣਦਾ, ਉਹਦਾ ਇੰਨਾ ਖਰਚਾ, ਤੇ ਉਹ ਖਰਚਾ ਅਸੀਂ ਇੱਥੋਂ ਪੂਰਾ ਕਰਨਾ ਹੈ। ਪੰਜਾਬ ਕਰਜ਼ਾਈ ਹੈ, ਪੈਸੇ ਸਾਡੇ ਕੋਲੇ ਹੈ ਨਹੀਂ। ਜੇ ਕੋਈ ਸਿਆਸੀ ਪਾਰਟੀ ਤੁਹਾਨੂੰ ਇਲੈਕਸ਼ਨ ਮੈਨੀਫੈਸਟੋ 'ਚ ਇਹ ਨਹੀਂ ਦੱਸਦੀ ਕਿ 15,000 ਕਰੋੜ ਦੀਆਂ ਅਸੀਂ ਮੁਫਤ ਸਹੂਲਤਾਂ ਦੇਣੀਆਂ ਤੇ 15,000 ਕਰੋੜ ਰੁਪਈਆ ਅਸੀਂ ਇੱਥੋਂ ਜਨਰੇਟ ਕਰਨਾ, ਜੇ ਤਾਂ ਉਹ ਨਾਲ ਇਹ ਦੱਸਦੇ ਆ ਕਿ ਆਹ ਖਰਚਾ ਹੈ, ਆਹ ਆਮਦਨ ਦੇ ਵਸੀਲੇ ਹੈ, ਤਾਂ ਸਮਝ ਲਓ ਕਿ ਉਹਨਾਂ ਦੇ ਕੋਲ ਇੱਕ ਪਲਾਨ ਹੈਗਾ ਕਿ ਤੁਹਾਨੂੰ ਸਹੂਲਤਾਂ ਦੇਣ ਦੇ ਲਈ ਉਹਨਾਂ ਨੇ ਕਿੱਥੋਂ ਲਿਆਉਣੀ। ਜੇ ਉਹਨਾਂ ਕੋਲ ਪਲਾਨ ਹੈ ਨਹੀਂ ਬੈਨੀਪਾਲ ਸਾਹਿਬ, ਫਿਰ ਸਰਕਾਰੀ ਪ੍ਰਾਪਰਟੀਆਂ ਵੇਚਣੀਆਂ ਉਹਨਾਂ ਨੇ, ਫਿਰ ਉਹ ਗਹਿਣੇ ਧਰਨੀਆਂ, ਉਹ ਵੀ ਇਲੈਕਸ਼ਨ ਦੇ ਨੇੜੇ ਜਾ ਕੇ, ਫਿਰ ਉਹਨਾਂ ਨੇ ਕਰਜ਼ਾ ਚੱਕ ਕੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਜਾਂ ਵਾਅਦਿਆਂ ਤੋਂ ਮੁੱਕਰਨਾ। ਇਹ ਗੱਲ ਤਾਂ ਪੱਕੀ ਹੈ, ਇੱਥੇ ਲੋਕਾਂ ਦੇ ਨਾਲ ਝੂਠ ਹੋ ਜਾਣਾ। ਦੂਸਰੀ ਗੱਲ ਬੈਨੀਪਾਲ ਸਾਹਿਬ ਜਿਹੜੀ ਮੈਨੂੰ ਲੱਗਦੀ ਹੈ ਇਸ ਵੇਲੇ ਸਾਨੂੰ ਚੰਗੇ ਤਰੀਕੇ ਮਹਿਸੂਸ ਕਰਨੀ ਚਾਹੀਦੀ ਹੈ, ਪਿਛਲੀ ਚੋਣ ਦੇ ਵਿੱਚ 3-4 ਮੁੱਦੇ ਸੀ। ਇੱਕ ਸੀ ਕਿ ਰੇਤਾ ਤੇ ਬਜਰੀ ਮਹਿੰਗੀ ਮਿਲਦੀ ਹੈ ਜੀ, ਨਾਜਾਇਜ਼ ਮਾਈਨਿੰਗ ਹੁੰਦੀ ਹੈ। ਮੈਂ ਕਹਿੰਦਾ ਮੁੱਦਾ ਬਣਿਆ ਬਹੁਤ ਚੰਗਾ,
ਪਰ 2017 ਦਾ ਮੁੱਦਾ ਉਹੀ ਮੁੱਦਾ 2022 ਚ ਸਾਡੇ ਗਲ ਕਿਉਂ ਪਵੇ? ਜੇ ਸਾਡੀਆਂ ਸਰਕਾਰਾਂ ਨੇ, ਸਾਡੀਆਂ ਵਿਰੋਧੀ ਧਿਰਾਂ ਨੇ ਸ਼ਿੱਦਤ ਦੇ ਨਾਲ ਉਹ ਮੁੱਦਾ ਚੁੱਕਿਆ ਹੁੰਦਾ ਤੇ ਹੁਣ ਨੂੰ ਹੱਲ ਹੁੰਦਾ। ਅਸੀਂ ਕਿਸੇ ਦੂਸਰੇ ਮੁੱਦੇ ਦੇ ਉੱਤੇ ਐਤਕੀ ਵਿਚਾਰਾਂ ਕਰਦੇ। ਜੇ ਸਾਨੂੰ ਇੱਕੋ ਹੀ ਮੁੱਦਾ 25 ਸਾਲੀ ਵੀ ਰਗੜਨਾ ਪੈ ਰਿਹਾ ਤਾਂ ਬੈਨੀਪਾਲ ਸਾਹਿਬ ਇਹਦਾ ਮਤਲਬ ਇਹ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਭਾਵੇਂ ਉਹ ਕੋਈ ਵੀ ਹੋਣ, ਸਾਨੂੰ ਰਗੜਨ ਦੇ ਵਿੱਚ ਕਾਮਯਾਬ ਨੇ। ਉਹਨਾਂ ਨੂੰ ਪਤਾ ਹੈ ਕਿ 25 ਸਾਲ ਪਹਿਲਾਂ ਵੀ ਇਹਨਾਂ ਨੂੰ 5 ਸਾਲ ਪਹਿਲਾਂ ਅਸੀਂ ਮੂਰਖ ਬਣਾ ਲਿਆ ਸੀ, 5 ਸਾਲ ਬਾਅਦ ਵੀ ਮੂਰਖ ਬਣਾ ਲਿਆ। ਹੁਣ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ 2017 ਚ ਸੀ, ਹੁਣ ਵੀ ਇਸ ਮੁੱਦੇ ਤੇ ਹੁਣ ਵੀ ਹੈ, ਹੱਲ ਕਿਉਂ ਨਹੀਂ ਹੋਇਆ ਬਈ? ਪੁੱਛਣ ਦੀ ਗੱਲ ਤਾਂ ਇਹ ਹੈ, ਭਾਵੇਂ ਸੱਤਾਧਾਰੀ ਨੇ ਭਾਵੇਂ ਵਿਰੋਧੀ ਨੇ, ਮੁੱਦਾ ਕਿਉਂ ਨਹੀਂ ਹੱਲ ਹੋਇਆ? ਜੇ ਸਾਰੀਆਂ ਪਾਰਟੀਆਂ ਕਹਿੰਦੀਆਂ ਗਲਤ ਹੈ ਤਾਂ ਇਕੱਠੀਆਂ ਹੋ ਕੇ ਜਾ ਕੇ ਕੇਂਦਰ ਸਰਕਾਰ ਕੋ ਪਿੱਟੀਆਂ ਕਿਉਂ ਨਹੀਂ? ਇਕੱਠੀਆਂ ਹੋ ਕੇ ਜਾ ਕੇ ਮੁੱਦਾ ਹੱਲ ਕਰਾਇਆ ਕਿਉਂ ਨਹੀਂ? ਇੱਕ ਦੂਜੇ ਦੇ ਝੱਗੇ ਕਿਉਂ ਪਾੜਦੇ ਰਹੇ ਹੈ? ਜਦੋਂ ਤੱਕ ਬੈਨੀਪਾਲ ਸਾਹਿਬ ਇੱਕ ਮੁੱਦਾ ਇੱਕ ਤੋਂ ਵੱਧ ਵਾਰ ਚੋਣਾਂ ਦਾ ਮੁੱਖ ਮੁੱਦਾ ਬਣਦਾ ਨਾ, ਸਮਝ ਲਓ ਕਿ ਉਹ ਸਿਆਸਤਦਾਨਾਂ ਦਾ ਮੁੱਦਾ ਹੈ, ਪੰਜਾਬ ਦੇ ਲੋਕਾਂ ਦਾ ਮੁੱਦਾ ਉਹ ਹੈ ਹੀ ਨਹੀਂ। ਤੇ ਜੇ ਸਾਨੂੰ ਅਜੇ ਵੀ ਇਹ ਗੱਲ ਸਮਝ ਨਹੀਂ ਆਉਂਦੀ, ਹੁਣ 3 ਚੀਜ਼ਾਂ ਨੇ ਜੀ ਬੈਨੀਪਾਲ ਸਾਹਿਬ। ਕਿੰਨੀ ਵਾਰੀ ਅਸੀਂ ਦੇਖਿਆ ਕਾਂਗਰਸ ਦੀ ਕੇਂਦਰ 'ਚ ਸਰਕਾਰ ਹੁੰਦੀ ਸੀ, ਅਕਾਲੀ ਸੂਬੇ 'ਚ ਹੁੰਦੇ ਸੀ ਜੀ, ਇਹਨਾਂ ਨੇ ਇਹੀ ਕਹਿਣਾ ਕਿ ਜੀ ਦੇਖੋ ਸੂਬਿਆਂ ਨਾਲ ਧੱਕਾ ਹੁੰਦਾ, ਕੇਂਦਰ ਧੱਕਾ ਕਰਦਾ। ਅਸੀਂ ਕਿੰਨੀਆਂ ਹੀ ਚੋਣਾਂ ਦੇਖੀਆਂ ਜਿਹੜੀਆਂ ਕਿ ਕੇਂਦਰ ਤੇ ਸੂਬੇ ਦੇ ਆਪਸੀ ਸਬੰਧਾਂ ਦੇ ਮੁੱਦੇ ਤੇ ਲੜੀਆਂ ਗਈਆਂ। ਅਸੀਂ ਤਾਂ ਜੀ ਡਿਵੈਲਪਮੈਂਟ ਚਾਹੁੰਦੇ ਆ, ਦਿੱਲੀ ਵਾਲੇ ਸਾਡੇ ਨਾਲ ਧੱਕਾ ਕਰਦੇ ਆ, ਕਰਦੇ ਵੀ ਰਹੇ ਆ, ਆਪਾਂ ਇਸ ਗੱਲ ਤੋਂ ਮੁਨਕਰ ਥੋੜੀ ਆ। ਪਰ ਐਤਕੀ ਸਥਿਤੀ ਦੇਖੋ ਕੀ ਹੈ। ਐਤਕੀ ਅਕਾਲੀ ਕੇਂਦਰ ਦੇ ਵਿੱਚ ਹਿੱਸੇਦਾਰ ਨੇ, ਸੱਤਾਧਾਰੀ ਨੇ। ਐਤਕੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ, ਉਹ ਕਹਿੰਦੇ ਸਾਡੇ ਨਾਲ ਧੱਕਾ ਹੁੰਦਾ। ਜਾਣੀ ਕਿ ਮੁੱਦਾ ਫਿਰ ਉਹੀ ਰਹਿ ਜਾਣਾ ਕਿ ਕੇਂਦਰ ਤੇ ਸੂਬਿਆਂ ਦੇ ਸੰਬੰਧ ਕੀ ਹੈ, ਅਧਿਕਾਰ ਕਿਹਦੇ ਕੋਲੇ ਵੱਧ ਨੇ, ਕਿਹਦੇ ਕੋਲ ਘੱਟ ਨੇ। ਜੇ ਅਸੀਂ 5-6 ਦਹਾਕੇ ਬਾਅਦ ਵੀ ਉਸੇ ਹੀ ਮੁੱਦੇ ਤੇ ਲੜੀ ਜਾਣਾ ਹੈ ਕਿ ਦਿੱਲੀ ਧੱਕਾ ਕਰਦੀ ਹੈ, ਮੈਂ ਨਹੀਂ ਕਹਿੰਦਾ ਕਿ ਉਹ ਮੁੱਦਾ ਨਹੀਂ ਹੈ, ਪਰ ਘੱਟੋ ਘੱਟ ਉਸ ਮੁੱਦੇ ਦੇ ਹੱਲ ਵੱਲ ਵਧੀਏ, ਨਾਲ ਲੋਕਾਂ ਦੇ ਮੁੱਦੇ ਤੋਂ ਚੁੱਕੇ ਜਾਣ। 3 ਚੀਜ਼ਾਂ, ਬਿਜਲੀ ਜਿਹੜਾ ਐਤਕੀ ਆਰਡੀਨੈਂਸ ਜਾਰੀ ਹੋਣਾ, ਖੇਤੀਬਾੜੀ ਦੇ 3 ਆਰਡੀਨੈਂਸ, ਇਹਨਾਂ ਦੋਨਾਂ ਚੀਜ਼ਾਂ ਦਾ ਕੈਪਟਨ ਸਾਹਿਬ ਵਿਰੋਧ ਕਰਦੇ ਆ। ਉਹਨਾਂ ਨੇ ਮੁੱਦਾ ਇਹ ਭੜਕਾਉਣਾ ਹੈ, ਅੱਗੇਲੇ ਪਾਸੇ ਨੂੰ ਲੈ ਕੇ ਜਾਣਾ ਹੈ ਕਿ ਭਾਈ ਆ ਦੇਖੋ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਧੱਕਾ ਕੀਤਾ ਹੈ, ਧੋਖਾ ਕੀਤਾ ਹੈ ਤੇ ਅਕਾਲੀ ਨਾਲ ਰਲੇ ਹੋਏ ਆ। ਉਹਨਾਂ ਨੇ ਇਹ ਕਹਿਣਾ, ਉਹਨਾਂ ਦੇ ਲਈ ਕੰਮ ਸੌਖਾ ਹੋ ਗਿਆ। ਦੂਸਰੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਹੈ, ਉਸ ਮੁੱਦੇ ਤੇ ਇਹ ਕਹਿੰਦੇ ਕਿ ਅਸੀਂ ਜਾਂਚ ਕਰਨੀ ਹੈ, ਸੀਬੀਆਈ ਕਹਿੰਦੀ ਕਿ ਤੁਸੀਂ ਕਰ ਨਹੀਂ ਸਕਦੇ, ਸੀਬੀਆਈ ਕੇਂਦਰ ਸਰਕਾਰ ਦੇ ਅਧੀਨ ਹੈ। ਕੈਪਟਨ ਸਾਹਿਬ ਨੂੰ ਉਹ ਵੀ ਮੁੱਦਾ ਲੱਭ ਪਿਆ, ਜਾਨੀ ਕਿ ਬਿਜਲੀ ਆਰਡੀਨੈਂਸ, ਖੇਤੀਬਾੜੀ ਦੇ ਆਰਡੀਨੈਂਸ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ। ਉਸ ਮੁੱਦੇ ਤੇ ਐਤਕੀ ਸੱਤਾਧਾਰੀ ਧਿਰ ਦੀ ਪੂਰੀ ਖੇਚਲ ਰਹਿਣੀ ਹੈ, ਕੋਸ਼ਿਸ਼ ਰਹਿਣੀ ਹੈ ਕਿ ਅਸੀਂ ਪੰਜਾਬ ਤੇ ਦਿੱਲੀ ਵਾਲਾ ਮਸਲਾ ਜਿਹੜਾ ਉਹਨੂੰ ਉਭਾਰੀਏ। ਉਹਦੇ ਵਿੱਚ ਭ੍ਰਿਸ਼ਟਾਚਾਰ ਵੀ ਰੁਲ ਜਾਣਾ ਹੈ, ਉਹਦੇ ਵਿੱਚ ਬਿਜਲੀ ਦੂਸਰੇ ਮੁੱਦੇ ਵੀ ਰੁਲ ਜਾਣੇ, ਬਿਜਲੀ ਦੇ ਬਿੱਲਾਂ ਦਾ ਮੁੱਦਾ ਵੀ, ਸਿੱਖਿਆ ਵੀ, ਸਿਹਤ ਵੀ। ਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਫੇਰ ਕਿਸੇ ਨਾ ਕਿਸੇ ਮੁੱਦੇ ਦੀ ਤਲਾਸ਼ ਦੇ ਵਿੱਚ ਹੋਏਗਾ। ਪਰ ਆਮ ਲੋਕਾਂ ਦੇ ਮੁੱਦੇ ਮਨਫੀ ਨੇ। ਇਹ ਆਮ ਲੋਕ ਅਜੇ 1.5 ਸਾਲ ਪਹਿਲਾਂ ਪ੍ਰੈਸ਼ਰ ਕ੍ਰੀਏਟ ਕਰ ਸਕਦੇ ਆ ਕਿ ਭਾਈ ਪੁਰਾਣੇ ਮੁੱਦਿਆਂ ਤੇ ਨਾ ਸਾਨੂੰ ਰਗੜੋ, ਸਾਨੂੰ ਸਾਡੀਆਂ ਗੱਲਾਂ ਤੇ ਆਓ। ਜੇ ਤਾਂ ਅਸੀਂ ਸਿਆਸਤਦਾਨਾਂ ਦੇ ਫੁੱਟਬਾਲ ਨਾਲ ਖੇਡਣਾ, ਫਿਰ ਗੋਲ ਭਾਈ ਤੁਹਾਡੇ ਵਾਲੇ 'ਚ ਹੀ ਹੋਣਾ। WhatsApp ਜੇ ਆਪਾਂ ਥੋੜਾ ਜਿਹਾ ਸਿਆਸਤ ਤੋਂ ਖਲੇਪੜ ਲਾਈਏ ਨਾ, ਆ ਜਾਓ, ਪਤਾ ਲੱਗ ਜਾਣਾ ਸਭ ਤੋਂ ਛੋਟੀ ਚੋਣ ਤੇ ਅਹਿਮ ਚੋਣ, ਵਕਾਰੀ ਚੋਣ ਜਿਹਨੂੰ ਗਿਣਿਆ ਜਾਂਦਾ, ਪੰਚਾਇਤ ਦੀ ਹੁੰਦੀ ਹੈ। ਪੰਚਾਇਤੀ ਚੋਣਾਂ ਵੀ, ਪੰਚਾਇਤ ਦੀਆਂ ਗ੍ਰਾਂਟਾਂ ਵੀ ਅੱਜ ਵੀ 70-72 ਸਾਲ ਹੋ ਗਏ ਭਾਰਤ ਨੂੰ ਆਜ਼ਾਦ ਹੋਇਆ ਨੂੰ, ਗਲੀਆਂ ਨਾਲੀਆਂ ਤੇ ਲੜੀਆਂ ਜਾਂਦੀਆਂ ਨੇ ਨਾ। ਗ੍ਰਾਂਟਾਂ ਵੀ ਬਹੁਤੀਆਂ ਗਲੀਆਂ ਨਾਲੀਆਂ ਤੇ ਆ ਰਹੀਆਂ ਨੇ ਜੀ। ਇਹਦਾ ਮਤਲਬ ਸਾਡਾ ਵੀ ਪੱਧਰ ਉੱਥੇ ਕੀ ਖੜਾ ਹੈ। ਹੁਣ ਦੂਜੇ ਪਾਸੇ ਆਪਾਂ ਪੰਜਾਬ ਵਿਧਾਨ ਸਭਾ ਤੇ ਆ ਜਾਂਦੇ ਹਾਂ। ਪੰਜਾਬ ਪੰਜਾਬੀ ਸੂਬਾ ਜਦੋਂ ਬਣਿਆ, ਹਰਿਆਣਾ ਤੇ ਹਿਮਾਚਲ ਕੱਢ ਕੇ ਲੜਾਈ ਇਸ ਪੱਖ ਤੇ ਸੀ ਕਿ ਪੰਜਾਬੀ ਬੋਲਦੇ ਇਲਾਕਿਆਂ ਦਾ ਸੂਬਾ ਭਾਸ਼ਾ ਦੇ ਆਧਾਰ ਤੇ ਜਦੋਂ ਐਕਟ ਬਣਿਆ ਹੋਇਆ ਜੀ, ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬਾ ਹੋਵੇ, ਸੂਬੀ ਤਾਂ ਬਣ ਗਈ। ਪਰ ਉਹਦੇ ਤੋਂ ਬਾਅਦ ਹਰ ਇੱਕ ਚੋਣ ਦੇ ਵਿੱਚ ਹਰ ਇੱਕ ਸਿਆਸੀ ਪਾਰਟੀ ਇਹ ਕਹਿੰਦੀ ਹੈ ਕਿ ਪੰਜਾਬੀ ਬੋਲਦੇ ਇਲਾਕੇ ਅਸੀਂ ਪੰਜਾਬ ਨੂੰ ਦਬਾ ਕੇ ਰਹਾਂਗੇ। ਹਰ ਇੱਕ ਚੋਣ ਤੋਂ ਪਹਿਲਾਂ ਚੰਡੀਗੜ੍ਹ ਦਾ ਮਾਮਲਾ ਵੀ ਆਉਂਦਾ ਕਿ ਚੰਡੀਗੜ੍ਹ ਪੰਜਾਬ ਦਾ, ਹਰਿਆਣੇ ਦਾ ਨਹੀਂ। SYL ਲਿੰਕ ਨਹਿਰ ਦਾ ਵੀ ਹਰ ਵਾਰ ਰੌਲਾ ਪੈਂਦਾ। ਪੰਜਾਬ ਦਾ ਪਾਣੀ ਭਾਵੇਂ ਰਾਜਸਥਾਨ ਨੂੰ ਜਾ ਰਿਹਾ, ਭਾਵੇਂ ਹਰਿਆਣੇ ਨੂੰ ਜਾ ਰਿਹਾ, ਉਹ ਵੀ ਰੌਲਾ ਪਾਉਂਦੇ ਨੇ, ਸਿਆਸੀ ਪਾਰਟੀਆਂ ਪਾਉਂਦੀਆਂ ਨੇ। ਇਹਦਾ ਮਤਲਬ ਮੁੱਦੇ ਤਾਂ ਬਦਲੇ ਨਹੀਂ। ਇਹ ਮੁੱਦੇ ਸਿਰਫ ਤੇ ਸਿਰਫ ਸਿਆਸੀ ਨੇ। 1984 ਜਿਹੜਾ ਦੁਖਾਂਤ ਵਾਪਰਿਆ ਵੱਡੇ ਪੱਧਰ ਤੇ, ਇੱਕ ਜਮਾਤ ਸਿਰਫ ਸਿੱਖ ਭਾਈਚਾਰੇ ਦਾ ਕਤਲੇਆਮ ਕੀਤਾ ਗਿਆ, ਸਿੱਖ ਵਿਰੋਧੀ ਕਤਲੇਆਮ ਦਾ ਨਸਲਕੁਸ਼ੀ ਕਹਿ ਲਈਏ, ਉਹ ਮੁੱਦਾ ਵੀ ਸਾਹਮਣੇ ਆਉਂਦਾ। ਹੁਣ ਉਸੇ ਤਰ੍ਹਾਂ ਦਾ ਮੁੱਦਾ ਬੇਅਦਬੀ ਵਾਲਾ ਮੁੱਦਾ ਵੀ ਹੈ। ਇਹ ਜਿਹੜੇ ਮੁੱਦੇ ਨੇ ਸਿਰਫ ਤੇ ਸਿਰਫ ਚੋਣਾਂ ਵੇਲੇ ਖੜੇ ਕੀਤੇ ਜਾਣਗੇ, ਉਹ ਤੋਂ ਬਾਅਦ ਇਹਨਾਂ ਨੂੰ ਠੰਡੇ ਵਾਸਤੇ 'ਚ ਪਾ ਦਿੱਤਾ ਜਾਂਦਾ ਹੈ। ਕਦੇ ਹੁਣ ਗੱਲ ਸੁਣੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੀਟਿੰਗ ਕਰ ਰਹੇ ਹੁਣ ਤੇ ਕਹਿੰਦੇ ਹੁਣ ਭਾਈ ਅਸੀਂ ਪਾਣੀਆਂ ਦੇ ਮੁੱਦੇ ਵਾਸਤੇ ਚੱਲੇ ਹਾਂ। ਕਦੇ ਕਹਿੰਦੇ ਸੁਣੇ ਨੇ ਕਿ ਚੰਡੀਗੜ੍ਹ ਸਾਨੂੰ ਹੀ ਚਾਹੀਦਾ, ਕਦੇ ਕਹਿੰਦੇ ਸੁਣੇ ਨੇ ਕਿ ਅਸੀਂ SYL ਹੁਣ ਭਾਈ ਅਸੀਂ ਜਾਣ ਨਹੀਂ ਦੇਣੀ ਜੀ। ਸੋ ਇਹ ਮੁੱਦੇ ਸਿਰਫ ਚੁਣਾਵੀ ਮੁੱਦੇ ਨੇ।
ਪਰ ਲੋਕਾਂ ਦੇ ਜਜ਼ਬਾਤਾਂ ਨਾਲ ਇਹ ਪਹਿਲਾਂ ਖੇਡਣਾ ਸ਼ੁਰੂ ਕਰ ਦੇਣਾ ਹੈ। ਜਿੰਨੀ ਦੇਰ ਤੱਕ ਲੋਕਾਂ ਨੂੰ ਇਹ ਸਮਝ ਨਹੀਂ ਆਉਣੀ ਕਿ ਇਹ ਮੁੱਦੇ ਸਿਰਫ ਸਿਆਸਤਦਾਨ ਹਰ ਵਾਰ 50 ਸਾਲਾਂ ਤੋਂ ਬਾਅਦ ਉਠਾਉਂਦੇ ਨੇ। 50 ਸਾਲਾਂ ਬਾਅਦ ਕਿਉਂ? ਚੋਣ ਜਿੱਤਣ ਤੋਂ ਬਾਅਦ ਇਹਦੇ ਤੇ ਕੰਮ ਕਿਉਂ ਨਹੀਂ ਸ਼ੁਰੂ ਹੁੰਦਾ? ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਭ੍ਰਿਸ਼ਟਾਚਾਰ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ। ਹੁਣ ਨਿੱਕੀ ਨਿੱਕੀ ਗੱਲ ਤੇ ਆਪਾਂ ਜੇ ਦੇਖੀ ਆ, ਪਿਛਲੇ ਦਿਨਾਂ ਦਾ ਆਪਾਂ ਜ਼ਿਕਰ ਕੀਤਾ ਸੀ ਕਈ ਦਿਨ ਪਹਿਲਾਂ ਕਿ ਹਾਈ ਕੋਰਟ ਨੂੰ ਮਾਣਯੋਗ ਅਦਾਲਤ ਨੂੰ ਕਹਿਣਾ ਪੈ ਰਿਹਾ ਹੈ ਮਾਈਨਿੰਗ ਦੇ ਮਾਮਲੇ ਤੇ। ਇਹਦਾ ਮਤਲਬ ਜਿਹੜੀ ਧਿਰ ਮਾਈਨਿੰਗ ਕਰ ਰਹੀ ਹੈ ਜਾਂ ਕਰਵਾ ਰਹੀ ਹੈ, ਫਿਰ ਉਹ ਖੱਡਿਆਂ ਨੂੰ ਪੂਰਿਆ ਜਾ ਰਿਹਾ ਹੈ ਕਿ ਇਹ ਭ੍ਰਿਸ਼ਟਾਚਾਰ ਨਹੀਂ। ਜਿਹੜੇ ਤੁਹਾਡੇ ਨਾਲ ਚੋਣ ਮਨੋਰਥ ਪੱਤਰ ਤੁਸੀਂ ਮੈਨੀਫੈਸਟੋ ਦਾ ਜ਼ਿਕਰ ਕਰ ਰਹੇ ਹੋ, ਹੋਣਾ ਤੇ ਚਾਹੀਦਾ ਕਿ ਮੈਨੀਫੈਸਟੋ ਨੂੰ ਕਾਨੂੰਨੀ ਰੁਤਬਾ ਮਿਲੇ। ਤੁਸੀਂ ਮੁੱਦੇ ਉਹਦੇ 'ਚ 20, 50, 60, 70, 80 ਜਿੰਨੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹਨਾਂ 'ਚ ਪੂਰਾ ਕੋਈ ਕੀਤਾ ਹੀ ਨਹੀਂ। ਫਿਰ ਤੁਸੀਂ ਮੇਰੇ ਕੋਲ ਮੇਰੀ ਮੰਨ ਲਓ ਜੇਬ 'ਚ $100 ਹੈ, ਮੈਂ ਤੁਹਾਡੇ ਨਾਲ ਵਾਅਦਾ ਕਰੀ ਜਾਵਾਂ ਤੁਹਾਨੂੰ ਨਵਾਂ ਕੋਟ ਵੀ ਲਿਆ ਦੂੰ, ਮੈਂ ਤੁਹਾਨੂੰ ਨਵੀਂ ਸ਼ਰਟ ਵੀ ਲੈ ਦੂੰ, ਮੈਂ ਨਵੀਂ ਤੁਹਾਨੂੰ ਟਾਈ ਵੀ ਲਿਆ ਦੇਣੀ ਹੈ, ਮੈਂ ਨਵੀਂ ਤੁਹਾਨੂੰ ਜੀਨ ਵੀ ਲਿਆ ਦੇਣੀ ਹੈ। ਤੁਹਾਡਾ ਘੱਟੋ ਘੱਟ ਪੁੱਛਣ ਦਾ ਤਾਂ ਫਰਜ਼ ਹੈਗਾ ਕਿ ਤੇਰੇ ਬਟੂਏ 'ਚ ਤਾਂ $100 ਹੈ, 100 ਦੀ ਤਾਂ ਇਹਨਾਂ 'ਚੋਂ ਇੱਕ ਚੀਜ਼ ਵੀ ਨਹੀਂ ਆਉਣੀ। ਸੋ ਜਦੋਂ ਤੁਹਾਡੇ ਨਾਲ ਚੋਣ ਮਨੋਰਥ ਪੱਤਰ ਰਾਹੀਂ ਕੋਈ ਵੀ ਪਾਰਟੀ ਵਾਅਦੇ ਕਰਦੇ ਉਹਨੂੰ ਘੱਟੋ ਘੱਟ ਪੁੱਛੋ ਕਿ ਪੰਜਾਬ ਦਾ ਇੰਨਾ ਬਜਟ ਹੈ, ਇੰਨੀ ਇਨਕਮ ਹੈ, ਇਹ ਰੈਵਨਿਊ ਜਨਰੇਟ ਕਿੱਥੋਂ ਹੋਣਾ ਹੈ। ਤੇ ਫਿਰ ਘੱਟੋ ਘੱਟ ਚੋਣ ਮਨੋਰਥ ਪੱਤਰ ਜਦੋਂ ਵੀ ਜਾਰੀ ਕੀਤਾ ਜਾਂਦਾ, ਆ ਪਿਛਲੀ ਚੋਣ ਵੇਲੇ ਦੇਖਿਆ ਇੱਕ ਪਾਰਟੀ ਨੇ ਤਾਂ ਹਫ਼ਤਾ ਕੁ ਪਹਿਲਾਂ ਹੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਤੇ ਚੋਣ ਲੜਦੀ ਫਿਰ ਰਹੀ ਸੀ। ਇਹਦਾ ਮਤਲਬ ਉਹਦੀ ਸ਼ੱਕ ਨਹੀਂ ਤੁਸੀਂ ਕਰ ਸਕਦੇ, ਤੁਸੀਂ ਉਹ ਐਨ ਉਹਦੇ ਤੇ ਮੋਹਰ ਲਾਓ ਕਿ ਇਸ ਪਾਰਟੀ ਨੇ ਆਹ ਜਿਹੜਾ ਫਰਲਾ ਜਿਹਾ ਹੁਣ ਬਾਅਦ 'ਚ ਜਾਰੀ ਕੀਤਾ ਹਫ਼ਤਾ ਕੁ ਪਹਿਲਾਂ, ਇਹਦਾ ਮਤਲਬ ਇਹਨਾਂ ਨੇ ਜਿਹੜਾ ਹੁਣ ਜਾਰੀ ਵੀ ਕੀਤਾ ਇਹਦੇ ਤੇ ਕਰਨਾ ਕੁਛ ਨਹੀਂ। ਤੇ ਦੂਸਰੀ ਗੱਲ, ਪਿਛਲਾ ਚੋਣ ਮਨੋਰਥ ਪੱਤਰ ਕੱਢ ਕੇ ਕੋਲ ਰੱਖਿਓ। ਆਪਾਂ ਫੋਨ 'ਚ ਦੇਖਦੇ ਹਾਂ ਬੜਾ ਕੁਝ ਸੇਵ ਕਰੀ ਫਿਰਦੇ ਹਾਂ, ਉਸ ਤਰ੍ਹਾਂ ਉਹਨਾਂ ਨੂੰ ਦਿਖਾਇਓ ਕਿ ਭਾਈ ਪਿਛਲੀ ਵਾਰੀ ਜਦੋਂ ਤੁਸੀਂ ਚੋਣਾਂ ਤੋਂ ਪਹਿਲਾਂ ਸਾਡੇ ਕੋਲੇ ਵੋਟਾਂ ਮੰਗਣ ਆਏ ਸੀ, ਆਹ ਵਾਅਦੇ ਤੁਸੀਂ ਪੰਜਾਬ ਨਾਲ ਕੀਤੇ ਸੀ, ਸਾਡੇ ਨਾਲ ਵੀ ਨਾ ਕਿਹੋ, ਕਿਉਂਕਿ ਗੱਲ ਪੂਰੇ ਪੰਜਾਬ ਦੀ ਹੋਣੀ ਹੈ ਕਿ ਆਹ ਵਾਅਦੇ ਤੁਸੀਂ ਪੰਜਾਬ ਨਾਲ ਕੀਤੇ ਸੀ। ਇਹਨਾਂ 'ਚੋਂ ਪਹਿਲੇ 10 ਗਿਣਾ ਦਿਓ ਜਿਹੜੇ ਬਹੁਤ ਲੋੜੀਂਦੇ ਸੀ ਕਿ ਤੁਸੀਂ ਪੂਰੇ ਕਰ ਦਿੱਤੇ ਹੋਣ ਜੀ। ਜੇ ਤਾਂ ਉਹਨਾਂ 'ਚੋਂ 10 ਪੂਰੇ ਕੀਤੇ ਹੋਣ, ਜੇ ਤਾਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਕੀਤੀ ਸੀ, ਕਰਜ਼ਾ ਪੂਰਾ ਮਾਫ ਕਰ ਦਿੱਤਾ, ਜੇ ਨਸ਼ੇ ਦੀ ਗੱਲ ਕੀਤੀ ਸੀ, ਨਸ਼ਾ ਖਤਮ ਕਰ ਦਿੱਤਾ, ਜੇ ਬੇਅਦਬੀ ਦੇ ਇਨਸਾਫ ਦੀ ਗੱਲ ਸੀ, ਇਨਸਾਫ ਕਰ ਦਿੱਤਾ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਲੈ ਜਾਂਦੇ, ਚੰਡੀਗੜ੍ਹ ਪੰਜਾਬ ਨੂੰ ਦਵਾ ਦਿੱਤਾ। ਇਸ ਤਰ੍ਹਾਂ ਦੇ ਬਹੁਤ ਸਾਰੇ ਨਕਸ਼ੇ ਨੇ ਜਿਹੜੇ ਤੁਹਾਡੇ ਸਾਹਮਣੇ ਉਕਰੇ ਜਾਣੇ ਨੇ। ਘਰ ਘਰ ਨੌਕਰੀ ਸੀ, ਘਰ ਘਰ ਮੋਬਾਈਲ ਸੀ। ਜਿਹੜੀ ਪਾਰਟੀ ਨੇ ਸਰਕਾਰ ਬਣਾਈ ਹੈ, ਕਿਉਂਕਿ ਦਰਅਸਲ ਵਾਅਦੇ ਤਾਂ ਉਹਨੇ ਪੂਰੇ ਕਰਨੇ ਸੀ, ਵਿਰੋਧੀ ਤਾਂ ਆਪਣੇ ਵਰਗੇ ਬਾਹਰ ਬੈਠੇ ਆ। ਹਾਂ, ਪਰ ਵਿਰੋਧੀਆਂ ਨੂੰ ਇਸ ਗੱਲ ਕਰਕੇ ਤੁਸੀਂ ਪੁੱਛ ਸਕਦੇ ਹੋ ਕਿ ਜਿਹੜੇ ਆਹ ਵੱਡੇ ਵੱਡੇ ਮੁੱਦੇ ਸੀ ਜੀ, ਕੀ ਤੁਸੀਂ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦੇ ਰਹੇ? ਕੀ ਤੁਸੀਂ ਸਵਾਲ ਪੁੱਛਦੇ ਰਹੇ? ਜੇ ਉਹਨਾਂ ਨੇ ਵੀ ਨਲਾਇਕੀਆਂ ਕੀਤੀਆਂ ਨੇ, ਪੁੱਛਣਾ ਉਹਨਾਂ ਨੂੰ ਵੀ ਫਰਜ਼ ਬਣਦਾ। ਬਿਲਕੁਲ ਬੈਨੀਪਾਲ ਸਾਹਿਬ, ਮੈਨੂੰ ਐਂ ਲੱਗਦਾ ਕਿ ਇਸ ਵੇਲੇ ਨਾ ਲੋਕ ਜਿਹੜੇ ਆ ਜੀ ਥੋੜਾ ਜਿਹਾ ਸੁਹਿਰਦ ਹੋ ਜਾਣ। ਐਤਕੀ ਲੋਕ ਇਲੈਕਸ਼ਨ ਨੂੰ ਆਪਣੀ ਸਮਝ ਕੇ ਲੜਨ। ਇਹ ਅਸੀਂ ਇਸ ਕਰਕੇ ਆਖ ਰਹੇ ਹਾਂ ਕਿਉਂਕਿ 2022 ਲੰਘ ਜਾਣੀ ਆ। ਇਲੈਕਸ਼ਨ ਦੇ ਵਿੱਚ ਅਸੀਂ ਰੌਲਾ ਪਾਉਣਾ ਕਿ ਫਲਾਨੀ ਪਾਰਟੀ ਨੇ ਇਹਨੂੰ ਟਿਕਟ ਦੇਤੀ, ਆਹ ਕਰਤਾ, ਉਹ ਕਰਤਾ, ਇਹਦਾ ਤਾਂ ਉਹਦਾ ਸਖਤ ਮੁਕਾਬਲਾ ਅਸੀਂ ਕਹਿਣਾ ਹੈ ਇਸ ਟੇਬਲ ਦੇ ਉੱਤੇ ਬਹਿ ਕੇ। ਅਸੀਂ ਉਸ ਤੋਂ ਬਾਅਦ ਨਤੀਜੇ ਵੀ ਦੱਸਣੇ ਆ ਕਿ ਫਲਾਨਾ ਇੰਨੀਆਂ ਵੋਟਾਂ ਨਾਲ ਹਾਰ ਗਿਆ, ਇਹਦਾ ਆਹ ਥੰਮ ਡਿੱਗ ਪਿਆ, ਇਹਦਾ ਆਹ ਬੰਦੇ ਦੀ ਉਮੀਦ ਨਹੀਂ ਸੀ, ਉਹ ਜਿੱਤ ਗਿਆ। ਤੁਸੀਂ ਸੁਣ ਲੈਣਾ, ਪਰ ਉਹਦੇ ਤੋਂ ਬਾਅਦ ਜੇ ਐਸੇ ਹੀ ਪੁਲ ਦੇ ਹੇਠੋਂ ਦੀ ਪਾਣੀ ਉਦਾਂ ਹੀ ਲੰਘੀ ਜਾਣਾ ਤਾਂ ਫਿਰ ਇਹਦਾ ਮਤਲਬ ਹੈ ਕਿ ਲੋਕ ਹਾਰ ਜਾਣੇ ਆ, ਪਾਰਟੀ ਭਾਵੇਂ ਕਿਸੇ ਦੀ ਵੀ ਸਰਕਾਰ ਬਣ ਜਾਏ। ਹੁਣ ਬੈਨੀਪਾਲ ਸਾਹਿਬ, ਇੱਕ ਮੋਟੀ ਜਿਹੀ ਗੱਲ ਆ, ਆਪਾਂ ਤਾਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਸੁਨੇਹਾ ਦੇ ਸਕਦੇ ਹਾਂ ਕਿ ਭਾਈ ਤੁਸੀਂ ਐਤਕੀ ਦਰੀਆਂ ਅੱਡ ਅੱਡ ਨਹੀਂ ਵਿਛਾਉਣੀਆਂ। ਕਿਸੇ ਸਿਆਸੀ ਪਾਰਟੀ ਦਾ ਕੋਈ ਨੁਮਾਇੰਦਾ ਆਵੇ ਜੀ, ਤੁਸੀਂ ਸਾਂਝੀ ਥਾਂ ਸਾਰੇ ਹੀ ਜਾਇਓ। ਮੰਨ ਲਓ ਕੋਈ ਅਕਾਲੀ ਬੰਦਾ ਹੈ, ਕਾਂਗਰਸੀ ਲੀਡਰ ਨੂੰ ਸੁਣਨ ਦੇ ਵਿੱਚ ਹਰਜ਼ ਕੀ ਹੈ? ਕੋਈ ਕਾਂਗਰਸੀ ਬੰਦਾ ਹੈ, ਉਹ ਅਕਾਲੀ ਲੀਡਰ ਨੂੰ ਕਿਉਂ ਨਹੀਂ ਸੁਣ ਸਕਦਾ? ਆਮ ਆਦਮੀ ਪਾਰਟੀ ਨੂੰ ਸਾਰੇ ਸੁਣੋ, ਆਮ ਆਦਮੀ ਪਾਰਟੀ ਵਾਲੇ ਵੀ ਬਾਕੀ ਸਾਰਿਆਂ ਨੂੰ ਸੁਣੋ, ਇਕੱਠੇ ਰਹੋ, ਪਤਾ ਤਾਂ ਲੱਗੇ ਕਿਹੜਾ ਕੀ ਕਹਿ ਰਿਹਾ, ਕਿਹੜਾ ਕੀ ਕਹਿ ਰਿਹਾ। ਤੇ ਸਭ ਤੋਂ ਵੱਡੀ ਗੱਲ, ਉੱਥੇ ਜਾ ਕੇ ਇੱਕ ਚੀਜ਼ ਦਾ ਖਿਆਲ ਰੱਖਿਓ, ਜੇ ਕੋਈ ਲੀਡਰ ਆ ਕੇ ਇਹ ਕਹਿੰਦਾ ਕਿ ਚੰਡੀਗੜ੍ਹ ਅਸੀਂ ਪੰਜਾਬ ਨੂੰ ਦਵਾਉਣਾ ਹੈ, ਵੋਟਾਂ ਪਾ ਦਿਓ, ਉਹਦੇ ਲਈ ਉਹਨੇ ਕੋਈ ਰੱਸਾ ਨਹੀਂ ਖਿੱਚਣਾ, ਉਹਦੇ ਲਈ ਉਹਨੇ ਕੋਈ ਖੇਤ ਨਹੀਂ ਵਾਹੁਣਾ। ਉਹ ਇੱਕ ਕਾਨੂੰਨੀ ਲੜਾਈ ਹੈ, ਉਹ ਕਾਨੂੰਨੀ ਬੰਦਿਆਂ ਨੇ ਲੜਨੀ ਹੈ। ਇਹਨਾਂ ਲੀਡਰਾਂ ਨੇ ਜਾ ਕੇ ਧਰਨੇ ਪ੍ਰਦਰਸ਼ਨ ਨਹੀਂ ਕਰਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਹੈ, ਜੇ ਕੋਈ ਬੰਦਾ ਆਣ ਕੇ ਕਹਿੰਦਾ ਕਿ ਅਸੀਂ ਇਨਸਾਫ ਦਵਾਵਾਂਗੇ, ਉਹਦੇ ਲਈ ਕਾਨੂੰਨੀ ਲੜਾਈ ਹੈ। ਇਹਨਾਂ ਲੀਡਰਾਂ ਨੂੰ ਕੋਈ ਗ੍ਰਾਂਟ ਦੇਣ ਦੀ ਲੋੜ ਨਹੀਂ, ਇਹਨਾਂ ਦੇ ਕੋਲੇ ਵੱਡੀਆਂ ਵੱਡੀਆਂ ਫੌਜਾਂ ਹੁੰਦੀਆਂ ਨੇ, ਕਾਨੂੰਨੀ ਸਲਾਹਕਾਰਾਂ ਦੀਆਂ, ਸਰਕਾਰ ਦੇ ਖਾਤੇ 'ਚੋਂ ਉਹਨਾਂ ਨੂੰ ਤਨਖਾਹ ਜਾਂਦੀ ਹੈ। ਜਿਨ੍ਹਾਂ ਨੇ ਜਾਂਚ ਕਰਨੀ ਹੈ ਉਹਨਾਂ ਨੂੰ ਸਰਕਾਰ ਦੇ ਖਾਤੇ 'ਚੋਂ ਤਨਖਾਹ ਜਾਂਦੀ ਹੈ। ਇਹਨਾਂ ਲੀਡਰਾਂ ਨੇ ਮੋਹਰੇ ਹੋ ਕੇ ਨਹੀਂ ਕੁਛ ਕਰਨਾ। ਜੇ ਕਹਿੰਦੇ ਆ ਕਿ ਭਾਈ ਹਰਿਆਣੇ ਤੋਂ, ਰਾਜਸਥਾਨ ਤੋਂ ਅਸੀਂ ਪੰਜਾਬੀ ਬੋਲਦੇ ਇਲਾਕੇ ਲਿਆਉਣੇ ਆ, ਖਿੱਚ ਕੇ ਨਹੀਂ ਲਿਆਉਣੇ ਇਹਨਾਂ ਨੇ। ਇਹਨਾਂ ਦੀ ਅਸਲ ਦੇ ਵਿੱਚ ਡਿਊਟੀ ਕੀ ਹੈ? ਉਹ ਕੰਮ ਤਾਂ ਸਿਸਟਮ ਨੇ ਕਰਨਾ ਹੈ। ਜੇ ਇਹ ਇਮਾਨਦਾਰੀ ਨਾਲ ਹੁਕਮ ਦੇਣ, ਡਿਊਟੀ ਇਹਨਾਂ ਦੀ ਇਹ ਆ। ਮੰਨ ਲਓ ਤੁਹਾਨੂੰ ਕਹਿਣਗੇ ਜੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਸਾਡੇ ਕੋਲ ਪੈਸੇ ਹੈ ਨਹੀਂ, ਪਿਛਲੀ ਸਰਕਾਰ ਆਹ ਕਰ ਗਈ। ਪਰ ਬੈਨੀਪਾਲ ਸਾਹਿਬ, ਜੇ ਪੈਸੇ ਹੈ ਨਹੀਂ, ਥਾਣੇ 'ਚ, ਤਹਿਸੀਲ 'ਚ, ਮਾਲ ਵਿਭਾਗ 'ਚ,
ਬਿਜਲੀ ਵਿਭਾਗ 'ਚ, ਸਿੱਖਿਆ ਵਿਭਾਗ ਦੇ ਸਰਕਾਰੀ ਦਫ਼ਤਰੀ ਤੰਤਰ ਦੇ ਵਿੱਚ ਬਿਨਾਂ ਪੈਸੇ ਲਿਆਉ ਕੰਮ ਤਾਂ ਹੋ ਸਕਦਾ ਨਾ। ਬਿਲਕੁਲ। ਉਹਦੇ ਲਈ ਕਿਸੇ ਗ੍ਰਾਂਟ ਦੀ ਲੋੜ ਤਾਂ ਨਹੀਂ। ਜੇ ਬਦਲੀਆਂ ਦੀ ਗੱਲ ਆ, ਮੈਰਿਟ ਦੇ ਆਧਾਰ ਤੇ ਹੋ ਸਕਦੀਆਂ ਨਾ, ਉਹਦੇ ਲਈ ਕਿਸੇ ਗ੍ਰਾਂਟ ਦੀ, ਕਿਸੇ ਕਰਜ਼ੇ ਦੀ, ਕਿਸੇ ਕੇਂਦਰ ਸਰਕਾਰ ਦੀ ਸੈਂਕਸ਼ਨ ਦੀ ਲੋੜ ਤਾਂ ਨਹੀਂ ਨਾ। ਪਰ ਜੇ ਅਸੀਂ ਉਹ ਵੀ ਕੰਮ ਨਹੀਂ ਕਰਾ ਸਕਦੇ, ਇਸ ਕਰਕੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਕਹਿਣ ਕਿ ਭਾਈ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਆ ਜਾਵੇ, ਇੱਥੇ ਸਾਨੂੰ ਲਿਖ ਕੇ ਦਿਓ ਕਿ ਝੂਠਾ ਵਾਅਦਾ ਕੋਈ ਨਹੀਂ ਹੋਏਗਾ। ਸਾਨੂੰ ਸਕੂਲਾਂ ਦੇ ਵਿੱਚ ਅਧਿਆਪਕ ਚਾਹੀਦੇ ਆ, ਸਾਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਦਵਾਈਆਂ ਵੀ ਚਾਹੀਦੀਆਂ, ਸਕੈਨਿੰਗ ਮਸ਼ੀਨਾਂ ਵੀ ਚਾਹੀਦੀਆਂ, ਸਾਨੂੰ ਡਾਕਟਰ ਵੀ ਚਾਹੀਦਾ, ਸਾਨੂੰ ਉਹਦਾ ਸਹਾਇਕ ਵੀ ਚਾਹੀਦਾ, ਸਾਨੂੰ ਆਪਰੇਸ਼ਨ ਥੀਏਟਰ ਵੀ ਚਾਹੀਦਾ, ਸਾਨੂੰ ਦੰਦਾਂ ਦਾ ਡਾਕਟਰ ਵੀ ਚਾਹੀਦਾ, ਸਾਨੂੰ ਛੋਟੇ ਬੱਚਿਆਂ ਦਾ ਡਾਕਟਰ ਵੀ ਚਾਹੀਦਾ, ਸਾਨੂੰ ਸਾਰਾ ਕੁਝ ਚਾਹੀਦਾ। ਜੇ ਅਸੀਂ ਇਹ ਕੰਮ ਨਹੀਂ ਕਹਾਂਗੇ, ਬੈਨੀਪਾਲ ਸਾਹਿਬ ਕਿਉਂ ਨਹੀਂ ਕਹਾਂਗੇ ਭਾਈ ਇਹ ਗੱਲ ਕਹੋ। ਜੇ ਕੋਈ ਪਾਰਟੀ ਆ ਕੇ ਅਸੀਂ ਤੁਹਾਡਾ ਸਾਰਾ ਕੁਝ ਕਰ ਦਿਆਂਗੇ, ਜੇ ਕੋਈ ਪਾਰਟੀ ਇਹ ਕਹੇ ਅਸੀਂ ਫਲਾਣੇ ਨੂੰ ਲਾਉਣਾ, ਉਹ ਲਾ ਕੇ ਉਹਨਾਂ ਨੇ ਆਪ ਬਹਿ ਜਾਣਾ, ਪਰ ਤੁਹਾਡਾ ਕੱਖ ਨਹੀਂ ਹੋਣਾ। ਜੇ ਪੰਜਾਬ ਦੀ ਵਿਧਾਨ ਸਭਾ ਚੋਣ ਲੋਕਾਂ ਦੇ ਮੁੱਦਿਆਂ ਤੇ ਨਾ ਲੜੀ ਗਈ, ਮੈਨੀਪਾਲ ਸਾਹਿਬ 2022 ਚ ਇਲੈਕਸ਼ਨ ਹੋਣੀ ਹੈ, 23 ਤੱਕ ਲੋਕਾਂ ਨੇ ਫਿਰ ਨਿਰਾਸ਼ ਹੋ ਜਾਣਾ। ਬਾਠ ਸਾਹਿਬ ਇਹ ਗੱਲ ਹੋਰ ਹੈ, ਜਦੋਂ ਕੋਈ ਵੀ ਵਿਅਕਤੀ ਤੁਹਾਡੇ ਕੋਲੋਂ ਆ ਕੇ ਵੋਟ ਮੰਗਦਾ ਨਾ, ਉਹਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਪੈਣੀ ਚਾਹੀਦੀ। ਹੁਣ ਮੰਨ ਲਓ ਮੈਂ ਵੈਨਕੂਵਰ ਦੇ ਬਾਜ਼ਾਰ 'ਚ ਤੁਰਿਆ ਜਾਂਦਾ ਹੋਵਾਂ, ਬਹੁਤੀਆਂ ਕੌਮਾਂ ਨੂੰ ਇਹ ਪਤਾ ਲੱਗ ਜਾਣਾ ਕਿ ਜਿਹੜਾ ਬੰਦਾ ਤੁਰਿਆ ਜਾਂਦਾ ਦਸਤਾਰ ਸਜਾਈ ਹੋਈ ਆ, ਮੈਂ ਬੋਲਿਆ ਨਹੀਂ ਹਲੇ, ਘੱਟੋ ਘੱਟ ਉਹਨਾਂ ਨੂੰ ਇਹ ਪਤਾ ਲੱਗ ਜਾਣਾ ਇਹ ਭਾਰਤੀ ਹੈ ਜਾਂ ਇਹ ਪੰਜਾਬੀ ਬੋਲਦਾ ਬੰਦਾ। ਹੁਣ ਜਦੋਂ ਮੈਂ ਬੋਲਦਾ, ਪਹਿਲਾਂ ਉਹਨਾਂ ਨੇ ਪਹਿਲੀ ਨਜ਼ਰੇ ਮੈਨੂੰ ਦੇਖਣਾ ਹੈ ਕਿ ਇਹ ਪੰਜਾਬੀ ਹੈ ਜਾਂ ਭਾਰਤੀ ਹੈ। ਜਦੋਂ ਮੈਂ ਬੋਲਣਾ ਜੀ, ਜਿਹੜੇ ਬੰਦੇ ਉੱਥੇ ਪੰਜਾਬੀ ਜ਼ੁਬਾਨ ਨੂੰ ਸਮਝਦੇ ਹੋਣਗੇ ਉਹਨਾਂ ਨੂੰ ਝੱਟ ਪਤਾ ਲੱਗ ਜਾਣਾ ਕਿ ਬੰਦਾ ਪੰਜਾਬੀ ਹੈ। ਇਹ ਨੇ ਪੰਜਾਬੀ 'ਚ ਆਪਣੇ ਕਿਸੇ ਮਿੱਤਰ ਨਾਲ, ਕਿਸੇ ਦੋਸਤ ਨਾਲ ਜਾਂ ਜਿਹਦੇ ਨਾਲ ਵੀ ਗੱਲਬਾਤ ਕੀਤੀ ਹੈ, ਪੰਜਾਬੀ 'ਚ ਕੀਤੀ ਹੈ। ਹੁਣ ਇਹੀ ਫਾਰਮੂਲਾ ਇਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਲਾਗੂ ਹੁੰਦਾ, ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਲਾਗੂ ਹੁੰਦਾ। ਕੋਈ ਵੀ ਚੋਣ ਆਉਂਦੀ ਹੋ ਸਕਦਾ ਸਤੰਬਰ ਅਕਤੂਬਰ 'ਚ ਪਹਿਲੀਆਂ ਚੋਣਾਂ ਵੀ ਆ ਜਾਣ ਨਗਰਪਾਲਿਕਾ ਦੀਆਂ। ਜਿਹੜੇ ਬੰਦੇ ਨੇ ਕੋਈ ਕੰਮ ਕੀਤਾ, ਪਹਿਲੀ ਗੱਲ ਤਾਂ ਉਹਨੂੰ ਦੱਸਣਾ ਹੀ ਨਹੀਂ ਪੈਣਾ ਚਾਹੀਦਾ, ਪਤਾ ਲੱਗ ਜਾਣਾ ਚਾਹੀਦਾ ਕਿ ਆਹ ਵੱਡੇ ਮੁੱਦੇ ਸੀ। ਘਰ ਘਰ ਨੌਕਰੀਆਂ ਵੀ ਮਿਲ ਗਈਆਂ, ਫੋਨ ਵੀ ਮਿਲ ਗਏ, ਕਿਸਾਨਾਂ ਦੇ ਕਰਜ਼ੇ ਵੀ ਮਾਫ ਹੋ ਗਏ, ਆਹ ਜਿਹੜਾ ਲਟਰਮ ਪਟਰਮ ਸਾਨੂੰ ਕਿਹਾ ਸੀ ਸਾਰਾ ਕੁਝ ਹੋ ਗਿਆ, ਸਵਾਲ ਹੀ ਕੋਈ ਨਹੀਂ। ਪਰ ਜੇਕਰ ਸਵਾਲ ਤਾਂ ਫੇਰ ਹੀ ਪੁੱਛਣੇ ਪੈਣੇ ਨਾ, ਜੇਕਰ ਵਾਅਦੇ ਕੀਤੇ ਸੀ ਉਹਨਾਂ 'ਚੋਂ ਕੀਤਾ ਕੋਈ ਵੀ ਪੂਰਾ ਨਹੀਂ, ਫਿਰ ਤਾਂ ਸਵਾਲ ਪੁੱਛਣੇ ਬਣਦੇ ਆ। ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬੰਦੇ ਸੱਚੀ ਮੁੱਚੀ ਝੂਠੇ ਨੇ ਕਿ ਬੇਸ਼ਰਮ ਨੇ। ਕਿਉਂਕਿ ਆਮ ਤੌਰ ਤੇ ਤਾਂ ਇੱਕ ਤਾਂ ਗੱਲ ਹੈਗੀ, ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਿਆ, ਮੈਂ ਕੱਲ ਨੂੰ ਭਾਈ ਤੁਹਾਡੇ ਕੋਲੇ ਆਉਣਾ, ਮੈਂ ਪ੍ਰਾਈਮ ਸਵੇਰ ਠੀਕ ਆਪਾਂ 8 ਵਜੇ ਸ਼ੁਰੂ ਕਰਨਾ, ਤੁਹਾਡੇ ਨਾਲ ਵਾਅਦਾ ਕੀਤਾ ਤੇ ਮੈਂ 9 ਵਜੇ ਤੇ ਹੈ। ਸੋ ਘੱਟੋ ਘੱਟ ਤੁਹਾਨੂੰ ਇਸ ਗੱਲ ਦਾ ਤਾਂ ਪਤਾ ਹੋ ਯਾਰ, ਇਹ ਤਾਂ ਸਪੈਸ਼ਲ ਕਹਿ ਕੇ ਗਿਆ ਸੀ ਮੈਂ ਪਹਿਲਾਂ ਵੀ ਆਊਂਗਾ, ਆਪਾਂ ਆਵਾਂਗੇ ਵੀ ਇਕੱਠੇ, ਮੈਂ ਆਇਆ ਨਹੀਂ। ਹੁਣ ਇਹ ਬੰਦੇ ਹਰੇਕ 5 ਸਾਲਾਂ ਤੋਂ ਪਹਿਲਾਂ ਤੁਹਾਡੇ ਨਾਲ ਵਾਅਦੇ ਕਰਦੇ ਆ, ਬਹੁਤੇ ਉਹੀ ਬੰਦੇ ਨੇ। ਹੋ ਸਕਦਾ 2-4% ਦੀਆਂ ਟਿਕਟਾਂ ਕੱਟੀਆਂ ਜਾਂਦੀਆਂ ਹੋਣ। ਕਈ ਵਾਰੀ ਤਾਂ ਮੈਂ ਵੀ ਦੇਖਿਆ, ਸਾਡੇ ਹਲਕਾ ਰਿਜ਼ਰਵ ਹਲਕਾ ਹੁੰਦਾ ਸੀ, ਉੱਥੇ ਸਾਧੂ ਸਿੰਘ ਧਰਮਸੋਤ ਕਾਂਗਰਸ ਪਾਰਟੀ ਵੱਲੋਂ ਚੋਣ ਲੜਦੇ ਸੀ ਤੇ ਵਿਧਾਇਕ ਵੀ ਬਣਦੇ ਸੀ। ਬਾਅਦ ਦੇ ਵਿੱਚ ਹਲਕੇ ਦੀ ਰਿਜ਼ਰਵ ਹੀ ਟੁੱਟ ਗਈ। ਨਾਭੇ ਵਾਲਾ ਕਾਕਾ ਰਣਦੀਪ ਉੱਥੇ ਲਿਆਂਦਾ, ਇਹਨੂੰ ਉੱਥੇ ਲੈ ਕੇ ਕੀ ਗੱਲ ਵੀ ਗਦੌੜਾ ਫੇਰਿਆ ਹੋਇਆ। ਜਿਹੜਾ ਬੰਦਾ ਨਾਭੇ ਦੇ ਵਿੱਚ ਪਹਿਲਾਂ 20 ਸਾਲ ਦਾ, 25 ਸਾਲ ਦਾ, 30 ਸਾਲ ਦਾ ਉੱਥੇ ਕੰਮ ਕਰਦਾ ਹੋਊਗਾ, ਜੇ ਰਿਜ਼ਰਵ ਹੀ ਹੋਗੀ ਤਾਂ ਉੱਥੋਂ ਕਿਸੇ ਬੰਦੇ ਨੂੰ ਟਿਕ ਕਰੋ। ਜੇ ਅਮਲੋਹ ਹਲਕਾ ਦੁਬਾਰਾ ਜਨਰਲ ਕੋਟੇ ਦੇ ਵਿੱਚ ਆ ਗਿਆ, ਕੀ ਗੱਲ ਅਮਲੋਹ ਹਲਕੇ ਦੇ ਵਿੱਚ ਕੋਈ ਕਾਂਗਰਸ ਦਾ ਇਹੋ ਜਿਹਾ ਬੰਦਾ ਨਹੀਂ ਸੀ ਜਿਹੜਾ 15 ਸਾਲ ਤੋਂ 20 ਸਾਲ ਤੋਂ ਵਲੰਟਰੀਲੀ ਕੰਮ ਕਰਦਾ ਹੋਵੇ, ਪਾਰਟੀ ਵਾਸਤੇ ਕੰਮ ਕਰਦਾ ਹੋਵੇ? ਬਾਹਰੋਂ ਉਮੀਦਵਾਰ ਕਿਉਂ? ਉਹ ਤਾਂ ਮੁੜ ਕੇ ਨਜ਼ਰ ਹੀ ਨਹੀਂ ਆਉਂਦੇ। ਕਿਉਂਕਿ ਸਵਾਲ ਇਸ ਗੱਲ ਦਾ, ਇਹਨਾਂ ਕੰਮਾਂ ਵਾਸਤੇ, ਇਹਨਾਂ ਲੋਕਾਂ ਨੂੰ ਸਵਾਲ ਕਰਨ ਦੇ ਵਾਸਤੇ, ਘੱਟੋ ਘੱਟ ਇਹਨਾਂ ਦੇ ਝੂਠ ਦੇ ਪਲੰਦੇ ਇਹਨਾਂ ਦੇ ਮੂੰਹ ਤੋਂ ਲਾਉਣ ਦੇ ਵਾਸਤੇ ਲੋਕਾਂ ਨੂੰ ਆਵਾਜ਼ ਬੁਲੰਦ ਕਰਨੀ ਪਊ। ਇਹ ਨਾ ਸੋਚਿਆ ਕਰੋ ਵੋਟਾਂ ਤੋਂ ਪਹਿਲਾਂ ਕਿ ਯਾਰ ਕਹਾਂਗੇ ਕਿਤੇ ਨਾਰਾਜ਼ ਨਾ ਹੋ ਜਾਣ। ਨਾਰਾਜ਼ ਤਾਂ ਤੁਸੀਂ ਹੋਣਾ। ਤੁਸੀਂ ਕਾਂਗਰਸ ਦਾ ਜ਼ਿਕਰ ਕੀਤਾ, ਮੈਂ ਕਿਹਾ ਬੈਲੈਂਸ ਕਰਦੇ ਹਾਂ। ਇੱਕ ਵਾਰੀ ਜਲੰਧਰ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋ ਨਾ ਕਿ ਆਮ, ਮੈਂ ਆਪਦੇ ਹਲਕੇ ਦਾ ਜ਼ਿਕਰ ਕੀਤਾ ਸੀ, ਮੈਂ ਆਪਦੇ ਹਲਕੇ ਦਾ ਕਰਦਾ, ਮੈਂ ਕਿਸੇ ਨੂੰ ਇਹ ਲੱਗੇ ਕਾਂਗਰਸੀਆਂ ਦਾ ਕਸੂਰ ਕੱਢਿਆ। ਇਹ ਹਮਾਮ ਦੇ ਵਿੱਚ ਸਾਰੇ ਇੱਕੋ ਜਿਹਾ ਹੀ ਆ, ਇੱਕੋ ਸਾਰੀਆਂ ਪਾਰਟੀਆਂ। ਬੈਨੀਪਾਲ ਸਾਹਿਬ ਹੋਇਆ ਕਿ ਸਰਵਣ ਸਿੰਘ ਫਲੌਰ ਕਈ ਵਾਰ ਦੇ ਕੈਬਨਿਟ ਮੰਤਰੀ ਨੇ, ਉਹ ਫਲੌਰ ਤੋਂ ਚੋਣ ਲੜਦੇ ਸੀ, ਜਿੱਤੇ। ਇਧਰਲੇ ਪਾਸੇ ਅਵਿਨਾਸ਼ ਚੰਦਰ ਕਰਤਾਰਪੁਰ ਤੋਂ ਚੋਣ ਲੜੇ, ਜਿੱਤੇ। ਦੋਨੋਂ ਅਕਾਲੀ ਦਲ ਦੀ ਟਿਕਟ ਤੇ ਉਸ ਵੇਲੇ। ਇਸ ਵੇਲੇ ਦੀ ਪੋਜੀਸ਼ਨ ਕੁਝ ਹੋਰ ਹੈ। ਹੁਣ ਹੋਇਆ ਕੀ ਕਿ ਪਤਾ ਨਹੀਂ ਹਲਕਿਆਂ ਚੋਂ ਵਿਰੋਧ ਹੋਇਆ ਜਾਂ ਕੀ ਹੋਇਆ, ਫਲੌਰ ਵਾਲੇ ਸਰਵਣ ਸਿੰਘ ਫਲੌਰ ਹੋਰਾਂ ਨੂੰ ਕਰਤਾਰਪੁਰ ਤੋਂ ਟਿਕਟ ਦਿੱਤੀ, ਕਰਤਾਰਪੁਰ ਵਾਲੇ ਐਮਐਲਏ ਅਵਿਨਾਸ਼ ਚੰਦਰ ਨੂੰ ਫਲੌਰ ਤੋਂ ਟਿਕਟ ਦਿੱਤੀ। ਐਂ ਕਰ ਦਿੱਤਾ, ਯਾਨੀ ਕਿ ਪਾਰਟੀ ਉਹੀ ਹੈ, ਹਲਕੇ ਬਦਲਤੇ। ਕਾਹਦੇ ਲਈ ਬਈ? ਜੇ ਬੰਦਿਆਂ ਨੇ ਠੀਕ ਕੰਮ ਕੀਤਾ ਹੈ, ਜੇ ਸਾਰਾ ਕੁਝ ਠੀਕ ਹੈ, ਤਾਂ ਫਿਰ ਹਲਕੇ ਕਾਹਦੋਂ ਬਦਲਣੇ? ਮੈਨੂੰ ਇਹ ਸੀ ਕਿ ਕਿਸੇ ਦੇ ਕੋਲੇ ਇਦਾਂ ਦਾ ਸੰਦੇਸ਼ ਨਾ ਜਾਵੇ ਕਿ ਭਾਈ ਕਾਂਗਰਸੀਆਂ ਦੀ ਗੱਲ ਕੀਤੀ ਹੈ, ਯਾਨੀ ਕਿ ਪਾਰਟੀਆਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਲੋਕਾਂ ਦੀ ਉੱਥੇ ਸਮੱਸਿਆ ਕੀ ਹੈ। ਉਹਨਾਂ ਨੂੰ ਤਾਂ ਇਹ ਹੈ ਕਿ ਸਾਡਾ ਆਪਦਾ ਸਿਆਸੀ ਤੌਰ ਤੇ ਪਪਲੂ ਜਿਹੜਾ ਉਹ ਫਿੱਟ ਹੁੰਦਾ ਕਿੱਦਾਂ। WhatsApp ਗੱਲ ਇਹਦੇ ਕਾਰਨ ਇਹ ਨੇ, ਮੰਨ ਲਓ ਮੈਂ ਜਿਹੜੇ ਇਲਾਕੇ ਵਿੱਚ ਰਹਿੰਦਾ ਹੀ ਨਹੀਂ, ਮੈਂ ਪਿਛਲੇ 15 ਸਾਲਾਂ ਤੋਂ 3 ਟਰਮਾਂ ਤੋਂ ਕਿਸੇ ਹਲਕੇ ਦੀ ਨੁਮਾਇੰਦਗੀ ਕਰ ਰਿਹਾ, ਦੂਜੇ ਹਲਕੇ 'ਚ ਮੇਰਾ ਕੋਈ ਲੈਣ ਦੇਣ ਹੀ ਨਹੀਂ, ਮੈਨੂੰ ਉਹਨਾਂ ਲੋਕਾਂ ਦਾ ਕੋਈ ਪਤਾ ਨਹੀਂ, ਉਸ ਹਲਕੇ ਦੀਆਂ ਸਮੱਸਿਆਵਾਂ ਦਾ ਕੋਈ ਪਤਾ ਨਹੀਂ।
ਤੇ ਮੈਂ ਉੱਥੇ ਨੁਮਾਇੰਦਗੀ ਕਿਵੇਂ ਕਰ ਲਾਂਗਾ? ਘੱਟੋ ਘੱਟ ਪਾਰਟੀਆਂ ਨੂੰ ਟਿਕਟ ਦੇਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ, ਜੇ ਕੋਈ ਹਲਕਾ ਰਿਜ਼ਰਵ ਹੋ ਗਿਆ, ਜੇ ਕੋਈ ਹਲਕਾ ਜਨਰਲ ਕੋਟੇ ਦੇ ਵਿੱਚ ਆ ਗਿਆ, ਉਸੇ ਹਲਕੇ ਦਾ ਬੰਦਾ ਜਿਹੜਾ ਆਮ ਲੋਕਾਂ ਦੇ ਵਿੱਚ ਵਿਚਰਦਾ ਹੋਵੇ, ਜਿਹੜਾ ਆਮ ਲੋਕਾਂ ਦੇ ਨਾਲ ਰਾਬਤਾ ਕਾਇਮ ਰੱਖਦਾ ਹੋਵੇ। ਇਹ ਨਹੀਂ ਕਿ ਭਾਈ ਬੰਦਾ ਬਦਲ ਗਿਆ ਤੇ ਹਲਕਾ ਬਦਲ ਤੇ। ਬੈਨੀਪਾਲ ਸਾਹਿਬ ਦੇਖੋ, ਹੁਣ ਤੁਸੀਂ ਗੱਲ ਸ਼ੁਰੂ ਕਰ ਲਈ ਆਮ ਲੋਕਾਂ ਦੇ ਲਈ, ਇਹ ਬਹੁਤ ਗੱਲ ਧਿਆਨ ਦੇਣ ਵਾਲੀ ਹੈ। ਤੁਸੀਂ ਹੁਣ ਆਪਣੇ ਆਪ ਹੀ ਦੱਸ ਦਿਓ ਜੀ, ਕੈਪਟਨ ਅਮਰਿੰਦਰ ਸਿੰਘ ਜੀ ਲੰਬੀ ਤੋਂ ਚੋਣ ਲੜਦੇ ਆ, ਕਦੇ ਅੰਮ੍ਰਿਤਸਰ ਤੋਂ ਲੜਦੇ ਆ। ਹਾਂ, ਹੁਣ ਜਰਨੈਲ ਸਿੰਘ ਨੂੰ ਦਿੱਲੀੋਂ ਲੰਬੀ ਲੈ ਜਾਂਦਾ ਜਾਂਦਾ। ਕੀ ਮਤਲਬ ਇਸ ਗੱਲ ਦਾ? ਜਿਹੜੇ ਇੱਕ ਵਕੀਲ ਸਾਹਿਬ ਸੀ ਹਿੰਮਤ ਸਿੰਘ ਸ਼ੇਰਗਿੱਲ, ਉਹਨਾਂ ਨੂੰ ਚੰਡੀਗੜ੍ਹ ਮੋਹਾਲੀ ਤੋਂ ਮਜੀਠੇ ਲੈ ਕੇ ਜਾਂਦੇ ਆ। ਕਾਰਨ ਕੀ ਬਈ? ਰਵਨੀਤ ਸਿੰਘ ਬਿੱਟੂ ਕਿਉਂ ਜਲਾਲਾਬਾਦ ਤੋਂ ਲੜੇ? ਰਵਨੀਤ ਸਿੰਘ ਬਿੱਟੂ ਹੈ ਜੀ, ਆਨੰਦਪੁਰ ਸਾਹਿਬ, ਕਦੇ ਉਹਨੂੰ ਲੁਧਿਆਣੇ, ਯਾਰ ਕਮਾਲ ਦੀ ਗੱਲ ਹੈ, ਬਖੌਲ ਦੀ ਘਗਰੀ ਹੈ ਕੋਈ। ਐਮਪੀ ਹੁੰਦੇ ਆ ਭਗਵੰਤ ਮਾਨ ਸਾਹਿਬ ਜਲਾਲਾਬਾਦ ਤੋਂ ਚੋਣ ਲੜਦੇ। ਆਪਾਂ ਇਹ ਨਹੀਂ ਕਹਿੰਦੇ। ਸੁਖਬੀਰ ਸਿੰਘ ਬਾਦਲ ਦੇਖੋ, ਸੁਖਬੀਰ ਸਿੰਘ ਬਾਦਲ ਕਿਲਾ ਰਾਏਪੁਰ ਤੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵੀ ਚੋਣ ਲੜੀ ਸੀ। ਹੁਣ ਏਡੀ ਦੂਰ ਕਮਾਲਾਂ ਹੋਈ ਜਾਂਦੀਆਂ। ਹੁਣ ਦੇਖੋ ਨਾ, ਮੌਜੂਦਾ ਐਮਪੀ ਨੇ ਇੱਕ, ਉਹ ਰਹਿੰਦੇ ਦਿੱਲੀ ਹੈ, ਕਾਂਗਰਸ ਪਾਰਟੀ ਦੇ ਅਨੰਦਪੁਰ ਸਾਹਿਬ ਵਾਲੇ ਤੁਹਾਡੀ ਸਾਹਿਬ ਇਲੈਕਸ਼ਨ ਉੱਥੋਂ ਲੜੀ, ਬੀਬੀ ਅੰਬਿਕਾ ਸੋਨੀ ਨੂੰ ਟਿਕਟ ਦੇ ਦਿਓ। ਇਹ ਨਹੀਂ ਗੱਲ, ਜਾਣੀ ਕਹਿਣ ਦਾ ਭਾਵ ਇਹ ਹੈ ਕਿ ਜੇ ਤਾਂ ਉਹ ਵਧੀਆ ਕੰਮ ਕਰਦੇ ਆ ਠੀਕ ਹੈ, ਨਹੀਂ ਤਾਂ ਇਦਾਂ ਐਡਜਸਟਮੈਂਟਾਂ ਕਿਉਂ ਕਿ ਭਾਈ ਵੱਡਾ ਬੰਦਾ ਕਿਤੇ ਨਾ ਕਿਤੇ ਐਡਜਸਟ ਤਾਂ ਕਰਨਾ ਪੈਣਾ। ਸਾਹਿਬ ਦੇਖੋ, ਇਸ ਚੀਜ਼ ਦੀ ਭਾਵੇਂ ਸੰਵਿਧਾਨ ਆਗਿਆ ਦਿੰਦਾ ਜੀ ਕਿ ਇੱਕ ਬੰਦਾ ਮੈਂਬਰ ਪਾਰਲੀਮੈਂਟ ਹੈ, ਉਹ ਹਲਕਾ ਵਿਧਾਇਕ ਦੀ ਚੋਣ ਵੀ ਲੜ ਸਕਦਾ, ਜਾਂ ਹਲਕਾ ਵਿਧਾਇਕ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜ ਸਕਦਾ। ਪਰ ਜੇ ਸੰਵਿਧਾਨ ਦੇ ਵਿੱਚ ਹੋਰ ਸੋਧਾਂ ਹੋ ਸਕਦੀਆਂ ਨੇ, ਹੋਰ ਤਰਮੀਮਾਂ ਹੋ ਸਕਦੀਆਂ ਨੇ, ਇਹ ਕਿਉਂ ਨਹੀਂ? ਇਹ ਕਿਉਂ ਨਹੀਂ ਹੋ ਸਕਦੀ? ਤੁਸੀਂ ਇਹ ਦੇਖੋ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਐਮਐਲਏ ਸੀ, ਐਮਐਲਏ ਹੁੰਦਿਆਂ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਲਈ। ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਜੇਕਰ ਇਹ ਚੋਣ ਜਿੱਤਦੇ ਨੇ ਤਾਂ ਇੱਕ ਨੁਮਾਇੰਦਗੀ ਛੱਡਣੀ ਪਊ। ਹੁਣ ਕੱਲ੍ਹ ਨੂੰ ਜਿਹੜੀ ਚੋਣ ਆਉਣੀ ਹੈ ਪੰਜਾਬ ਵਿਧਾਨ ਸਭਾ ਦੀ, ਕਿਉਂਕਿ ਉਹਨਾਂ ਦਾ ਇੰਟਰਸਟ ਸੈਂਟਰ 'ਚ ਨਹੀਂ ਸੂਬੇ 'ਚ ਹੈ, ਉਹ ਕਹਿ ਵੀ ਹਟਿਆ ਜੀ। ਹੁਣ ਉਹ ਫੇਰ ਉੱਥੋਂ ਚੋਣ ਆਪਣੀ ਨੁਮਾਇੰਦਗੀ ਛੱਡਣਗੇ, ਬਾਈ ਇਲੈਕਸ਼ਨ ਫੇਰ ਹੋਊ। ਜਿਹੜਾ ਉਹ ਖਰਚਾ ਹੁੰਦਾ ਉਹ ਕਿਹਦੇ ਤੇ ਹੁੰਦਾ? ਕੈਪਟਨ ਅਮਰਿੰਦਰ ਸਿੰਘ ਨੇ, ਰਹਿੰਦੇ ਪਟਿਆਲੇ ਨੇ, ਜਾ ਕੇ ਚੋਣ ਅੰਮ੍ਰਿਤਸਰ ਤੋਂ ਲੜਦੇ ਨੇ, ਅੰਮ੍ਰਿਤਸਰ ਦੇ ਲੋਕ ਜਿਤਾ ਵੀ ਦਿੰਦੇ ਨੇ, ਜਿੱਤਣ ਤੋਂ ਬਾਅਦ ਲੋਕ ਸਭਾ 'ਚ ਜਾਂਦੇ ਹੀ ਨਹੀਂ, ਫਿਰ ਅਸਤੀਫਾ ਦੇ ਦਿੰਦੇ ਨੇ। ਫਿਰ ਕਮਾਲ ਦੀ ਗੱਲ ਹੈ ਯਾਰ। ਬੈਨੀਪਾਲ ਸਾਹਿਬ ਦੇਖੋ ਨਾ ਤੁਸੀਂ, ਜਾਣੀ ਇਹ ਆਮ ਲੋਕਾਂ ਦੇ ਲਈ ਇੱਕ ਸਮਝਣ ਦਾ ਵਿਸ਼ਾ ਹੈ। ਜੇਤਲੀ ਸਾਹਿਬ ਦੁਨੀਆ ਦੇ ਵਿੱਚ ਨਹੀਂ, ਜੇਤਲੀ ਸਾਹਿਬ ਨੂੰ ਅੰਮ੍ਰਿਤਸਰੋਂ ਚੋਣ ਲੜਾ ਦਿਓ। ਇਹਦੇ ਤੋਂ ਇਲਾਵਾ ਹੁਣ ਮੰਤਰੀ ਨੇ ਪੁਰੀ ਸਾਹਿਬ, ਉਹਨਾਂ ਨੂੰ ਅੰਮ੍ਰਿਤਸਰ ਤੋਂ ਚੋਣ ਲੜਾ ਦਿਓ। ਇਹਦੇ ਤੋਂ ਇਲਾਵਾ ਹੋਰ ਦੇਖੋ, ਸਨੀ ਦਿਓਲ ਸਾਹਿਬ ਨੇ ਉਹਨਾਂ ਨੂੰ ਗੁਰਦਾਸਪੁਰ ਤੋਂ ਚੋਣ ਲੜਾ ਦਿਓ। ਰਹਿਣਾ ਬੰਬੇ ਆ ਬੰਦੇ ਨੇ। ਜਾਖੜ ਸਾਹਿਬ ਨੂੰ ਗੁਰਦਾਸਪੁਰ ਤੋਂ ਲੜਾ ਦਿਓ, ਜਾਣੀ ਹੈਗੇ ਅਬੋਹਰ ਫਾਜ਼ਿਲਕਾ ਵਾਲੇ ਇਲਾਕੇ ਦੇ ਨੇ। ਹੋਰ ਦੇਖੋ ਤੁਸੀਂ ਬੈਨੀਪਾਲ ਸਾਹਿਬ, ਦੋ ਬੰਦਿਆਂ ਦੇ ਨਾਂ ਲੈਣੇ ਆਪਾਂ ਭੁੱਲਣੇ ਨਹੀਂ। ਸੁਖਪਾਲ ਸਿੰਘ ਖਹਿਰਾ ਐਮਐਲਏ ਭਲੱਥ ਦੇ ਨੇ, ਉਹ ਬਠਿੰਡਿਓਂ ਇਲੈਕਸ਼ਨ ਲੜਦੇ ਆ। ਸਿਮਰਜੀਤ ਸਿੰਘ ਬੈਂਸ ਖੁਦ ਐਮਐਲਏ ਨੇ, ਐਮਪੀ ਦੀ ਇਲੈਕਸ਼ਨ 2 ਵਾਰੀ ਲੜੇ ਨੇ। ਜਾਣੀ ਕਿਤੇ ਨਾ ਕਿਤੇ ਦਾ ਖਰਚਾ ਲੋਕਾਂ ਦੇ ਸਿਰ ਪਊਗਾ। ਮੈਂ ਇਹ ਜ਼ਿਕਰ ਹੁਣ ਤਾਂ ਕੀਤਾ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਕਿਸੇ ਬੀਜੇਪੀ ਵਾਲੇ ਦਾ, ਖਹਿਰਾ ਸਾਹਿਬ ਦਾ ਜਾਂ ਬੈਂਸ ਸਾਹਿਬ ਦਾ ਨਾਂ ਨਹੀਂ ਲਿਆ। ਜਾਣੀ ਕਿ ਇੱਕ ਸੈੱਟ ਬਣ ਗਿਆ, ਮਾਈਂਡ ਸੈੱਟ ਬਣ ਗਿਆ ਇਦਾਂ ਦਾ ਕਿ ਭਾਈ ਅਸੀਂ ਜਿੱਦਾਂ ਮਰਜ਼ੀ, ਜਿੱਧਰਲੇ ਪਾਸੇ ਮਰਜ਼ੀ ਆਪਾਂ ਜੁਗਾੜ ਲਾ ਸਕਦੇ ਹਾਂ। ਇੱਕ ਵਾਰੀ ਕਾਂਸ਼ੀ ਰਾਮ ਹੋਰੀ ਆ ਕੇ ਇਲੈਕਸ਼ਨ ਲੜੇ ਸੀ। ਹੁਣ ਉਹ ਜੇ ਕਾਂਸ਼ੀ ਰਾਮ ਹੋਰੀ ਇੱਥੇ ਆ ਕੇ ਇਲੈਕਸ਼ਨ ਲੜ ਸਕਦੇ ਆ, ਉਹ ਮੁੱਖ ਤੌਰ ਦੇ ਉੱਤੇ ਕੰਮ ਕਿੱਥੇ ਕਰਦੇ ਸੀ? ਯੂਪੀ ਦੇ ਵਿੱਚ। ਹਾਲਾਂਕਿ ਪੰਜਾਬ ਦੇ ਨਾਲ ਉਹਨਾਂ ਦਾ ਬੜਾ ਗੂੜਾ ਸੰਬੰਧ ਹੈ। ਇਸੇ ਤਰੀਕੇ KS ਮੱਖਣ ਹੋਰਾਂ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਸੀ, ਜਿੱਥੋਂ ਦਿਲ ਕਰਦਾ ਪਾਰਟੀ ਟਿਕਟ ਫੜਾਉਂਦੀ। ਯਾਨੀ ਕਿ ਹੁਣ ਹੋਰ ਵੀ ਵੱਡੇ ਬੰਦੇ ਹੁੰਦੇ, ਹੰਸਰਾਜ ਹੋਰਾਂ ਦਾ ਪੰਜਾਬ ਨੂੰ ਸੂਟ ਲੱਗਾ, ਦਿੱਲੀੋਂ ਲੜਾ ਦਿਓ। ਹੁਣ ਬੜੀ ਅਜੀਬ ਗੱਲ ਹੈ ਨਾ ਕਿ ਆਪਾਂ ਕਿੱਧਰਲੇ ਪਾਸੇ ਨੂੰ ਜਾਂਦੇ ਆ। ਪਰ ਚਲੋ ਇਹ ਸਾਰਾ ਮਸਲਾ ਜਿਹੜਾ ਹੈ ਐਤਕੀ ਆਪਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਦਿੱਤਾ। ਅਗਲੀ ਵਾਰੀ ਹੁਣ ਲੋਕਾਂ ਨੇ ਕੀ ਕਰਨਾ ਇਹ ਤਾਂ ਉਹ ਜਾਣਦੇ ਨੇ। ਦੇਖੋ ਬਾਟ ਸਾਹਿਬ, ਇਹ ਛੋਟੀਆਂ ਗੱਲਾਂ ਨਹੀਂ ਜੀ। ਹੁਣ ਕੋਈ ਵੀ ਬੰਦਾ, ਕੋਈ ਵਿਅਕਤੀ ਹੈ, ਉਹਦਾ ਇੰਟਰਸਟ ਜਿੱਥੇ ਹੈਗਾ ਉਹਨੂੰ ਘੱਟੋ ਘੱਟ ਉੱਥੇ ਹੀ ਇੰਟਰਸਟ ਸ਼ੋਅ ਕਰ ਦਿੱਤਾ ਜਾਵੇ। ਇਹਦਾ ਮਤਲਬ ਇਹ ਨਹੀਂ ਕਿ ਲੱਗਦਾ ਕਿ ਇੱਥੋਂ ਹਾਰ ਜੀ ਨੂੰ ਉੱਥੇ ਲਿਜਾ ਕੇ ਜਿਤਾ ਲਈਏ। ਘੱਟੋ ਘੱਟ ਜਿਹੜੀਆਂ ਰਵਾਇਤੀ ਪਾਰਟੀਆਂ ਨੇ 70 ਵਰੇ ਤਾਂ ਇਹਨਾਂ ਨੂੰ ਹੋ ਗਏ ਆ ਰਾਜ ਕਰਦਿਆਂ ਨੂੰ, ਜਿੱਤਦਿਆਂ ਨੂੰ, ਹਾਰਦਿਆਂ ਨੂੰ। ਪਰ 1856 ਦੀ ਕਾਂਗਰਸ ਪਾਰਟੀ ਬਣੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ 1925 ਦਾ ਬਣਿਆ ਹੋਇਆ। ਜੇ ਹਾਲੇ ਤੱਕ ਵੀ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਜਿਹੜੇ ਹਲਕੇ ਦੇ ਨੁਮਾਇੰਦੇ ਨੂੰ ਅਸੀਂ ਇੱਥੋਂ ਬਣਾਉਣਾ ਚਾਹੁੰਦੇ ਹਾਂ ਜਾਂ ਜਿਤਾਉਣਾ ਚਾਹੁੰਦੇ ਹਾਂ ਜਾਂ ਕਈ ਵਾਰੀ ਹਰਾਉਣਾ ਵੀ ਚਾਹੁੰਦੇ ਹਾਂ ਜੀ, ਇਹਨੂੰ ਖੈਰ ਇਹਨੂੰ ਟਿਕਟ ਉੱਥੋਂ ਕਿਉਂ ਨਹੀਂ ਦਿੱਤੀ ਜਾਂਦੀ? ਬੈਨੀਪਾਲ ਸਾਹਿਬ, ਆਪਾਂ ਦਰਸ਼ਕਾਂ ਤੋਂ ਪੁੱਛਦੇ ਹਾਂ ਜੀ। ਪਹਿਲੀ ਗੱਲ ਤੋਂ ਟਿੱਪਣੀਆਂ ਕਰਨ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਜਾਣੀ ਚਾਹੀਦੀ ਹੈ? ਅਹਿਮ ਮੁੱਦਾ ਇਹਨਾਂ ਵਾਸਤੇ ਕਿਹੜਾ? ਹਾਂ, ਤੁਹਾਡੇ ਵਾਸਤੇ ਕਿਹੜਾ ਹੈ? ਇਹ ਨਾ ਹੋਵੇ ਕਿ ਸਿਆਸਤਦਾਨ ਵਾਲਾ ਮੁੱਦਾ ਹੋਵੇ। ਦੂਸਰੀ ਗੱਲ, ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਸਾਰੀਆਂ ਪਾਰਟੀਆਂ ਦੀ ਗੱਲ ਸੁਣ ਸਕਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਬਿਨਾਂ ਲੜਿਓ ਚੋਣ ਲੜ ਸਕਦੇ ਹੋ? ਬੈਨੀਪਾਲ ਸਾਹਿਬ, ਅਗਲੀ ਗੱਲ, ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਲੀਡਰ ਨੂੰ ਪਹਿਲਾਂ ਹੀ ਐਮਐਲਏ ਜਾਂ ਐਮਪੀ ਹੁੰਦਿਆਂ ਦੂਜੀ ਚੋਣ ਲੜਨੀ ਚਾਹੀਦੀ ਹੈ, ਜਾਂ ਇੱਕ ਲੀਡਰ ਨੂੰ ਹਲਕਾ ਬਦਲ ਕੇ ਦੂਜੇ ਪਾਸੇ ਜਾਣਾ ਚਾਹੀਦਾ ਹੈ? ਤੇ ਇੱਕ ਗੱਲ ਮੈਂ ਹੋਰ ਦੱਸਦਾ ਜੀ, ਜੇ ਆਮ ਲੋਕ ਨਾ ਸਮਝੇ ਤਾਂ ਸਿਆਸੀ ਪਾਰਟੀਆਂ ਦੇ ਕੋਲੇ ਢੋ ਮੇਲੇ ਬਹੁਤ ਨੇ। ਹੁਣ ਬੈਨੀਪਾਲ ਸਾਹਿਬ ਦੇਖੋ, ਆਪਾਂ ਪਾਰਟੀਆਂ ਦਾ ਜ਼ਿਕਰ ਕਰਦੇ ਹਾਂ ਕਿ ਕਿਵੇਂ ਉਹ ਤੁਹਾਨੂੰ ਕੁਝ ਨਹੀਂ ਸਮਝਦੇ, ਵੋਟਰ ਦੀ ਕੋਈ ਕੀਮਤ ਨਹੀਂ। ਉਦਾਹਰਣ ਹੈ, ਤੁਸੀਂ ਮੇਰੇ ਨਾਲ ਸਹਿਮਤ ਹੋ ਜਾਣਾ, ਮੈਨੂੰ ਪਤਾ ਹੈ ਜੀ। ਹੁਣ ਕਿਵੇਂ ਹੁੰਦੀ ਆ ਉਦਾਹਰਣ ਕਿ ਜੇ ਬੰਦਾ ਚੋਣ ਹਾਰ ਗਿਆ,
ਚੱਕ ਕੇ ਰਾਜ ਸਭਾ ਦਾ ਮੈਂਬਰ ਬਣਾ ਦਿਓ। ਪ੍ਰਤਾਪ ਸਿੰਘ ਬਾਜਵਾ ਚੋਣ ਹਰੇ, ਰਾਜ ਸਭਾ ਦੇ ਮੈਂਬਰ। ਦੁੱਲੋ ਸਾਹਿਬ ਹਰੇ, ਰਾਜ ਸਭਾ ਦੇ ਮੈਂਬਰ। ਉਧਰਲੇ ਪਾਸਿਓਂ ਹੋਰ ਦੇਖ ਲਓ ਤੁਸੀਂ, ਭੂੰਦੜ ਸਾਹਿਬ ਹਰੇ, ਰਾਜ ਸਭਾ ਦੇ ਮੈਂਬਰ। ਢੀਂਡਸਾ ਸਾਹਿਬ ਹਰੇ, ਰਾਜ ਸਭਾ ਦੇ ਮੈਂਬਰ। ਪੁਰੀ ਸਾਹਿਬ ਲੋਕ ਸਭਾ ਦੀ ਚੋਣ ਹਾਰ ਗਏ, ਕੈਬਨਿਟ ਜਿਹੜੇ ਉਧਰ ਹਰਦੀਪ ਸਿੰਘ ਪੁਰੀ ਕੇਂਦਰ ਦੇ ਵਿੱਚ ਮੰਤਰੀ। ਜਾਨੀ ਕਿ ਇੱਕ ਨਹੀਂ ਬਹੁਤ ਸਾਰੀਆਂ ਉਦਾਹਰਨਾਂ ਨੇ। ਨਰੇਸ਼ ਗੁਜਰਾਲ ਹੋਰੀ ਜਲੰਧਰੋਂ ਇਲੈਕਸ਼ਨ ਹਾਰ ਗਿਆ ਸੀ, ਮੁੜ ਕੇ ਰਾਜ ਸਭਾ ਦੇ ਮੈਂਬਰ। ਇੱਕ ਨਹੀਂ ਬੈਨੀਪਾਲ ਸਾਹਿਬ, ਕਿਹੜੀ ਸਿਆਸੀ ਪਾਰਟੀ ਹੈ ਜਿਹੜੀ ਆਹ ਕੁਛ ਨਹੀਂ ਕਰਦੇ? ਉਹ ਭਲਿਓ ਲੋਕੋ ਲੀਡਰੋਂ ਚੰਗੇ ਹੋ ਸਕਦੇ ਆ, ਪਰ ਜੇ ਲੋਕਾਂ ਨੇ ਆਪਦੀ ਕਚਹਿਰੀ ਦੇ ਵਿੱਚ ਹੀ ਉਹਨਾਂ ਨੂੰ ਇਹ ਸਮਝਿਆ ਕਿ ਭਾਈ ਰਹਿਣ ਦਿੰਨੇ ਆ, ਭਾਈ ਇਹਨਾਂ ਨੂੰ ਆਪਾਂ ਜਿਤਾਉਣਾ ਨਹੀਂ, ਤਾਂ ਫਿਰ ਆਪਾਂ ਕਾਹਨੂੰ ਉਧਰਲੇ ਪਾਸੇ ਲੈ ਕੇ ਜਾਣਾ? ਬੀਬੀ ਸਮ੍ਰਿਤੀ ਇਰਾਨੀ, ਉਹਨਾਂ ਨੂੰ ਰਾਹੁਲ ਗਾਂਧੀ ਤੋਂ ਇੱਕ ਵਾਰੀ ਉਹ ਹਾਰ ਗਿਆ ਸੀ, ਉਧਰਲੇ ਪਾਸੇ ਚੱਕ ਕੇ ਉਹਨਾਂ ਨੂੰ ਮੰਤਰੀ ਬਣਾਇਆ। ਹੋਰ ਵੀ 20 ਨਾਂ ਨੇ, ਆਪਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਂ ਗਿਣ ਸਕਦੇ ਆ। ਇਦਾਂ ਕਿਉਂ ਹੁੰਦਾ ਬਈ? ਇਹ ਕਿੱਧਰਲੇ ਪਾਸੇ ਨੂੰ ਗੱਲਾਂ ਬਾਤਾਂ ਤੁਰੀਆਂ ਜਾਂਦੀਆਂ? ਬੈਨੀਪਾਲ ਸਾਹਿਬ, ਆਮ ਲੋਕਾਂ ਨੂੰ ਸਿਆਸਤ ਦੇ ਵਿੱਚ ਆਪਣੀ ਕੀਮਤ ਤੇ ਮੁੱਦੇ ਪਹਿਚਾਨਣੇ ਪੈਣਗੇ। ਬਾਟ ਸਾਹਿਬ, ਇਹਦਾ ਕਹਿਣ ਦਾ ਭਾਵ ਇਹ ਹੈ ਕਿ ਲੋਕ ਹਾਰਦੇ ਆ, ਜਿਹੜੇ ਆਪਦੇ ਮਰਜ਼ੀ ਦੇ ਕੈਂਡੀਡੇਟ ਨੂੰ ਉਹ ਜਿਤਾ ਵੀ ਲੈਂਦੇ ਆ। ਇਹ ਭਗਵੰਤ ਮਾਨ ਨੇ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਜੀ। ਉਹ ਕਹਿੰਦਾ ਮੈਂ ਸੰਗਰੂਰ ਤੋਂ ਲਗਭਗ 4.5 ਲੱਖ ਵੋਟਾਂ ਨਾਲ ਪਹਿਲੀ ਵਾਰੀ ਜਿੱਤੇ ਸੀ, ਦੂਸਰੀ ਵਾਰੀ ਭਾਵੇਂ ਲੀਡ ਘਟੀ, ਜਿੱਤਾ ਜੀ, ਫਿਰ ਵੀ ਵੱਡੀ ਲੀਡ ਸੀ, ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ। ਉਹ ਕਹਿੰਦੇ ਮੈਨੂੰ ਅੱਜ ਇੰਝ ਲੱਗਦਾ ਕਿ ਸੰਗਰੂਰ ਦੇ ਲੋਕ ਜਿੱਤ ਕੇ ਵੀ ਹਾਰ ਗਏ, ਕਿਉਂਕਿ ਗੱਲ ਇਹ ਸੀ ਕਿ ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ, ਉਹਨਾਂ ਨੇ ਸੋਚਿਆ ਕਿ ਸਾਡੀ ਇਹ ਨੁਮਾਇੰਦਗੀ ਕਰਨ ਦੇ ਯੋਗ ਨਹੀਂ, ਇਸੇ ਕਰਕੇ ਹਰਾਇਆ ਹੋਣਾ। ਪਰ ਫਿਰ ਵੀ ਉਹ ਮੈਂਬਰ ਪਾਰਲੀਮੈਂਟ ਨੇ। ਹਾਲਾਂਕਿ ਭਗਵੰਤ ਮਾਨ ਹੋਰੀ ਤਾਂ ਸਥਾਈ ਤੌਰ ਤੇ ਨਹੀਂ, ਕਿਉਂਕਿ ਇਹ ਤਾਂ ਪਤਾ ਨਹੀਂ ਜੇ ਲੋਕ ਸਭਾ ਟੁੱਟ ਜੇ ਤੇ ਭੰਗ ਹੋ ਗਈ ਤਾਂ ਭੰਗ ਹੋ ਗਈ, ਪਰ ਜਿਹੜਾ ਰਾਜ ਸਭਾ ਦਾ ਮੈਂਬਰ ਬਣ ਗਿਆ ਉਹ ਮਿਆਦ ਤੱਕ ਉਹਨੇ ਮੈਂਬਰ ਪਾਰਲੀਮੈਂਟ ਬਣਿਆ ਰਹਿਣਾ। ਆਨੰਦ ਕਰਨਾ ਮੰਗਲ ਹੈ, ਕਿਉਂਕਿ ਬਹੁਤੀ ਵਾਰੀ ਕੋਈ ਜਵਾਬਦੇਹੀ ਵੀ ਕੋਈ ਨਹੀਂ, ਕਾਰਵਾਈਆਂ ਵੀ ਬਹੁਤੀਆਂ, ਨਜ਼ਰ ਬਹੁਤ ਸਾਰੇ ਜਿਹੜੇ ਆਪਾਂ ਜੇ ਢੀਂਡਸਾ ਸਾਹਿਬ ਨੂੰ ਪਾਸੇ ਵੀ ਰੱਖ ਦਈਏ ਨਾ, ਬਾਕੀ ਜਿਹੜੇ ਰਾਜ ਸਭਾ ਦੇ ਮੈਂਬਰ ਬਹੁਤੇ ਚੁਣ ਕੇ ਜਾਂਦੇ ਆ, ਉਹਨਾਂ ਦੀ ਕਿਤੇ ਵਾਲੀ ਕਾਰਗੁਜ਼ਾਰੀ ਵੀ ਨਜ਼ਰ ਨਹੀਂ ਆਉਂਦੀ। ਪਰ ਚਲੋ ਪੱਕੀ ਮੈਂਬਰੀ ਉਹਨਾਂ ਨੂੰ ਮਿਲ ਜਾਂਦੀ ਹੈ, ਪਾਰਟੀ ਨਾਲ ਕੀਤੀਆਂ ਵਫਾਦਾਰੀਆਂ ਦਾ ਸਿਲਾ ਮਿਲ ਸਕਦਾ। ਪਰ ਉਹ ਸਿਲਾ ਕਿਵੇਂ ਹੈ? ਜਿਹੜਾ ਇੱਕ ਬੰਦਾ, ਦੇਖੋ ਹੁਣ ਪਾਰਟੀ ਦੀਆਂ ਪਰਤਾਂ ਕਿਵੇਂ ਉਧੜਦੀਆਂ ਨੇ। ਜਿਹੜਾ ਬੰਦਾ ਇੱਕ ਵਫਾਦਾਰ ਹੈ, ਉਹਨੂੰ ਇਹ ਪਾਰਟੀ ਚਾਹੇਗੀ ਕਿ ਜੇਕਰ ਇਹ ਚੋਣ ਹਾਰ ਵੀ ਗਿਆ ਤਾਂ ਇਹਨੂੰ ਭਾਈ ਰਾਜ ਸਭਾ ਦੇ ਵਿੱਚ ਭੇਜੀਏ। ਉਹੀ ਬੰਦਾ ਜਿਹੜਾ ਵਫਾਦਾਰ ਸੀ, ਜਿਹਨੂੰ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਆਪਣੀ ਰਾਜ ਸਭਾ ਦਾ ਮੈਂਬਰ ਬਣਾਉਂਦਾ ਆ ਰਿਹਾ ਸੀ, ਆ ਟਰੱਕ ਕਰਕੇ ਟੁੱਟੀ ਹੈ। ਹੁਣ ਉਹੀ ਸੁਖਬੀਰ ਬਾਦਲ ਹੋਣੀ ਜਿਹੜੇ ਪਾਰਟੀ ਪ੍ਰਧਾਨ ਉਹਨਾਂ ਨੂੰ ਰਾਜ ਸਭਾ 'ਚ ਭੇਜਦੇ ਰਹੇ, ਉਹ ਹਰਿਆ ਹੋਇਆ ਜਵਾਰੀਆ ਦੱਸੀ ਜਾਂਦੇ ਆ। ਉਹ ਕਹਿੰਦੇ ਅਸੀਂ ਅੱਜ ਭੋਗ ਪਾਉਣਾ ਹੈ। ਹਾਂ ਦੱਸੋ। ਦੇਖੋ ਇਹ ਮਿਆਰ ਦੇਖੋ ਤੁਸੀਂ ਰਾਜਨੀਤੀ ਦਾ, ਕਿ ਜਿਹੜੇ ਵਿਅਕਤੀ ਨੂੰ ਇਹ ਸਮਝਦੇ ਸੀ ਕਿ ਮੇਰੇ ਪਿਤਾ ਸਮਾਨ ਹੈ, ਕਿਉਂਕਿ ਬਹੁਤ ਬੰਦੇ ਨੇ ਉਹਨਾਂ ਦੇ ਪਿਤਾ ਸਮਾਨ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ, ਉਹਨਾਂ ਵਿੱਚੋਂ ਉਹ ਸੁਖਦੇਵ ਸਿੰਘ ਢੀਂਡਸਾ ਬਾਰੇ ਵੀ ਇਹੀ ਕਹਿੰਦੇ ਰਹੇ ਕਿ ਸਤਿਕਾਰਤ ਨੇ। ਉਸੇ ਬੰਦੇ ਨੂੰ ਹਰਿਆ ਜਵਾਰੀਆ ਕਹਿਣਾ, ਉਸੇ ਬੰਦੇ ਦਾ ਭੋਗ ਪਾਉਣਾ, ਉਸੇ ਬੰਦੇ ਨੂੰ ਕਹਿਣਾ ਵੀ ਇਹ ਕਿਸੇ ਵਿਅਕਤੀ ਜਾਂ ਕਿਸੇ ਪਾਰਟੀ ਦਾ ਹੋ ਨਹੀਂ ਸਕਦਾ। ਇਹਦਾ ਮਤਲਬ ਜਿੰਨੀ ਦੇਰ ਤੁਹਾਡੇ ਨਾਲ ਆ ਬੰਦਾ, ਉਨੀ ਦੇਰ ਉਹ ਬੰਦਾ ਬਹੁਤ ਚੰਗਾ ਹੈ, ਉਨੀ ਦੇਰ ਦੱਸੋ। ਨਹੀਂ ਬਹੁਤ ਚੰਗਾ। ਮੈਂ ਦੱਸਣ ਲੱਗਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਸਾਹਿਬ ਜਿਨ੍ਹਾਂ ਦੇ ਬਾਰੇ ਇਹ ਕਿਹਾ, ਉਹ 4-5 ਮਹੀਨੇ ਜਾਂ 1.5 ਸਾਲ ਪਹਿਲਾਂ ਤੱਕ ਜਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਕੋਈ ਦੋਸ਼ ਲੱਗਦਾ ਹੁੰਦਾ ਸੀ ਜਾਂ ਪ੍ਰੈਸ ਕਾਨਫਰੰਸ ਕਰਨ ਵਾਲਿਆਂ ਦੇ ਵਿਚਾਲੀ ਕੁਰਸੀ ਉਹਨਾਂ ਦੀ ਹੁੰਦੀ ਸੀ। ਦੇਖੋ ਉਹੀ ਗੱਲ ਹੋ ਗਈ ਨਾ, ਉਨੀ ਦੇਰ ਤੱਕ ਉਹ ਵੀ ਨਹੀਂ ਬੋਲੇ। ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਖਾਤੇ ਬਹੁਤ ਸਾਰੇ ਊਚ ਨੀਚ ਹੁੰਦੇ ਨੇ, ਬਹੁਤ ਸਾਰੇ ਭੇਦ ਭਾਵ ਹੁੰਦੇ ਨੇ। ਗੁੱਬ ਘਬਾਟ ਪਰ ਉਦੋਂ ਹੀ ਕੱਢਦੇ ਆ ਜੀ ਜਦੋਂ ਪਾਰਟੀ ਤੋਂ ਲਾਂਭੇ ਹੁੰਦੇ ਆ। ਬੈਨੀਪਾਲ ਸਾਹਿਬ, ਹੁਣ ਦੇਖੋ ਇੱਥੇ ਇੱਕ ਹੋਰ ਆਪਾਂ ਗੱਲ ਨਾਲ ਤੋਰ ਲਈਏ ਜੀ, ਗੱਠਜੋੜ। ਹਾਂ, ਹੁਣ ਗੱਠਜੋੜ ਕਰਨੇ ਆ। ਦੇਖੋ ਪੰਜਾਬ ਦੇ ਲੋਕਾਂ ਨੂੰ ਗੱਠਜੋੜਾਂ ਦਾ ਕੀ ਭਾ? ਪੰਜਾਬ ਦੇ ਲੋਕ ਐਤਕੀ ਵਿਧਾਨ ਸਭਾ ਦੀ ਚੋਣ ਦੇ ਵਿੱਚ ਬੈਨੀਪਾਲ ਸਾਹਿਬ ਇਹ ਤਹਈਆ ਕਰਨ, ਅਸੀਂ ਤੁਹਾਡੀਆਂ ਟਿੱਪਣੀਆਂ ਚਾਹਾਂਗੇ, ਕਿਉਂਕਿ ਹੋ ਸਕਦਾ ਤੁਹਾਨੂੰ ਲੱਗਦਾ ਹੋਵੇ ਆਹ ਵੀ ਮੁੱਦਾ ਅਹਿਮ ਸੀ, ਆਹ ਵੀ ਅਹਿਮ ਸੀ। ਅਸੀਂ 600 ਦਿਨ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 500-600 ਦਿਨ ਰਹਿੰਦਾ, ਇਸ ਕਰਕੇ ਇਹ ਮੁੱਦਾ ਚੁੱਕਿਆ ਕਿ ਸ਼ਾਇਦ ਤੁਸੀਂ ਉਸ ਮੁੱਦੇ ਤੇ ਮਾੜਾ ਮੋਟਾ ਸੋਚੋ। ਬੈਨੀਪਾਲ ਸਾਹਿਬ, ਕੀ ਪੰਜਾਬ ਦੇ ਆਮ ਵੋਟਰ ਨੂੰ ਵੋਟ ਪਾਉਣ ਲੱਗਿਆਂ ਇਹ ਸੋਚਣਾ ਚਾਹੀਦਾ ਹੈ ਕਿ ਉਮੀਦਵਾਰ ਮੇਰੇ ਭਾਈਚਾਰੇ ਦਾ ਹੈ? ਕੀ ਇਹ ਸੋਚਣਾ ਚਾਹੀਦਾ ਕਿ ਭਾਈ ਮਾਸੜ ਦਾ ਟੈਲੀਫੋਨ ਆਇਆ, ਤਾਏ ਦਾ ਟੈਲੀਫੋਨ ਆਇਆ? ਕੀ ਇਹ ਸੋਚਣਾ ਚਾਹੀਦਾ ਕਿ ਭਾਈ ਇਹਦੇ ਨਾਲ ਤਾਂ 40 ਕਾਰਾਂ ਤੁਰੀਆਂ ਫਿਰਦੀਆਂ ਹੁੰਦੀਆਂ, ਇਹਦੇ ਮਗਰ ਤਾਂ ਬੰਦੇ ਹੀ ਬਹੁਤ ਹੈ? ਜਾਂ ਫਿਰ ਕੁਝ ਹੋਰ ਸੋਚਣਾ ਚਾਹੀਦਾ? ਜਾਣੀ ਕਿ ਸਾਡੇ ਵੋਟ ਪਾਉਣ ਦੀ ਮਾਨਸਿਕਤਾ ਕੀ ਹੈ? ਅਸੀਂ ਵੋਟ ਕਿਵੇਂ ਪਾਉਣੇ ਆ? ਪਾਰਟੀ ਨੂੰ ਪਾਉਣੇ ਆ, ਬੰਦੇ ਨੂੰ ਪਾਉਣੇ ਆ, ਮੁੱਦੇ ਦੇ ਹਿਸਾਬ ਨਾਲ ਪਾਉਣੇ ਆ, ਭਾਈਚਾਰੇ ਨੂੰ ਪਾਉਣੇ ਆ, ਆਪਣੇ ਜਾਤੀ ਵਾਲੇ ਨੂੰ ਪਾਉਣੇ ਆ, ਆਪਣੀ ਧਰਮ ਵਾਲੇ ਨੂੰ ਪਾਉਣੇ? ਕਿ ਕਿਉਂ ਵੋਟ ਪਾਉਣੇ ਨੇ, ਕਿਵੇਂ ਵੋਟ ਪਾਉਣੇ, ਸਾਡਾ ਕ੍ਰਾਈਟੇਰੀਆ ਕੀ ਹੈ? ਤੁਸੀਂ ਆਪਣੇ ਦਿਮਾਗ ਦੇ ਵਿੱਚ ਚਿੰਤਨ ਮੰਥਨ ਕਰਕੇ ਟਿੱਪਣੀਆਂ ਸਾਨੂੰ ਇੱਥੇ ਵੀ ਲਿਖ ਦਿਓ। ਬਾਟ ਸਾਹਿਬ, ਪੰਜਾਬ ਦੀ ਰਾਜਨੀਤੀ ਬਾਕੀ ਮੁਲਕਾਂ ਨਾਲੋਂ ਕੋਈ ਬਹੁਤੀ ਵੱਖਰੀ ਨਹੀਂ। ਅਸੀਂ ਇੱਥੇ ਵੀ ਦੇਖਦੇ ਹਾਂ, ਲੋਕ ਫੋਨ ਇੱਥੇ ਵੀ ਕਰਦੇ ਆ ਜੀ ਕਿ ਆਪਣਾ ਬੰਦਾ ਖੜ ਗਿਆ ਵੀ ਵੋਟ ਪਾ ਦਈਏ, ਆਪਣੇ ਭਾਈਚਾਰੇ ਦਾ ਖੜ ਗਿਆ ਵੋਟ ਪਾ ਦਈਏ। ਜੇ ਉੱਥੇ ਇਹ ਚੀਜ਼ ਨਾ ਹੁੰਦੀ ਹੋਵੇ
ਤਾਂ ਘੱਟੋ ਘੱਟ ਪਾਰਟੀਆਂ ਇਹ ਨਾ ਦੇਖਣ, ਆਪਾਂ ਵੇਖ ਰਹੇ ਹੁੰਦੇ ਆ ਕਿ ਯਾਰ ਆਹ ਬੰਦਾ ਬਣਾਉਣਾ। ਹੁਣ ਜਦੋਂ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਸੀ, ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਲਾਂਭੇ ਕੀਤਾ ਗਿਆ, ਆਪਣੇ ਨਾਲ ਇੱਕ ਦਿਨ ਮੁਲਾਕਾਤ ਕਰਦਿਆਂ ਵੀ ਸੁਖਪਾਲ ਖਹਿਰਾ ਵੀ ਇਸ ਗੱਲ ਦਾ ਜ਼ਿਕਰ ਕਰਕੇ ਗਏ ਸੀ ਕਿ ਇਹ ਆਖਿਆ ਗਿਆ ਸੀ ਕਿ ਜਿਹੜੇ ਭਾਈ ਜਿਨ੍ਹਾਂ ਨੂੰ ਖਾਸ ਕਰਕੇ ਲੋਕ ਕਹਿੰਦੇ ਨੇ ਕਿ ਅਨੁਸੂਚਿਤ ਜਾਤੀਆਂ ਨੇ, ਅਸੀਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਨੁਮਾਇੰਦਗੀ ਦੇਣੀ ਚਾਹੁੰਦੇ ਹਾਂ। ਉਹ ਕਹਿੰਦੇ ਉਸ ਕਰਕੇ ਪਾਰਟੀ ਟਿਕਟਾਂ ਦਿੰਦੀ ਹੈ। ਫਿਰ ਕਹਿੰਦੇ ਨੇ ਕਿ ਆਹ ਘੱਟ ਗਿਣਤੀ, ਅਸੀਂ ਇਹਨੂੰ ਨੁਮਾਇੰਦਗੀ ਚਾਹੁੰਦੇ ਹਾਂ, ਇਹਨੂੰ ਕੋਈ ਅਹੁਦਾ ਦੇਣਾ ਚਾਹੁੰਦੇ ਹਾਂ। ਹੁਣ ਸੁਖਪਾਲ ਸਿੰਘ ਖਹਿਰਾ ਹੋਣੀ ਉਸ ਦਿਨ ਇਸ ਗੱਲ ਦਾ ਜ਼ਿਕਰ ਵੀ ਕਰਕੇ ਗਏ ਸੀ ਕਿ ਜੇਕਰ ਤੁਸੀਂ ਗੱਠਜੋੜ ਦੀ ਗੱਲ ਕੀਤੀ ਹੈ ਕਿ ਮੈਨੂੰ ਪਾਰਟੀ ਪ੍ਰਧਾਨਗੀ ਦੀ ਜ਼ਰੂਰਤ ਨਹੀਂ, ਜੇਕਰ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਬਣਾਉਂਦੇ ਨੇ, ਮੂਹਰੇ ਲੱਗਣਾ ਚਾਹੁੰਦੇ ਆ, ਮੈਂ ਬਿਨਾਂ ਕਿਸੇ ਸ਼ਰਤ ਉਹਨਾਂ ਦੇ ਨਾਲ ਤੁਰਨ ਨੂੰ ਤਿਆਰ ਹਾਂ। ਹੁਣ ਮੈਨੂੰ ਇਸ ਗੱਲ ਦਾ ਵਿੱਚੋਂ ਵਿੱਚ ਮਾੜਾ ਮੋਟਾ ਫੀਲ ਹੋ ਰਿਹਾ, ਮਹਿਸੂਸ ਹੋ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਗੱਠਜੋੜ ਹੁੰਦੇ ਨੇ ਇਹ ਅਨਜੋੜ ਵਿਆਹਾਂ ਵਰਗੇ ਹੈ ਜੀ। ਉਹਨਾਂ ਦਾ ਆਪਸ ਦੇ ਵਿੱਚ ਮੇਲ ਜੋਲ ਕੋਈ ਨਹੀਂ ਹੁੰਦਾ, ਪਰ ਜੇਕਰ ਕਿਸੇ ਨੇ ਗੰਢ ਬੰਨ੍ਹ ਦਿੱਤੀ ਤਾਂ ਠੀਕ ਹੈ। ਇਸੇ ਤਰੀਕੇ ਨਾਲ ਜੇਕਰ ਇਹ ਅਨਜੋੜ ਨਾ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਾਲੇ ਆਪਸ ਦੇ ਵਿੱਚ ਇਸ ਵਕਤ ਦੁੱਧ ਨਾਲ ਰੜਕ ਰਹੇ ਹੋਣ। ਭਾਜਪਾ ਵਾਲੇ ਕਹੀ ਜਾਂਦੇ ਨੇ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ, ਸ਼੍ਰੋਮਣੀ ਅਕਾਲੀ ਦਲ ਵਾਲੇ ਦਿੱਲੀ 'ਚ ਸੀਟ ਮੰਗਦੇ ਦਿੱਤੀ ਨਹੀਂ ਜਾਂਦੀ, ਸ਼੍ਰੋਮਣੀ ਅਕਾਲੀ ਦਲ ਵਾਲੇ ਹਰਿਆਣੇ 'ਚ ਸੀਟ ਮੰਗਦੇ ਦਿੱਤੀ ਨਹੀਂ ਜਾਂਦੀ, ਯੂਪੀ 'ਚ ਵੀ ਹਾਲ ਇਹੀ ਹੋਇਆ। ਹੁਣ ਉਹ ਪੰਜਾਬ ਦੇ ਵਿੱਚ ਮੰਗ ਕਰ ਰਹੇ ਆ ਕਿ ਜਾਂ ਤਾਂ ਅੱਧੀ ਤੋਂ ਵੀ ਇੱਕ ਵੱਧ ਮੰਗਦੇ ਆ ਜੀ, ਨਹੀਂ ਤੁਹਾਡੇ ਨਾਲ ਨਹੀਂ ਰਹਿਣਾ। ਇਹਦਾ ਮਤਲਬ ਉਹਨਾਂ ਦਾ ਸਿਰਫ ਤੇ ਸਿਰਫ ਕਿਤੇ ਨਾ ਕਿਤੇ ਕੋਈ ਵੀ ਪਾਰਟੀ ਹੈ, ਭਾਵੇਂ ਭਾਜਪਾ ਹੈ, ਭਾਵੇਂ ਬਹੁਜਨ ਸਮਾਜ ਪਾਰਟੀ ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਕਾਂਗਰਸ ਵਾਲੇ ਹੈ, ਸਿਰਫ ਚੋਣਾਂ ਜਿੱਤਣਾ ਇੱਕ ਮਕਸਦ ਹੈ। ਪੰਜਾਬ ਦੇ ਲੋਕਾਂ ਦੀ ਭਲਾਈ ਦਾ ਕੋਈ ਮਕਸਦ ਨਹੀਂ। ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਜਿਹੜੀ 9 ਮਾਸ ਦਾ ਰਿਸ਼ਤਾ ਦੱਸਣ ਵਾਲੀਆਂ ਪਾਰਟੀਆਂ ਸੀ, ਹੋ ਸਕਦਾ ਉਹਨਾਂ ਦਾ ਕਿਸੇ ਹੋਰ ਨਾਲ ਗੱਠਜੋੜ ਹੋਵੇ, ਉਹਨਾਂ ਦਾ ਕਿਸੇ ਹੋਰ ਨਾਲ ਗੱਠਜੋੜ ਹੋਵੇ, ਕਿਉਂਕਿ ਮਕਸਦ ਚੋਣਾਂ ਜਿੱਤਣਾ ਹੈ, ਮਕਸਦ ਲੋਕਾਂ ਤੇ ਰਾਜ ਕਰਨਾ ਹੈ, ਮਕਸਦ 5 ਸਾਲ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੈਠਣਾ ਹੈ, ਲੋਕ ਜਿੱਥੇ ਮਰਜ਼ੀ ਜਾਣ। ਬੈਨੀਪਾਲ ਸਾਹਿਬ, ਹੁਣ ਇੱਕ ਮੁੱਦਾ ਇਹਦੇ ਨਾਲ ਸੰਬੰਧਿਤ ਆਪਾਂ ਫਿਰ ਲੋਕਾਂ ਦੀ ਕਚਹਿਰੀ 'ਚ ਆਉਣਾ ਹੈ। ਮੇਰੇ ਮਨ ਦੇ ਵਿੱਚ ਹੁਣੇ ਆਇਆ ਕਿ ਚੋਣ ਜਿਹੜੀ ਹੈ 2022 ਦੀ, ਇਹ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਅਸੀਂ ਮੁੱਦਾ ਛੱਡਣਾ ਹੈ ਜੀ। ਕਿਹੋ ਜਿਹੀ ਹੋਵੇ? ਕੀ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਅਸੀਂ ਕਰਜ਼ੇ 'ਚ ਹਾਂ? ਪੰਜਾਬ ਸੂਬਾ ਅਸੀਂ ਬਹੁਤ ਵਿਆਜ ਦਿੰਦੇ ਹਾਂ, ਕੇਂਦਰ ਵੱਲੋਂ ਸਾਨੂੰ ਸਹਾਇਤਾ ਕੋਈ ਨਹੀਂ ਮਿਲਦੀ, ਉਦਯੋਗ ਸਾਡੇ ਨਹੀਂ ਚੱਲਦੇ, ਖੇਤੀ ਸਾਡੀ ਨਹੀਂ ਚੱਲਦੀ। ਕੀ ਪੰਜਾਬ ਦੀ ਇਸ ਵਾਰੀ ਦੀ ਚੋਣ ਵੱਡੀਆਂ ਰੈਲੀਆਂ ਤੋਂ ਬਿਨਾਂ ਨਹੀਂ ਹੋ ਸਕਦੀ? ਕੀ ਪੰਜਾਬ ਦੀ ਆਉਣ ਵਾਲੀ ਵਿਧਾਨ ਸਭਾ 2022 ਦੀ ਚੋਣ ਰੋਡ ਸ਼ੋਜ਼ ਤੋਂ ਬਿਨਾਂ ਨਹੀਂ ਹੋ ਸਕਦੀ? ਕੀ ਪੰਜਾਬ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰ ਹੋਣ ਜਾਂ ਪਾਰਟੀਆਂ ਦੇ ਪ੍ਰਧਾਨ ਹੋਣ, ਇੱਕ ਪਲੇਟਫਾਰਮ ਤੇ ਆ ਕੇ ਸਿੱਧੀ ਡਿਬੇਟ ਕਰਨਗੇ, ਮੁੱਦਿਆਂ ਤੇ ਡਿਬੇਟ ਕਰਨ? ਕਿਉਂਕਿ ਪੰਜਾਬ ਨੂੰ ਡਿਬੇਟ ਦੀ ਲੋੜ ਹੈ, ਪੰਜਾਬ ਨੂੰ ਸੋਲਿਡ ਬਹਿਸ ਦੀ ਲੋੜ ਹੈ। ਇੱਕ ਜਗ੍ਹਾ ਇਕੱਠੇ ਹੋਣ, ਤੁਸੀਂ ਜਿਹੜੀ ਵੀ ਪਾਰਟੀ ਨਾਲ ਸੰਬੰਧਿਤ ਹੋ, ਆਪਦੇ ਲੀਡਰ ਤੇ ਪ੍ਰੈਸ਼ਰ ਪਾਓ ਕਿ ਇੱਕ ਬੰਦਾ ਮੁਕਤਸਰ ਰੈਲੀ ਕਰ ਲੈਂਦਾ, ਇੱਕ ਬੰਦਾ ਲੁਧਿਆਣੇ ਰੈਲੀ ਕਰ ਲੈਂਦਾ, ਤੀਸਰਾ ਅੰਮ੍ਰਿਤਸਰ ਕਰ ਲੈਂਦਾ, ਉਹ ਆਪਣੇ ਬੰਦਿਆਂ ਨੂੰ ਸੱਦ ਕੇ ਟ੍ਰੈਫਿਕ ਜਾਮ ਕਰਕੇ ਆਪਣੀਆਂ ਸੁਣਾ ਦਿੰਦੇ ਹੋ। 1 ਵੇ ਟ੍ਰੈਫਿਕ ਆ, ਲੀਡਰ ਸਟੇਜ ਤੋਂ ਬੋਲਦਾ, ਤੁਸੀਂ ਮੂਹਰੇ ਬੈਠੇ ਹੋ, ਗੱਲ ਕਰ ਸਕਦੇ ਹੋ। ਬੈਨੀਪਾਲ ਸਾਹਿਬ, ਇਸ ਵੇਲੇ ਹਰ ਵਿਧਾਨ ਸਭਾ ਹਲਕੇ ਦੇ ਵੋਟਰ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੈ, ਜਿੰਨੀਆਂ ਵੀ ਪਾਰਟੀਆਂ ਦੇ ਕੈਂਡੀਡੇਟ ਖੜੇ ਆ, ਉਹਨਾਂ ਨੂੰ ਕਹੋ ਕਿ ਭਾਈ ਇੱਕ ਥਾਂ ਇਕੱਠੇ ਹੋਵੋ, ਮੁੱਦਿਆਂ ਤੇ ਆਧਾਰਿਤ ਜਵਾਬ ਦਿਓ। ਜੇ ਦੂਸਰੇ ਬੰਦੇ ਦੇ ਸਮੇਂ ਦੇ ਵਿੱਚ ਇੱਕ ਕੈਂਡੀਡੇਟ ਬੋਲਿਆ ਤਾਂ ਫਿਰ ਦੇਖਿਓ। ਜੇ ਪੰਜਾਬ ਦੇ ਲੋਕਾਂ ਨੇ ਬੈਨੀਪਾਲ ਸਾਹਿਬ ਆਉਣ ਵਾਲੀ ਵਿਧਾਨ ਸਭਾ ਦੀ ਜਿਹੜੀ ਚੋਣ ਹੈ ਨਾ, ਉਹ ਰੈਲੀਆਂ ਤੋਂ ਬਿਨਾਂ, ਰੋਡ ਸ਼ੋਜ਼ ਤੋਂ ਬਿਨਾਂ, ਆ ਵੱਡੀਆਂ ਵੱਡੀਆਂ ਝੰਡੀਆਂ, ਵੱਡੇ ਵੱਡੇ ਪੋਸਟਰਾਂ ਤੋਂ ਬਿਨਾਂ ਇਸ ਬਹਿਸ ਦੇ ਮੁੱਦੇ ਤੇ ਲੜ ਲਈ, ਸਾਦੀ ਲੜ ਲਈ, ਸਸਤੀ ਲੜ ਲਈ, ਸਮਝ ਲਓ ਕਿ ਅੱਧੀ ਜੰਗ ਪੰਜਾਬ ਦੇ ਲੋਕਾਂ ਨੇ ਉਹੀ ਜਿੱਤ ਲਈ ਹੈ। ਬਾਠ ਸਾਹਿਬ, ਲਗਭਗ ਪੌਣੇ 4 ਸਾਲ ਹੋ ਗਏ ਆ ਜਦੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਹੋਈ, ਅਮਰੀਕੀ ਪ੍ਰਧਾਨਗੀ ਦੀ ਚੋਣ ਹੋਈ। ਇਹ ਪਹਿਲੀ ਵਾਰੀ ਉੱਥੇ ਨੋਟ ਕੀਤਾ ਗਿਆ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਜਿਸ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਵੋਟਾਂ ਇਸੇ ਤਰੀਕੇ ਨਾਲ ਹੁੰਦੀਆਂ ਨੇ। ਰੈਲੀਆਂ ਕੋਈ ਵੱਡੀਆਂ ਨਹੀਂ ਹੁੰਦੀਆਂ, ਛੋਟੇ-ਮੋਟੇ ਇਕੱਠ ਕਰਦੇ ਆ, ਲੋਕਾਂ ਨੂੰ ਆ ਕੇ ਲੀਡਰ ਮਿਲਦੇ ਆ, ਪਰ ਰੋਡ ਸ਼ੋਅ ਨਹੀਂ ਹੁੰਦੇ, ਵੱਡੀਆਂ ਰੈਲੀਆਂ ਨਹੀਂ ਹੁੰਦੀਆਂ। ਟੀਵੀ ਚੈਨਲਸ ਵੱਲੋਂ, ਰੇਡੀਓ ਸਟੇਸ਼ਨ ਵੱਲੋਂ, ਕਿਸੇ ਪ੍ਰੈਸ਼ਰ ਗਰੁੱਪ ਦੇ ਵੱਲੋਂ ਸਾਰੇ ਲੀਡਰਾਂ ਨੂੰ ਇੱਕੋ ਹੀ ਥਾਂ ਤੇ ਬੁਲਾਇਆ ਜਾਂਦਾ ਹੈ। ਉਹਨਾਂ ਨੂੰ ਪਹਿਲਾਂ ਰੂਲ ਦੱਸੇ ਜਾਂਦੇ ਆ ਕਿ ਤੇਰਾ ਸਮਾਂ 1 ਮਿੰਟ ਦਾ, 30 ਸੈਕਿੰਡ ਦਾ ਜਾਂ 2 ਮਿੰਟ ਦਾ, ਜੇ ਤੂੰ ਇਹਦੇ ਵਿੱਚ ਬੋਲਿਆ ਤਾਂ ਤੇਰਾ ਅਗਲਾ ਸਵਾਲ ਕੱਟ ਕੇ ਦੂਜਾ ਸਵਾਲ ਵੀ ਇਸੇ ਬੰਦੇ ਨੂੰ ਕਰ ਦਿੱਤਾ ਜਾਊ, ਤੈਨੂੰ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ ਜਾਣਾ। ਉਸ ਵਕਤ ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ ਕਿ ਦੱਸਿਆ ਜਾ ਭਾਈ ਵਿੱਚ ਨਹੀਂ ਬੋਲਣਾ, ਜਦੋਂ ਹਿਲਰੀ ਕਲਿੰਟਨ ਜਿਹੜੇ ਡੈਮੋਕ੍ਰੈਟਿਕ ਉਮੀਦਵਾਰ ਸਨ, ਜਿਹੜੇ ਚੋਣ ਹਾਰ ਗਏ ਸੀ, ਬਿਲ ਕਲਿੰਟਨ ਦੇ ਪਤਨੀ ਸੀ, ਜਦੋਂ ਉਹਨਾਂ ਦਾ ਸਮਾਂ ਆਉਂਦਾ ਸੀ, ਡੋਨਲਡ ਟਰੰਪ ਸਾਹਿਬ ਵਿੱਚ ਬੋਲਦੇ ਰਹਿੰਦੇ ਫੇਕ, ਲਾਇਰ, ਉਹਨਾਂ ਨੇ ਚੁੱਪ ਨਹੀਂ ਸੀ ਕਰਦੇ ਹੁੰਦੇ। ਪਰ ਹੁਣ ਇਹ ਹੈ ਕਿ ਵੱਡੇ ਵੱਡੇ ਬੰਦੇ ਵੀ ਵਿੱਚ ਕਿਤਾਵੇ ਮਾੜਾ ਮੋਟਾ ਬੋਲ ਪੈਂਦੇ ਆ ਜੀ। ਪਰ ਹੁਣ ਜੇਕਰ ਪੰਜਾਬ ਦੇ ਵਿੱਚ ਆ ਜਿਹੜੀ ਰੀਤ ਆ ਰਵਾਇਤ ਆ, ਹੋ ਸਕਦਾ ਕਰੋਨਾ ਵਾਇਰਸ ਸੇ ਸਾਨੂੰ ਕੁਝ ਨਵਾਂ ਸਿਖਾ ਜਾਵੇ, ਕਿਉਂਕਿ ਅਸੀਂ ਦੇਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ
ਪਹਿਲਾਂ ਤਾਂ ਨਹੀਂ ਕਿ ਲੋਕਾਂ ਨੂੰ ਸੰਬੋਧਨ ਹੁੰਦੇ ਸੀ, ਹੁਣ ਉਹ ਹਫ਼ਤਾਵਾਰੀ ਫੇਸਬੁੱਕ ਤੇ ਲਾਈਵ ਹੁੰਦੇ ਆ। ਹੋ ਸਕਦਾ ਵਿੱਚੋਂ ਕਿਸੇ ਸਵਾਲ ਦਾ ਜਵਾਬ ਵੀ ਦੇ ਦਿੰਦੇ ਹੋਣ। ਕਿਹਾ ਤਾਂ ਇਹ ਜਾਂਦਾ ਕਿ ਪਹਿਲਾਂ ਸਵਾਲ ਭੇਜੋ ਤੇ ਮੈਂ ਉਹਨਾਂ ਦੇ ਜਵਾਬ ਦੇ ਦਿਆਂਗਾ। ਜਿਵੇਂ ਮਰਜ਼ੀ ਹੈ, ਘੱਟੋ ਘੱਟ ਲੋਕਾਂ ਨਾਲ ਰਾਬਤਾ ਤਾਂ ਕਰਨ ਲੱਗ ਪਏ ਆ ਨਾ। ਇਹ ਜਿਹੜੀ ਰੀਤ ਭਾਵੇਂ ਕਰੋਨਾ ਕਾਰਨ ਹੀ ਤੁਰੀ ਹੈ, ਇਸ ਰੀਤ ਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਜਿਵੇਂ ਇੱਥੇ ਲੀਡਰ ਵੱਡੇ ਵੱਡੇ ਪਾਰਟੀਆਂ ਦੇ ਕਿਸੇ ਪਲੇਟਫਾਰਮ ਤੇ ਸਾਰੇ ਇਕੱਠੇ ਹੁੰਦੇ ਨੇ, ਪਹਿਲਾਂ 5 ਮਿੰਟ 10 ਮਿੰਟ 15 ਜਾਂ 20 ਮਿੰਟ ਸਮੇਂ ਦੇ ਹਿਸਾਬ ਨਾਲ ਜਿਹੜੇ ਐਂਕਰ ਹੁੰਦੇ ਨੇ ਉਹ ਉਹਨਾਂ ਨੂੰ ਸਵਾਲ ਕਰਦੇ ਆ। ਫਿਰ ਜਿਹੜੀ ਪਬਲਿਕ ਇਕੱਠੀ ਹੋਈ ਹੁੰਦੀ ਹੈ, ਮਾਈਕ ਉਹਨਾਂ ਨੂੰ ਦਿੱਤਾ ਜਾਂਦਾ ਹੈ ਕਿ ਤੁਸੀਂ ਸਿੱਧਾ ਸਵਾਲ ਦਿਓ। ਜਿਹੜੇ ਬੰਦੇ ਨੂੰ ਸਵਾਲ ਪੁੱਛਿਆ ਜਾਂਦਾ ਜਵਾਬ ਉਹਨੂੰ ਦੇਣ ਦਾ ਹੀ ਹੱਕ ਹੁੰਦਾ ਹੈ। ਫਿਰ ਕ੍ਰਾਸ ਸਵਾਲ ਕਰਾਏ ਜਾਂਦੇ ਨੇ ਕਿ ਤੁਸੀਂ ਇਹਨਾਂ ਨੇ ਤੁਹਾਨੂੰ ਸਾਰਿਆਂ ਨੇ ਇੱਕ ਦੂਸਰੇ ਨੂੰ ਸਵਾਲ ਪੁੱਛਣੇ ਨੇ ਤੇ ਉਹਦਾ ਸਮਾਂ ਨਿਰਧਾਰਤ ਕੀਤਾ ਜਾਂਦਾ ਹੈ। ਜੇ ਕਿਤੇ ਪੰਜਾਬ ਦੇ ਵਿੱਚ ਇਹ ਲੀਹ ਤੁਰ ਪਵੇ ਨਾ, ਲੋਕਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਹੱਲ ਹੋ ਜਾਣ ਦੀ ਸੰਭਾਵਨਾ ਹੈ, ਪਰ ਇਹ ਹੈ ਉੱਥੇ ਵੀ ਜਵਾਬ ਦੇ ਦਿਆ ਕਰਨਗੇ 50 ਸਾਲਾਂ ਬਾਅਦ ਜਿਵੇਂ ਰੈਲੀਆਂ 'ਚ ਜਾਂਦੇ ਆ। ਬੈਨੀਪਾਲ ਸਾਹਿਬ ਦੇਖੋ, ਐਤਕੀ ਇਹ ਆਪਾਂ ਤੋਰਨੀ ਆ। ਮੈਂ ਕਹਿੰਦਾ ਕਿ ਜੇ ਸਾਡੀ ਇਹ ਸਲਾਹ ਸਾਡੇ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਨੂੰ ਠੀਕ ਲੱਗਦੀ ਆ, ਚੰਗੀ ਲੱਗਦੀ ਆ ਕਿ ਰੈਲੀਆਂ, ਰੋਡ ਸ਼ੋਅ, ਮਹਿੰਗੀ ਚੋਣ ਨਹੀਂ, ਐਤਕੀ ਤਾਂ ਲੀਡਰ ਬਰਾਬਰ ਖੜੇ ਹੋਣ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲ ਕਰਨ, ਜਿਹੜੇ ਮੁੱਦੇ ਪ੍ਰਸੰਗਿਕ ਨੇ। ਫੇਰ ਤਾਂ ਭਾਈ ਠੀਕ ਹੈ, ਤੁਸੀਂ ਫਿਰ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ, ਇਸ ਮੁੱਦੇ ਤੇ ਅੱਗੇ ਵੀ ਵਧਿਓ। ਐਤਕੀ ਆਪਾਂ ਲੜਨਾ ਨਹੀਂ ਹੈ, ਕਿਉਂਕਿ ਬੈਨੀਪਾਲ ਸਾਹਿਬ ਸਮਝ ਲਿਓ, ਜੇ ਕਿਸੇ ਪਿੰਡ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀਆਂ 100 ਝੰਡੀਆਂ ਲੱਗੀਆਂ, 4 ਵੱਡੇ ਬੈਨਰ ਲੱਗੇ ਆ, ਜੇ ਉਸ ਦਿਨ ਵੀ ਬੈਂਚ ਲੱਗਾ ਹੋਇਆ ਕਿ ਪਰਚੀਆਂ ਕੱਟੋ, ਜੇ ਪਿੰਡ ਦੇ ਵਿੱਚ ਕੋਈ ਵੀ ਖਰਚਾ ਜਿਹੜਾ ਇਲੈਕਸ਼ਨ ਦਾ ਹੁੰਦਾ ਉਹ ਤੁਹਾਡੇ ਢਿੱਡੋਂ ਕੱਢਣਾ ਹੈ, ਅਗਲੇ ਨੇ ਤੁਹਾਡੇ ਮੂੰਹ ਦੇ ਵਿੱਚ ਦੀ ਹੱਥ ਪਾ ਕੇ ਕੱਢਣਾ ਹੈ, ਕਿਉਂਕਿ ਅਗਲਿਆਂ ਦੇ ਕਿਹੜਾ ਹਲ ਚੱਲਦੇ ਆ, ਉਹਨਾਂ ਨੇ ਪੈਸੇ ਤਾਂ ਕਿਤੇ ਨਾ ਕਿਤੇ ਲੋਕਾਂ ਤੋਂ ਇਕੱਠੇ ਕਰਨੇ ਆ। ਇਸ ਕਰਕੇ ਆਪਾਂ ਸਸਤੀ ਚੋਣ ਕਰਾਈਏ, ਲੀਡਰ ਨੂੰ ਜਵਾਬ ਦੇ ਬਣਾਈਏ ਕਿ ਭਾਈ ਹੁਣ ਜਿੰਦਾਬਾਦ ਮੁਰਦਾਬਾਦ ਵਾਲੀ ਗੱਲ ਹੈ ਨਹੀਂ। ਹੁਣ ਇਹ ਨਹੀਂ ਹੈ ਕਿ ਸੜਕਾਂ ਬਲੌਕ ਕਰ ਰੱਖੋ। ਤੇ ਸਭ ਤੋਂ ਵੱਡੀ ਗੱਲ ਬੈਨੀਪਾਲ ਸਾਹਿਬ, ਜਦੋਂ ਵੀ ਪੰਜਾਬ 'ਚ ਚੋਣ ਹੁੰਦੀ ਆ ਨਾ, ਪੰਜਾਬ ਦੀ ਨੌਜਵਾਨੀ ਦਾ ਇੱਕ ਹਿੱਸਾ, ਛੋਟਾ ਜਿਹਾ ਹਿੱਸਾ ਨਸ਼ਿਆਂ ਦੀ ਲਪੇਟ 'ਚ ਆਉਂਦਾ। ਐਤਕੀ ਨਸ਼ਿਆਂ ਨੂੰ ਨਾ ਕਹਿਣੀ ਆਪਾਂ, ਕਿਉਂਕਿ ਜੇ ਵੈਸੇ ਮੈਂ ਨਹੀਂ ਕਹਿੰਦਾ ਕਿ ਲੀਡਰ ਆਪ ਆ ਕੇ ਸ਼ਰਾਬ ਦੀ ਬੋਤਲ ਫੜਾਉਂਦਾ, ਸਾਰੇ ਵੰਡਦੇ ਵੀ ਨਹੀਂ ਗੇ, ਪਰ ਉਹ ਸਾਡੇ ਪਿੰਡਾਂ 'ਚੋਂ ਬੰਦੇ ਹੁੰਦੇ ਆ ਜਿਹੜੇ ਅੱਗੇ ਤੋਂ ਅੱਗੇ ਸਪਲਾਈ ਕਰਦੇ ਹੋਣੇ ਆ ਸਮਾਨ। ਪਾਰਟੀਆਂ ਦੇ ਕਰਿੰਦੇ ਹੀ ਹੁੰਦੇ ਆ, ਪਾਰਟੀਆਂ ਦੇ ਕਰਮਚਾਰੀ ਹੁੰਦੇ ਆ। ਕਿਉਂ ਅਸੀਂ ਪੰਜਾਬ ਨੂੰ ਬਲਦੀ ਦੇ ਬੁੱਥੇ ਦੇਣ ਡਏ ਆ? ਕਿਉਂ ਅਸੀਂ ਪੰਜਾਬ ਦੀਆਂ ਜੜ੍ਹਾਂ 'ਚ ਤੇਲ ਦੇਈ ਜਾਂਦੇ ਆ? ਕਿਉਂਕਿ ਲੀਡਰ ਨਹੀਂ ਪੀਂਦਾ, ਲੀਡਰ ਵੰਡਦਾ ਹੋ ਸਕਦਾ ਹੈ। ਜੇ ਕੋਈ ਲੀਡਰ ਵੰਡਦਾ ਹੈ ਤੇ ਪੀਂਦਾ ਕੌਣ ਹੈ? ਆਮ ਲੋਕ ਪੀਂਦੇ ਨੇ। ਜੇ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਦਿੱਤੀ ਜਾਂਦੀ ਹੈ ਤਾਂ ਆਮ ਲੋਕ ਮੂੰਹ ਦੇ ਉੱਤੇ ਟੇਪ ਲਾ ਲਓ, ਕੋਈ ਲੀਡਰ ਆਣ ਕੇ ਮੂੰਹ 'ਚ ਤਾਂ ਨਹੀਂ ਪਾ ਕੇ ਜਾਂਦਾ ਅਸੀਂ ਕਸੂਰ ਕਰਦੇ ਆ ਕਿ ਭਾਈ ਨਸ਼ੇ ਵੰਡਦੇ ਆ। ਇਸ ਕਰਕੇ ਐਤਕੀ ਦੀ ਚੋਣ ਬੈਨੀਪਾਲ ਸਾਹਿਬ, ਪੰਜਾਬ ਦੇ ਲੋਕ ਆਪਣੇ ਲਈ ਲੜਨ, ਆਪਣੇ ਪੰਜਾਬ ਲਈ ਲੜਨ, ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਲੜਨ। ਇਹਨਾਂ ਸਾਰਿਆਂ ਨੇ ਤੁਹਾਨੂੰ ਭੱਜੇ ਚਲਾਉਣਾ ਹੈ, ਇਹਨਾਂ ਸਾਰਿਆਂ ਨੇ ਤੁਹਾਨੂੰ ਲੀਹੇ ਲਾਉਣਾ ਹੈ, ਇਹਨਾਂ ਸਾਰਿਆਂ ਨੇ ਤੁਹਾਨੂੰ ਕਿਸੇ ਨਾ ਕਿਸੇ ਮੁੱਦੇ ਦੀ ਵੇਵ ਦੇ ਵਿੱਚ, ਲਹਿਰ 'ਚ, ਉਹਦੀ ਹਨੇਰੀ 'ਚ ਉਡਾਉਣ ਦਾ ਯਤਨ ਕਰਨਾ ਹੈ। ਹੱਥ ਨਾਲ ਹੱਥ ਫੜ ਕੇ ਚੱਲਿਓ, ਆਪਸ 'ਚ ਬਿਲਕੁਲ ਨਾ ਲੜਿਓ। WhatsApp ਗੱਲ ਇਹ ਹੈ, ਜੇ ਕਿਸੇ ਨੂੰ ਉਂਗਲ ਫੜਾਵਾਂਗੇ ਤੇ ਅਗਲੇ ਨੇ ਤਾਂ ਹੱਥ ਫੜ ਲੈਣਾ ਜੀ। ਹੁਣ ਪੰਜਾਬ ਦੇ ਲੋਕ ਲਗਭਗ ਇਸ ਗੱਲ ਦੇ ਆਦੀ ਹੋ ਚੁੱਕੇ ਆ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਲੀਡਰ ਤਾਂ ਨਹੀਂ ਵੰਡਦਾ, ਲੀਡਰ ਤਾਂ ਨਹੀਂ ਨਸ਼ਾ ਦਿੰਦਾ, ਉਹ ਲੀਡਰਾਂ ਦੇ ਕਰਿੰਦੇ ਵੀ ਜੇਬਾਂ 'ਚੋਂ ਨਹੀਂ ਦਿੰਦੇ। ਉਹਨਾਂ ਨੂੰ ਗ੍ਰੀਨ ਸਿਗਨਲ ਹੁੰਦੇ ਨੇ। ਪਾਰਟੀ ਹਰ ਹੀਲਾ ਵਸੀਲਾ ਵਰਤ ਕੇ ਚੋਣ ਜਿੱਤਣੀ ਚਾਹੁੰਦੀ ਹੈ, ਪਰ ਉਹ ਚੋਣਾਂ ਜਿੱਤਣੀਆਂ ਜਾਂ ਹਰਾਉਣੀਆਂ ਲੋਕਾਂ ਨੇ। ਇਸ ਵਾਰ ਨਾ ਜੇ ਕਿਤੇ ਲੋਕ ਸਿਆਣੇ ਹੋ ਗਏ, ਠੀਕ ਹੈ, ਤੁਹਾਡੀ ਪਾਰਟੀ ਅਕਾਲੀ ਹੋ ਸਕਦੀ ਹੈ, ਕਾਂਗਰਸ ਹੋ ਸਕਦੀ ਹੈ, ਭਾਜਪਾ ਹੋ ਸਕਦੀ ਹੈ, ਆਪ ਹੋ ਸਕਦੀ ਹੈ, ਬਹੁਜਨ ਸਮਾਜ ਪਾਰਟੀ ਹੋ ਸਕਦੀ ਹੈ, ਕਾਮਰੇਡ ਹੋ ਸਕਦੇ ਨੇ, ਕੋਈ ਵੀ ਪਾਰਟੀ ਹੋ ਸਕਦੀ ਹੈ। ਭਾਵੇਂ ਤੁਸੀਂ ਖਹਿਰਾ ਸਾਹਿਬ ਨਾਲੋਂ, ਗਾਂਧੀ ਸਾਹਿਬ ਨਾਲੋਂ ਜਾਂ ਬੈਂਸਾਂ ਦੇ ਨਾਲੋਂ ਕਿਸੇ ਵੀ ਪਾਰਟੀ ਦੇ ਤੁਸੀਂ ਮੰਨ ਲਓ ਮਦਈ ਹੋ, ਪਰ ਪਿੰਡ ਦੇ ਵਿੱਚ ਯਾਰ ਇੱਕ ਪਿੰਡ ਤੁਹਾਡਾ ਹੈ, ਪੰਜਾਬ ਦਾ ਮੁੱਦਾ ਤੁਹਾਡਾ ਸਾਂਝਾ ਹੈ। ਨਸ਼ਿਆਂ ਦੇ ਵਿੱਚ ਜੇਕਰ ਜਵਾਨੀ ਜਾ ਰਹੀ ਹੈ ਤੁਹਾਡੀ ਸਾਂਝੀ ਹੈ, ਕਿਸਾਨੀ ਡੁੱਬ ਰਹੀ ਹੈ ਤੁਹਾਡੀ ਸਾਂਝੀ ਹੈ, ਨੌਕਰੀਆਂ ਨਹੀਂ ਮਿਲ ਰਹੀਆਂ ਤੁਹਾਡਾ ਮੁੱਦਾ ਸਾਂਝਾ ਹੈ, ਸਰਕਾਰੀ ਸਕੂਲਾਂ ਦੇ ਵਿੱਚ ਚੰਗਾ ਮਿਆਰ ਨਹੀਂ ਮੁੱਦਾ ਸਾਂਝਾ ਹੈ, ਜੇਕਰ ਮੁੱਢਲੀਆਂ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਮੁੱਦਾ ਸਾਂਝਾ ਹੈ, ਜੇਕਰ ਹਰ ਇੱਕ ਥਾਂ ਦੇ ਉੱਤੇ ਕੰਮ ਕਰਵਾਉਣ ਲਈ ਪੈਸਾ ਧੇਲਾ ਦੇਣਾ ਪੈਂਦਾ, ਭ੍ਰਿਸ਼ਟਾਚਾਰ ਮੁੱਦਾ ਸਾਂਝਾ ਹੈ, ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੈ ਮੁੱਦਾ ਸਾਂਝਾ ਹੈ। ਕਿ ਪਾਰਟੀ ਨੂੰ ਤਾਂ ਪਤਾ ਹੀ ਨਾ ਲੱਗੇ, ਸਾਰਾ ਪਿੰਡ ਇੱਕੋ ਹੀ ਥਾਂ ਤੇ ਬੈਠ ਕੇ ਵੋਟਾਂ ਪਵਾਵੇ। ਹੁਣ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੀ ਨਿੱਜੀ ਪਾਰਟੀਬਾਜ਼ੀ ਹੈ, ਠੀਕ ਹੈ ਤੁਸੀਂ ਪੰਚਾਇਤੀ ਚੋਣਾਂ 'ਚ ਰੱਖ ਲਓ, ਪਰ ਪੰਚਾਇਤੀ ਚੋਣਾਂ ਤੋਂ ਬਾਅਦ ਜਦੋਂ ਪੰਜਾਬ ਵਿਧਾਨ ਸਭਾ ਦੀ ਚੋਣ ਹੋਣੀ ਹੈ, ਸਰਕਾਰ ਦੀਆਂ ਤੇ ਸਾਰੀਆਂ ਪਾਰਟੀਆਂ ਦੀਆਂ ਅੱਖਾਂ ਖੁੱਲ੍ਹ ਜਾਣ ਕਿ ਹੁਣ ਸਾਨੂੰ ਬਦਲਣਾ ਪਊ, ਕਿਉਂਕਿ ਇਹ ਨਹੀਂ ਕਿ ਬਦਲ ਨਹੀਂ ਸਕਦੇ। ਉਹਨਾਂ ਨੇ ਜੇ ਰਾਜ ਕਰਨਾ, ਜੇ ਉਹਨਾਂ ਨੇ ਵਜ਼ੀਰੀਆਂ ਲੈਣੀਆਂ ਨੇ, ਝੰਡੀ ਵਾਲੀਆਂ ਕਾਰਾਂ ਲੈਣੀਆਂ ਨੇ, ਉਹਨਾਂ ਨੂੰ ਪਤਾ ਲੱਗੂ ਕਿ ਲੋਕ ਹੁਣ ਸੁਲਝ ਗਏ, ਲੋਕ ਹੁਣ ਸਿਆਣੇ ਹੋ ਗਏ, ਲੋਕ ਮੁੱਦਿਆਂ ਦੀ ਗੱਲ ਕਰਨ ਲੱਗ ਪਏ। ਸਾਨੂੰ ਰਵਾਇਤੀ ਢੰਗ ਤਰੀਕੇ ਛੱਡ ਕੇ ਨਾ ਸਾਨੂੰ ਸਿਆਣੇ ਹੋਣਾ ਪਊ, ਸਾਨੂੰ ਬਦਲਣਾ ਪਊ।
ਪਰ ਬਦਲਣਗੇ ਤਾਂ ਜੇ ਲੋਕ ਬਦਲਣਗੇ, ਜੇ ਲੋਕ ਬਦਲ ਗਏ ਤੇ ਉਹ ਬਦਲ ਜਾਣਗੇ। ਬਿਲਕੁਲ ਬੈਨੀਪਾਲ ਸਾਹਿਬ, ਮੈਂ ਕਲੀਅਰ ਕਰਦਾ, ਜਿਹੜਾ ਨਸ਼ੇ ਪੱਤੇ ਦੇ ਨਾਲ ਇੱਕ ਵਰਗ ਵਿਸ਼ੇਸ਼ ਦੇ ਗਲਤਾਨ ਹੋਣ ਦੀ ਗੱਲ ਸੀ ਨਾ, ਸਮਾਨ ਆਉਣਾ ਉੱਪਰੋਂ ਹੀ ਆ, ਪਰ ਕਦੇ ਵੀ ਕੋਈ ਉਮੀਦਵਾਰ ਆਪ ਨਹੀਂ ਵੰਡਦਾ, ਬਿਲਕੁਲ ਨਹੀਂ ਵੰਡਦਾ, ਕਦੇ ਕੋਈ ਪਾਰਟੀ ਦਾ ਪ੍ਰਧਾਨ ਆਪ ਨਹੀਂ ਵੰਡਦਾ ਹੁੰਦਾ। ਮੈਨੂੰ ਨਹੀਂ ਪਤਾ ਕਿ ਕਿੱਧਰਲੇ ਪਾਸਿਓਂ ਉਹ ਸੂਚਨਾਵਾਂ ਆਉਂਦੀਆਂ ਹੋਣਗੀਆਂ, ਪਰ ਕਈ ਵਾਰੀ ਇਹ ਵੇਖਣ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਬਹੁਤ ਸਖਤ ਜਿਹਾ ਹੁੰਦੇ ਬੰਦੇ ਕਿ ਅਸੀਂ ਜਿਤਾਉਣਾ ਹੀ ਜਿਤਾਉਣਾ, ਅਸੀਂ ਉੱਪਰ ਰਿਪੋਰਟਾਂ ਦੇਣੀਆਂ, ਚੱਕ ਦਿੰਦੇ ਨੇ ਕੰਮ ਨੂੰ, ਉਹ ਬੰਦੇ ਜਿਹੜੇ ਆ ਨਾ, ਤੁਸੀਂ ਵੀ ਸਮਝਿਓ ਤੇ ਘੱਟੋ ਘੱਟ ਜਿਹੜਾ ਬੰਦਾ ਇਦਾਂ ਦਾ ਤੁਹਾਡਾ ਦਰਵਾਜ਼ਾ ਖੜਕਾਉਣ ਆਊਗਾ ਨਾ, ਉਹਨੂੰ ਐਤਕੀ ਡਰ ਹੋਵੇ ਕਿ ਭਾਈ ਲੋਕਾਂ ਨੇ ਪੈ ਜਾਣਾ ਮੋਹਰਿਓਂ, ਆਪਾਂ ਨਹੀਂ ਕਿੰਨੇ ਕਿਸੇ ਦੇ ਗਲ ਪਿਓ, ਕੋਈ ਲੜਨ ਝਗੜਨ ਦੀ ਲੋੜ ਨਹੀਂ। ਬਾਕੀ ਬੈਨੀਪਾਲ ਸਾਹਿਬ ਇੱਕ ਗੱਲ ਤਾਂ ਪੱਕੀ ਹੈ, ਹੋ ਸਕਦਾ ਕਿਸੇ ਬੰਦੇ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਮਾੜਾ ਲੱਗੇ, ਮੈਂ ਕਿਹਾ ਜਿੰਨਾ ਮਰਜ਼ੀ ਮਾੜਾ ਲੱਗੇ, ਪਰ ਜੇ ਕਿਸੇ ਨੂੰ ਲੱਗਦਾ ਕਿ ਸੱਚੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਸੇ ਤਰੀਕੇ ਹੋਣੀਆਂ ਚਾਹੀਦੀਆਂ, ਐਸੇ ਤਰਜ਼ ਤੇ ਹੋਣੀਆਂ ਚਾਹੀਦੀਆਂ, ਸਸਤੀਆਂ ਹੋਣੀਆਂ ਚਾਹੀਦੀਆਂ, ਲੀਡਰਾਂ ਦੇ ਕਰਕੇ ਪਿੰਡਾਂ ਦੇ ਵਿੱਚ ਪਟਾਕੇ ਨਾ ਪੈਣ, ਤੇ ਸਭ ਤੋਂ ਵੱਡੀ ਗੱਲ 2022 ਤੋਂ ਬਾਅਦ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗੇ ਮਹਿਸੂਸ ਨਾ ਕਰਨ, 2022 ਤੋਂ ਬਾਅਦ ਪੰਜਾਬ ਦੇ ਲੋਕ ਹਾਰੇ ਮਹਿਸੂਸ ਨਾ ਕਰਨ। ਇਸ ਕਰਕੇ ਬਹੁਤ ਧਿਆਨ ਦਿਓ, ਪਾਰਟੀ ਕੋਈ ਵੀ ਹੋਵੇ ਉਹਨੂੰ ਲੀਹ ਤੇ ਤੁਸੀਂ ਲੈ ਕੇ ਆਉਣਾ। ਤੇ ਸਭ ਤੋਂ ਵੱਡੀ ਗੱਲ ਪ੍ਰਵਾਸੀ ਪੰਜਾਬੀਆਂ ਲਈ, ਪ੍ਰਵਾਸੀ ਪੰਜਾਬੀ ਐਤਕੀ ਬਹੁਤ ਧਿਆਨ ਰੱਖਣ, ਪੰਜਾਬ ਦੀ ਇਲੈਕਸ਼ਨ ਪੈਸੇ ਨਾਲ ਨਹੀਂ, ਪੰਜਾਬ ਦੀ ਇਲੈਕਸ਼ਨ ਦਿਮਾਗ ਨਾਲ ਲੜੋ। ਜੇ ਤੁਸੀਂ ਚਾਹੁੰਦੇ ਵੀ ਹੋ ਨਾ ਪੰਜਾਬ ਨੂੰ ਚੰਗਾ ਕਰਨਾ, ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਹਿਸਾਬ ਨਾਲ ਚੱਲਿਓ। ਸਾਨੂੰ ਤੁਹਾਡਾ ਵੀ ਬਹੁਤ ਫਿਕਰ ਰਹਿੰਦਾ ਹੈ, ਕਈ ਵਾਰੀ ਮੁੜ ਕੇ ਹੁੰਦਾ ਕਿ ਨਹੀਂ ਭਾਈ ਐਤਕੀ ਉਹਦੇ ਪਿੱਛੇ ਗਏ ਸੀ, ਫਿਰ ਉਹਦੇ ਪਿੱਛੇ ਗਏ ਸੀ, ਢੰਗ ਦੇ ਨਹੀਂ ਨਿਕਲੇ, ਚੱਜ ਦੇ ਨਹੀਂ ਨਿਕਲੇ। ਐਤਕੀ ਚੰਗੇ ਤਰੀਕੇ ਦੇ ਨਾਲ ਸਸਤੀ ਇਲੈਕਸ਼ਨ ਆਪਾਂ ਲੜਨੀ ਆ, ਬਾਅਦ ਚ ਨਿਰਾਸ਼ ਨਹੀਂ ਹੋਣਾ, ਢੋਲੇ ਦੀਆਂ ਲਾਉਣੀਆਂ। ਬਾਠ ਸਾਹਿਬ, ਇੱਕ ਹੋਰ ਅਹਿਮ ਪਹਿਲੂ ਇਸ ਗੱਲ ਦਾ ਇਹ ਵੀ ਹੈ ਜੀ ਕਿ ਬਹੁਤ ਸਾਰੇ ਲੋਕ ਨਿਰਾਸ਼ ਹੋ ਚੁੱਕੇ ਨੇ ਸਿਸਟਮ ਤੋਂ, ਉਹ ਸੋਚਦੇ ਨੇ ਯਾਰ ਵੋਟ ਹੀ ਨਹੀਂ ਪਾਉਣੀ। ਉਹ ਮੇਰੇ ਖਿਆਲ ਦੇ ਵਿੱਚ ਕਿਸੇ ਜਿਹੜੇ ਗਲਤ ਉਮੀਦਵਾਰ ਨੂੰ ਜਿਤਾਉਣ ਦੇ ਵਿੱਚ ਵੱਡਾ ਰੋਲ ਅਦਾ ਕਰਦੇ ਆ। ਹਾਂ, ਤੁਹਾਡੇ ਕੋਲੇ ਹੁਣ ਤਾਂ ਨੋਟਾਂ ਵਾਲਾ ਇੱਕ ਬਟਨ ਵੀ ਹੈ, ਪਰ ਆਪਣੀ ਉੱਥੇ ਦਰਜ ਇੰਦਰਾਜ ਤੁਹਾਡਾ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਹਾਂ ਜਾਂ ਸਾਰਿਆਂ ਨੂੰ ਪਸੰਦ ਹੀ ਨਹੀਂ ਕਰਦੇ। ਜਿਹੜਾ ਬੰਦਾ ਵੋਟ ਨਹੀਂ ਪਾਉਂਦਾ ਉਹ ਜਿਹੜਾ ਬੰਦਾ ਜਿੱਤਣਾ ਨਹੀਂ ਚਾਹੀਦਾ, ਕਿਉਂਕਿ ਉਹਦੇ ਅਗੇਂਸਟ ਤਾਂ ਤੁਸੀਂ ਭੁਗਤੇ ਨਹੀਂ, ਤੁਹਾਨੂੰ ਉਹ ਪਸੰਦ ਵੀ ਨਹੀਂ ਸੀ, ਤੁਹਾਡੇ ਹਲਕੇ ਦੀ 5 ਸਾਲ ਵਾਸਤੇ ਉਹਨੇ ਨੁਮਾਇੰਦਗੀ ਵੀ ਕਰਨੀ ਹੈ। ਵੋਟ ਪਾਉਣਾ ਇੱਕ ਲਾਜ਼ਮੀ ਤਰੀਕੇ ਨਾਲ ਹੋਣਾ ਚਾਹੀਦਾ ਕਿ ਹਰ ਇੱਕ ਵਿਅਕਤੀ ਵੋਟ ਪਾਉਣ ਜਾਵੇ। ਸੋ ਬਾਠ ਸਾਹਿਬ, ਸਮਾਂ ਦੇਖਿਆ ਕਿ ਸਮਾਂ ਸਮਾਪਤ ਹੈ। ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪ੍ਰਾਈਮ ਫੋਕਸ। ਤੁਹਾਨੂੰ ਕਿਵੇਂ ਦਾ ਲੱਗਿਆ? ਆਪਣੀ ਕੀਮਤੀ ਰਾਏ ਸਾਡੇ ਤੱਕ ਜ਼ਰੂਰ ਪੁੱਜਦੀ ਕਰਿਓ। ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ, ਰੱਬ ਰਾਖਾ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।